ਇਹ ਹੋਟਲ ਕਿਹਦਾ ਸੀ ਜਿਹੜਾ ਗ੍ਰੈਂਡ ਦੁਬਈ ਹੋਟਲ ਸੀ ਤੇ ਇਹ ਫਿਰ ਤੁਸੀਂ ਕਿਵੇਂ ਹਥਿਆਇਆ। ਦੁਬਈ ਗ੍ਰੈਂਡ ਜਿਹੜਾ ਸੀ ਉਹ ਪੰਗੂ ਸਾਹਿਬ ਦਾ ਸੀ। ਉੱਥੇ ਇਹਨਾਂ ਨੂੰ ਕੰਮ ਕਰਨ ਵਾਸਤੇ ਐਸਪੀ ਉਬਰਾਏ ਸਾਹਿਬ ਨੂੰ ਭੇਜੇ ਗਏ। ਇਹਨੂੰ ਮੈਂ ਕਹਿੰਦਾ ਕਿ ਨਾਚ ਨਾ ਜਾਣੇ ਆਂਗਣ ਟੇਢਾ, ਤੇ ਤੁਹਾਨੂੰ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਉਹ ਚੁੱਪ ਕਰਕੇ ਸੁਣ ਲੈਣ। ਤੇ ਮੈਂ ਇਹੀ ਕਹੂੰਗਾ ਕਿ ਤੁਸੀਂ ਸਿਰਫ ਤੇ ਸਿਰਫ ਵੇਟ ਐਂਡ ਵਾਚ। ਉਹ ਜਾਵੋ ਹੁਸ਼ਿਆਰ ਛਾਨਣਾ ਲੱਗ ਗਿਆ ਹੈ, ਆਪਣੇ ਮਹਿਲ ਉਸਾਰਨ ਵਾਸਤੇ ਝੁੱਗੀਆਂ ਕੁੱਲੀਆਂ ਝਾੜਦੇ ਰਹੇ ਆ। ਤੇ ਦੋਸਤੋ, ਜਿਹੜੀ ਦੁਨੀਆ ਦੇ ਵਿੱਚ ਗਰੀਬੀ ਹੈ, ਇਹ ਇਸ ਕਰਕੇ ਨਹੀਂ ਹੈਗੀ ਕਿ ਗਰੀਬ ਕੁਝ ਕਰਦੇ ਨਹੀਂ। ਇਹ ਇਸ ਕਰਕੇ ਹੈ ਕਿ ਉਹਨਾਂ ਦਾ ਜਿਹੜਾ ਉਹਨਾਂ ਦਾ ਕੀ ਕਹਾਂਗੇ ਆਪਾਂ ਪੰਜਾਬੀ ਦੇ ਵਿੱਚ, ਕਿ ਉਹਨਾਂ ਦਾ ਜਿਹੜਾ ਹੱਕ ਹੈ ਉਹ ਅਮੀਰ ਖੋ ਕੇ ਲੈ ਜਾਂਦੇ ਆ। ਤੇ ਅਮੀਰ ਲੋੜ ਤੋਂ ਵੱਧ ਪੈਸਾ ਇਕੱਠਾ ਕਰ ਜਾਂਦੇ ਆ। ਉਹਦੀ ਐਗਜ਼ਾਮਪਲ ਹੈਗੀ ਹੈ ਸਵਿਟਜ਼ਰਲੈਂਡ, ਜਿਹਨੂੰ ਆਪਾਂ ਕਹਿੰਦੇ ਆ। ਉਹ ਦੇਸ਼ ਦੀ ਇਕਨੋਮੀ, ਉੱਥੋਂ ਦੀ ਬੈਂਕਿੰਗ ਸਿਸਟਮ ਤੇ ਚੱਲਦੀ ਹੈ। ਉੱਥੋਂ ਦਾ ਬੈਂਕਿੰਗ ਸਿਸਟਮ ਇਸ ਬੇਸ ਤੇ ਚੱਲਦਾ ਹੈ ਕਿ ਉੱਥੇ ਆਪਣਾ ਨਾਮ, ਆਪਣਾ ਕੋਈ ਅਤਾ ਪਤਾ ਦੱਸਣ ਦੀ ਲੋੜ ਨਹੀਂ। ਜਿਹੜੇ ਕਾਲੇ ਧਨ ਰੱਖਣ ਵਾਲੇ ਲੋਕ ਨੇ, ਉਹਨਾਂ ਦੇ ਕੋਲ ਇੱਕ ਕੋਡ ਜਾਰੀ ਹੋ ਜਾਂਦਾ। ਉਸ ਕੋਡ ਦੇ ਉੱਤੋਂ ਪੈਸਾ ਕਢਾਇਆ ਤੇ ਜਮ੍ਹਾਂ ਕਰਾਇਆ ਜਾ ਸਕਦਾ। ਤੇ ਉਹ ਬਹੁਤ ਸਾਰੇ, ਕਈ ਟ੍ਰਿਲੀਅਨ, ਕਈ ਹੰਡਰਡਸ ਟ੍ਰਿਲੀਅਨ, ਇੱਕ ਹੁੰਦਾ ਮਿਲੀਅਨ, ਇੱਕ ਹੁੰਦਾ ਬਿਲੀਅਨ, ਇੱਕ ਹੁੰਦਾ ਟ੍ਰਿਲੀਅਨ, ਮਤਲਬ ਬਹੁਤ ਖਰਬਾਂ ਤੋਂ ਵੀ ਅੱਗੇ, ਜਿੱਥੇ ਅੱਖਰ ਮੁੱਕ ਜਾਂਦੇ ਪੰਜਾਬੀ ਗਿਣਤੀ ਦੇ, ਉੱਥੋਂ ਤੱਕ ਜਿਹੜਾ ਪੈਸਾ ਹੈ ਉਹ ਲੋਕੀ ਉੱਥੇ ਛੱਡ ਜਾਂਦੇ ਹੈ। ਤੇ ਸਵਿਟਜ਼ਰਲੈਂਡ ਦੇ ਵਿੱਚ ਕੱਲੇ ਇਟਲੀ ਦੇ ਕਾਲੇ ਧਨ ਦੇ ਵਪਾਰੀਆਂ ਦਾ ਟ੍ਰਿਲੀਅਨਸ ਐਂਡ ਟ੍ਰਿਲੀਅਨਸ ਪੈਸਾ ਜਮਾ। ਤੇ ਉਹਨਾਂ ਦਾ ਇਹ ਵੀ ਨਹੀਂ ਪਤਾ ਲੱਗਦਾ ਜਦੋਂ ਮਰ ਜਾਂਦੇ ਹੈ ਕਿ ਇਹ ਪੈਸਾ ਹੁਣ ਆਪਾਂ ਕਿੱਥੇ ਵਰਤੀਏ। ਤੇ ਫਿਰ ਸਵਿਸ ਦੇ ਖਾਤੇ 'ਚ ਰਹਿ ਜਾਂਦਾ। ਫਿਰ ਜਿਹੜੇ ਉਹ ਬੈਂਕ ਨੇ, ਫਿਰ ਉਹ ਗੌਰਮੈਂਟ ਨੂੰ ਪੁੱਛਦੇ ਆ। ਫਿਰ ਗੌਰਮੈਂਟ ਉੱਥੋਂ ਦੀ ਜਨਤਾ ਨੂੰ ਪੁੱਛਦੀ ਹੈ ਕਿ ਇੰਨਾ ਪੈਸਾ ਕਿਸੇ ਦਾ ਰਹਿ ਗਿਆ ਤੇ ਬੰਦੇ ਦਾ ਕੋਈ ਖੋਜ ਖੁਰਾ ਨਹੀਂ। ਤੇ ਫਿਰ ਲੋਕ ਫੈਸਲਾ ਕਰਦੇ ਆ ਕਿ ਹੁਣ ਇਨਫਰਾਸਟ੍ਰਕਚਰ ਤੇ ਪੈਸਾ ਖਰਚ ਕੀਤਾ ਜਾਵੇ, ਜਾਂ ਲੋਕਾਂ ਨੂੰ ਫਿਰ ਲੱਖ ਲੱਖ ਡਾਲਰ ਉਹਨਾਂ ਦੇ ਖਾਤੇ 'ਚ ਪਾਇਆ ਜਾਵੇ, ਜਾਂ ਜਿੰਨਾ ਵੀ ਬਣਦਾ ਹੈ ਉਹ ਕਿੱਥੇ ਖਰਚ ਕੀਤਾ ਜਾਵੇ। ਇਹਨੂੰ ਕਹਿੰਦੇ ਆ ਡੈਮੋਕ੍ਰੇਸੀ, ਇਹਨੂੰ ਕਹਿੰਦੇ ਆ ਲੋਕਤੰਤਰ। ਕਿ ਵੋਟਿੰਗ ਕਰਾਈ ਜਾਂਦੀ ਹੈ, ਲੋਕਾਂ ਨੂੰ ਪੁੱਛਿਆ ਜਾਂਦਾ, ਤੇ ਫਿਰ ਇਹ ਮਾਮਲਾ ਸ਼ੁਰੂ ਹੁੰਦਾ। ਪਰ ਸਾਡੇ ਜਿਹੜੇ ਗਰੀਬ ਦੇਸ਼ ਨੇ, ਉਹਨਾਂ 'ਚ ਕੀ ਹੁੰਦਾ ਕਿ ਉਹਨਾਂ 'ਚ ਬਹੁਤ ਜ਼ਿਆਦਾ ਅਤ ਦਰਜੇ ਦੇ ਚੰਦ ਕੁ ਅਮੀਰ ਬੰਦੇ ਹੁੰਦੇ ਹੈ, ਜਿਹੜੇ ਹਰੇਕ ਤਰ੍ਹਾਂ ਦੀ ਗੌਰਮੈਂਟ ਦੀ ਪਾਲਿਸੀ ਇੰਟਰਫੇਅਰ ਕਰਕੇ ਆਪਣੇ ਹੱਕ ਦੇ ਵਿੱਚ ਬਣਾ ਲੈਂਦੇ ਆ। ਇਹੋ ਜਿਹੇ ਲੋਕ ਗਰੀਬ ਦੇਸ਼ਾਂ 'ਚ ਹੀ ਹੁੰਦੇ ਆ। ਬੰਗਲਾਦੇਸ਼ ਦੇ ਵਿੱਚ ਹੁੰਦੇ ਆ, ਪਾਕਿਸਤਾਨ ਦੇ ਵਿੱਚ ਹੁੰਦੇ ਆ। ਮੇਰਾ ਮਹਾਨ ਭਾਰਤ ਇਹਨਾਂ ਲੋਕਾਂ ਨਾਲ ਭਰਿਆ ਪਿਆ। ਤੁਸੀਂ ਦੇਖੋ ਕਿ ਵੱਡੇ ਵੱਡੇ ਲੋਕਾਂ ਦੇ ਬਿਜ਼ਨਸ ਜਿਹੜੇ ਹੁੰਦੇ ਆ ਉਹ ਇੱਕ ਨਹੀਂ ਹੁੰਦਾ। ਜੇ ਉਹ ਪੈਟਰੋਲ ਪੰਪ ਖੋਲਣਗੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਬੋਰਡ ਲੱਗੇ ਹੋਏ। ਜਦੋਂ ਉਹ ਬੈਂਕਰਪਟ ਕਰਨਗੇ ਤੇ ਸਾਰੇ ਦੇ ਸਾਰਿਆਂ 'ਚ ਝਾੜੀਆਂ ਉੱਗ ਜਾਂਦੀਆਂ। ਤੇ ਮੁੜ ਕੇ ਫਿਰ ਉਹ ਕੰਪਨੀ ਦਾ ਨਾਮ ਬਦਲ ਕੇ ਦੁਬਾਰਾ ਫਿਰ ਜਦੋਂ ਉਹਨਾਂ ਦਾ ਪੈਸਾ ਮਾਫ ਹੋ ਜਾਂਦਾ, ਫਿਰ ਆਉਂਦੇ ਆ, ਤਾਂ ਫਿਰ ਉਹ ਸਾਰੇ ਦੇ ਸਾਰੇ ਚੱਲ ਪੈਂਦੇ ਆ। ਇਹ ਗੱਲਾਂ ਆਮ ਜਿਹੜੇ ਪੇਂਡੂ ਲੋਕ ਨੇ ਉਹਨਾਂ ਦੀ ਨੌਲੇਜ ਤੋਂ ਬਾਹਰ ਹੋ ਜਾਂਦੀਆਂ। ਇਸ ਕਰਕੇ ਲੋਕਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾ। ਸਮਾਜ ਸੇਵਾ ਅੱਜ ਦੇ ਜ਼ਮਾਨੇ 'ਚ ਸਭ ਤੋਂ ਵੱਡੀ ਇਹ ਹੈ ਕਿ ਤੁਸੀਂ ਦੂਜੇ ਬੰਦੇ ਨੂੰ ਜਗਾ ਦਿਓ, ਉਹਨੂੰ ਨੌਲੇਜ ਦੇ ਦਿਓ। ਪੈਸਾ ਉਹ ਆਪਣੀ ਨੌਲੇਜ ਨਾਲ ਕਮਾ ਲੂਗਾ। ਹੁਣ ਗੌਰਮੈਂਟ ਪੈਸਿਆਂ ਦੇ ਅੰਬਾਰ ਭਰ ਕੇ ਬਾਹਰਲੇ ਕੰਟਰੀ 'ਚ ਲੋਕਾਂ ਦੀ ਜੇਬ ਦੇ ਵਿੱਚ ਨਹੀਂ ਸੁੱਟਦੀ। ਜਿਹੜੇ ਬਾਹਰ ਲੋਕ ਰਹਿੰਦੇ ਉਹਨਾਂ ਨੂੰ ਪਤਾ ਕਰ ਲਓ। ਪਰ ਉਹ ਇੱਕ ਗਰੀਬ ਦਾ ਕਮਾਇਆ ਹੋਇਆ ਪੈਸਾ, ਉਹਦੇ ਤੋਂ ਕਿਸੇ ਵੀ ਪਾਲਿਸੀ ਦੇ ਦੌਰਾਨ ਖੋਇਆ ਨਹੀਂ ਜਾ ਸਕਦਾ। ਉਹਨੂੰ ਇਨਕਮ ਕ੍ਰੈਡਿਟ ਦਿੱਤਾ ਜਾਂਦਾ ਜੇ ਉਹਦੇ ਕੋਲੇ ਕਮਾਈ ਦੇ ਸਾਧਨ ਪੂਰੇ ਨਹੀਂ। ਉਹਦੇ ਬੱਚਿਆਂ ਵਾਸਤੇ, ਉਹਦੀ ਜਨਾਨੀ ਵਾਸਤੇ, ਉਹਦੇ ਤੋਂ ਖੋਇਆ ਨਹੀਂ ਜਾਂਦਾ ਉਹਦੀ ਕਮਾਈ ਦਾ ਪੈਸਾ। ਸਾਡੇ ਮਿਹਨਤ ਕੋਈ ਕਰਦਾ, ਪੈਸਾ ਕੋਈ ਲੈ ਜਾਂਦਾ। ਕੋਈ ਬਿਲੀਅਨੇਅਰ ਬਣ ਜਾਂਦਾ, ਅਰਬਪਤੀ ਬਣ ਜਾਂਦਾ ਰਾਤੋਂ ਰਾਤ, ਸਾਡੇ ਚੋਂ ਹੀ ਅੱਗੇ ਲੰਘ ਕੇ ਚਮਚੀ ਚੁਮਚੀ ਮਾਰ ਕੇ ਪੋਲੀਟੀਕਲ ਬੰਦਿਆਂ ਨਾਲ, ਜਾਂ ਫਿਰ IAS PCS IPS ਆਫਿਸਰਾਂ ਨਾਲ ਪੂਰੀ ਗਾਟੀ ਪਾ ਕੇ। ਤੇ ਉਹ ਤੁਹਾਡੇ ਵਰਗਾ ਹੀ ਬੰਦਾ ਸੀ, ਪਰ ਥੋੜਾ ਜਿਹਾ ਹਰਾਮੀ ਸੀ, ਥੋੜਾ ਜਿਹਾ ਡਿਸਓਨੈਸਟ ਸੀ, ਥੋੜਾ ਜਿਹਾ ਬੇਈਮਾਨ ਸੀ। ਉਹਨੇ ਬੇਈਮਾਨੀਆਂ ਕਰ ਕਰਕੇ ਲੋਕਾਂ ਦੀਆਂ ਸਾਰੀਆਂ ਜਿਹੜੀਆਂ ਕਮਾਈਆਂ ਸੀ
ਉਹ ਐਸੇ ਤਰੀਕੇ ਦੇ ਨਾਲ ਆਪਣੀ ਜੇਬ 'ਚ ਜਾਂ ਆਪਣੇ ਖਾਤਿਆਂ 'ਚ ਪਾਈਆਂ ਕਿ ਲੋਕਾਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਸਾਡਾ ਪੈਸਾ ਚੋਰੀ ਹੋ ਗਿਆ, ਸਾਡਾ ਈਮਾਨ ਚੋਰੀ ਹੋ ਗਿਆ, ਸਾਡੀ 10 ਨੋਹਾਂ ਦੀ ਕਮਾਈ ਚੋਰੀ ਹੋ ਗਈ, ਸਾਡਾ ਇਮੋਸ਼ਨ ਚੋਰੀ ਹੋ ਗਿਆ। ਇਮੋਸ਼ਨ, ਸਾਡੀਆਂ ਭਾਵਨਾਵਾਂ ਸਿੱਖਾਂ ਦੀਆਂ, ਪੱਗ ਵਾਲੇ ਬੰਦਿਆਂ ਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਹੋਈਆਂ ਨੇ, ਹਿੰਦੂਆਂ ਦੀਆਂ ਭਾਵਨਾਵਾਂ ਮੰਦਿਰਾਂ ਦੇ ਨਾਲ ਜੁੜੀਆਂ ਹੋਈਆਂ, ਮੁਸਲਮਾਨਾਂ ਦੀਆਂ ਭਾਵਨਾਵਾਂ ਜਿਹੜੀਆਂ ਮਸਜਿਦ ਦੇ ਨਾਲ ਜੁੜੀਆਂ ਹੋਈਆਂ, ਅੱਲਾ ਦੇ ਨਾਲ ਜੁੜੀਆਂ, ਰਾਮ ਦੇ ਨਾਲ ਜੁੜੀਆਂ, ਵਾਹਿਗੁਰੂ ਦੇ ਨਾਲ ਜੁੜੀਆਂ, ਬਾਬੇ ਨਾਨਕ ਨਾਲ ਜੁੜੀਆਂ। ਇਹ ਸਾਰੀਆਂ ਭਾਵਨਾਵਾਂ ਨੂੰ ਕੈਸ਼ ਕਰਨ ਵਾਸਤੇ ਜਿਹੜੇ ਵਪਾਰੀ ਹੁੰਦੇ ਨੇ ਉਹ ਕੋਈ ਨਾ ਕੋਈ ਫੰਡਾ ਸ਼ੁਰੂ ਕਰ ਦਿੰਦੇ। ਅੱਜ ਸਾਡੇ ਵੀਰ ਜਿਹੜੇ ਸਾਡੇ ਨਾਲ ਜੁੜ ਜਾਣ, ਸ਼ੇਅਰ ਕਰ ਲਓ, ਥੋੜੇ ਬੰਦੇ ਹੋਰ ਹੋ ਜਾਣ ਤਾਂ ਫਿਰ ਆਪਾਂ ਇਦਾਂ ਕਰ ਲੈਂਦੇ ਆ ਜੀ। ਮੈਂ ਉੱਤੇ ਇੱਕ ਚੀਜ਼ ਲਿਖੀ ਹੈ, ਮੈਂ ਇਹ ਕਿਹਾ ਕਿ ਜਿਹੜੇ ਬੰਦੇ ਨੇ ਹਜੇ ਤੱਕ SP ਓਬਰਾਏ ਦੇ ਦੁਬਈ ਵਾਲੇ ਹੋਟਲ ਦੇ ਵਿੱਚ ਰਿਹਾਇਸ਼ ਨਹੀਂ ਕੀਤੀ, ਰਹਿ ਕੇ ਨਹੀਂ ਆਇਆ, ਉਹ ਜਵਾਬ ਦੇਣ ਦੀ ਕੋਸ਼ਿਸ਼ ਨਾ ਕਰੇ। ਕਮੈਂਟਾਂ ਦੇ ਵਿੱਚ ਇਹਨੂੰ ਮੈਂ ਕਹਿੰਦਾ ਕਿ ਨਾਚ ਨਾ ਜਾਣੇ ਆਂਗਣ ਟੇਢਾ, ਤੇ ਤੁਹਾਨੂੰ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਉਹ ਚੁੱਪ ਕਰਕੇ ਸੁਣ ਲੈਣ। ਤੇ ਮੈਂ ਇਹੀ ਕਹੂੰਗਾ ਕਿ ਤੁਸੀਂ ਸਿਰਫ ਤੇ ਸਿਰਫ ਵੇਟ ਐਂਡ ਵਾਚ, ਸਿਰਫ ਤੁਸੀਂ ਦੇਖੋ ਕਿ ਗੱਲ ਕਿੱਧਰ ਨੂੰ ਜਾਂਦੀ ਹੈ। ਗੱਲਾਂ ਮੈਂ ਕਰ ਦੇਣੀ ਆ, ਮੈਂ ਕੋਈ ਡਾਂਗ ਲੈ ਕੇ ਨਹੀਂ ਇੱਥੇ ਬੈਠਾ ਕਿ ਤੁਹਾਡੇ ਸਿਰ 'ਚ ਮਾਰਨੀ, ਮੈਂ ਤਾਂ ਤੁਹਾਨੂੰ ਦੱਸਣ ਵਾਸਤੇ ਬੈਠਾ। ਤੇ ਮੇਰਾ ਕੋਈ ਦੁਸ਼ਮਣੀ ਜਾਂ ਮੇਰਾ ਕੋਈ ਬਿਜ਼ਨਸ SP ਓਬਰਾਏ ਜਾਂ ਸਰਬੱਤ ਦੇ ਭਲੇ ਨਾਲ ਨਹੀਂ ਸੀ। ਨਾ ਮੈਂ ਪਹਿਲਾਂ ਮੈਂਬਰ ਸੀ, ਨਾ ਮੈਂ ਸਪੋਰਟਰ ਸੀ, ਨਾ ਮੈਂ ਇਹਨਾਂ ਦਾ ਐਨੀਮੀ ਆ। ਮੈਂ ਤਾਂ ਇੱਕ ਲੋਕਾਂ ਨੂੰ ਜਗਾਉਣ ਦੀ ਮੁਹਿੰਮ ਦੇ ਵਿੱਚ ਪਾਰਟਿਸਿਪੇਟ ਕਰਦਾ। ਬਹੁਤ ਸਾਰੇ ਲੋਕ ਨੇ ਜਿਹੜੇ ਇਹ ਕੰਮ ਕਰਦੇ ਆਏ ਨੇ ਪਹਿਲਾਂ ਤੋਂ, ਤੇ ਇਹ ਖਤਰੇ ਤੋਂ ਖਾਲੀ ਨਹੀਂ ਹੁੰਦੇ, ਕੰਮ ਖਤਰੇ ਵਾਲੇ ਹੁੰਦੇ ਨੇ, ਪਰ ਬਹਾਦਰ ਬੰਦੇ ਕਰਦੇ ਰਹਿੰਦੇ ਆ। ਜੇ ਆਪਣੇ ਆਪਣੇ ਘਰ ਨੂੰ ਤੁਸੀਂ ਪਿੱਟਦੇ ਕਿ ਤੁਹਾਨੂੰ ਕੀ ਲੈਣਾ, ਚੁੱਪ ਕਰ ਜਾਓ, ਤਾਂ ਸ਼ਹੀਦ ਭਗਤ ਸਿੰਘ ਨੂੰ ਕੀ ਲੈਣਾ ਸੀ? ਦੇਸ਼ ਆਜ਼ਾਦ ਕਰਾ ਕੇ ਉਹਨਾਂ ਨੂੰ ਕੀ ਮਿਲਿਆ? ਉਹਨਾਂ ਨੂੰ ਕਿਹੜੀਆਂ ਜਾਇਦਾਦਾਂ ਗੌਰਮੈਂਟ ਨੇ ਉਹਦੇ ਨਾਂ ਕਰਾਤੀਆਂ? ਫਾਂਸੀ ਦਾ ਰੱਸਾ ਉਹਨਾਂ ਦੇ ਗਲ 'ਚ ਪਿਆ ਨਾ। ਹਰੇਕ ਬੰਦੇ ਦੀ ਆਪਣੀ ਆਪਣੀ ਹੌਬੀ ਹੁੰਦੀ ਹੈ, ਆਪਣੀ ਆਪਣੀ ਫਿਤਰਤ ਹੁੰਦੀ ਹੈ, ਆਪਣਾ ਆਪਣਾ ਦਿਮਾਗ ਹੁੰਦਾ, ਆਪਣੇ ਹਿਸਾਬ ਨਾਲ ਉਹਨਾਂ ਨੇ ਕੰਮ ਕਰਨਾ ਹੁੰਦਾ। ਤੇ ਜੇ ਕਿਸੇ ਨੂੰ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਤਾਂ ਉੱਥੇ ਡਾਂਸ ਚੱਲਦਾ ਹੋਊਗਾ B4U ਤੇ, ਮਿਊਜ਼ਿਕ ਲਾ ਲਓ, ਜਾਂ ਹੋਰ ਬਥੇਰੇ ਹੁਜਤਾਂ ਜਿਹੜੀਆਂ YouTube ਤੇ ਚੱਲਦੀਆਂ, ਉਹ ਜਾ ਕੇ ਦੇਖ ਲਓ। ਤੁਸੀਂ ਆਪਣਾ ਟਾਈਮ ਖਰਾਬ ਨਾ ਕਰੋ। ਤੁਹਾਡੇ ਵਾਸਤੇ ਇਹ ਮੇਰਾ ਲਾਈਵ ਨਹੀਂ, ਇਹ ਜਿਹੜਾ ਮੇਰਾ ਲਾਈਵ ਹੈ ਇਹ ਉਹਨਾਂ ਲੋਕਾਂ ਵਾਸਤੇ ਹੈ, ਤੇ ਉਹ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਲੋਕ ਸਮਝਣਾ ਚਾਹੁੰਦੇ, ਜਾਗਣਾ ਚਾਹੁੰਦੇ ਆ। ਮੈਨੂੰ ਪਤਾ ਹੈ ਕਿ SP ਓਬਰਾਏ ਵਰਗੇ ਬੰਦਿਆਂ ਨਾਲ ਬਹੁਤ ਸਾਰੇ ਲੋਕ ਜੁੜੇ ਹੁੰਦੇ ਆ ਜਿਨ੍ਹਾਂ ਨੂੰ ਬੁਰਕੀਆਂ ਵਿੱਚੋਂ ਮਿਲ ਜਾਂਦੀਆਂ। ਠੀਕ ਹੈ ਜੀ। ਤੇ ਅੱਜ ਦਾ ਲਾਈਵ ਜਿਹੜਾ ਆ ਉਹ ਜ਼ਿਆਦਾ ਗਿਣਤੀ 'ਚ ਨਹੀਂ ਲੋਕ ਦੇਖਣਗੇ, ਪਰ ਏਡੇ ਏਡੇ ਹਾਈ ਪ੍ਰੋਫਾਈਲ ਬੰਦੇ ਇਸ ਲਾਈਵ ਨੂੰ ਦੇਖਣਗੇ ਕਿ ਤੁਹਾਨੂੰ ਕਦੀ ਅੰਦਾਜ਼ਾ ਵੀ ਨਹੀਂ ਹੋ ਸਕਦਾ। ਹੋ ਸਕਦਾ ਉਹਨਾਂ ਆਈਡੀਆਂ ਦੇ ਨਾਮ ਕੋਈ ਹੋਰ ਹੋਣ, ਉਹ ਕਿਸੇ ਹੋਰ ਆਈਡੀ ਤੋਂ ਵਾਚ ਕਰਦੇ ਹੋਣ, ਤੁਹਾਨੂੰ ਕੁਝ ਹੋਰ ਦਿਖਦਾ ਹੋਵੇ, ਪਰ ਮੈਨੂੰ ਸਭ ਪਤਾ। ਤੇ ਮੈਂ ਕੁਆਂਟੀਟੀ ਜਾਂ ਭੀੜ ਇਕੱਠੀ ਨਹੀਂ ਕਰਨੀ ਚਾਹੁੰਦਾ। ਮੈਂ ਨਹੀਂ ਚਾਹੁੰਦਾ ਕਿ ਮੇਰੇ ਲਾਈਵ ਨੂੰ 5000 ਬੰਦਾ ਦੇਖੇ, ਮੈਂ ਨਹੀਂ ਚਾਹੁੰਦਾ ਕਿ ਮੇਰੇ ਲਾਈਵ ਨੂੰ 10,000 1,500 ਦੇਖੇ। ਮੈਂ ਇੱਥੇ ਕੁੱਤੇ ਖਾਣੀ ਸਪੈਸ਼ਲਿਸਟ ਵੀ ਹੈ ਨਹੀਂ, ਮੈਂ ਇੱਥੇ ਕੋਈ ਐਂਟਰਟੇਨਰ ਵੀ ਹੈ ਨਹੀਂ, ਮੈਂ ਕੋਈ ਇੱਥੇ ਮੂਸੇ ਪਿੰਡ 'ਚ ਉੱਠ ਕੇ ਗਾਉਣ ਨਹੀਂ ਲੱਗਿਆ ਕਿ ਮੈਂ ਹਥਿਆਰਾਂ ਦੀ ਪ੍ਰਮੋਸ਼ਨ ਕਰਨਾ ਵਾ। ਮੈਂ ਸਿਰਫ ਤੇ ਸਿਰਫ ਆਪਣੀ ਗੱਲ ਕਹਿ ਕੇ ਤੁਹਾਡੇ ਕੋਲੋਂ ਚਲੇ ਜਾਣਾ। ਕੁਛ ਇੱਕ ਕਾਗਜ਼ ਨੇ ਜਿਹੜੇ ਮੈਂ ਇੱਥੇ ਰੱਖਣਾ ਚਾਹੁੰਦਾ ਸੀ, ਪਰ ਇਹਦੇ ਵਿੱਚ ਨਾ ਮੇਰੇ ਕੋਲੇ ਇੱਕ ਆਪਸ਼ਨ ਨਹੀਂ ਆ ਰਹੀ ਕਿ ਮੈਂ ਇਹਨਾਂ ਨੂੰ ਕਿਵੇਂ ਇਹਦੇ ਵਿੱਚ ਐਡ ਕਰਾਂ, ਪਰ ਕੋਈ ਨਹੀਂ, ਮੈਂ ਵੈਸੇ ਦਿਖਾ ਦੇਣੇ ਆ। ਆਪਾਂ ਸ਼ੁਰੂ ਕਰੀਏ ਜੀ। ਮੇਰਾ ਖਿਆਲ ਹੈ ਕਿ ਕਾਫੀ ਸਾਡੇ ਨਾਲ ਵੀਰ ਜੁੜ ਗਏ ਹੁੰਦੇ ਹਨ ਜੀ। ਰਮਨੀਕ ਕੌਰ ਜੀ ਸਤਿ ਸ਼੍ਰੀ ਅਕਾਲ। ਮੈਂ ਕੁਛ ਇੱਕ ਵੀਰਾਂ ਦੇ ਨਾਮ ਪੜ੍ਹਦਾ। ਗੁਰਮੇਲ ਸਿੰਘ ਸਿੱਧੂ ਜੀ ਕੀ ਹਾਲ ਚਾਲ ਨੇ? ਹਰਵਿੰਦਰ ਸਿੰਘ ਜੀ ਗੰਡਿਆਲ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਮੇਰਾ ਵੀਰ ਗੁਰਮੀਤ ਸਿੰਘ ਨਰਮਾਨ ਮੇਰਾ ਕਲਾਸ ਫੈਲੋ, ਕੀ ਹਾਲ ਚਾਲ ਹੈ ਨਰਮਾਨ ਸਾਹਿਬ? ਠੀਕ ਠਾਕ ਹੋ? ਗੁਰਪ੍ਰੀਤ ਜੀ ਸਾਡੇ ਵੀਰ ਮੇਰੇ ਖਿਆਲ ਸਾਡੇ ਨਾਲ ਜੁੜਨਾ ਵੀ ਚਾਹੁੰਦੇ ਆ। ਇਹ ਕੀ ਚੱਕਰ ਹੈ? ਅੱਜ ਜੁੜਨ ਦੀ ਵੀ ਆਪਸ਼ਨ ਆ ਗਈ ਹੈ। ਮੈਂ ਬਰਾਜ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਜੁੜ ਸਕਦੇ ਹੋ, ਤੇ ਜੋ ਮੈਂ ਇਹ ਗੱਲਾਂ ਕਹਿਣੀਆਂ ਜੇ ਤੁਸੀਂ ਉਹਨਾਂ ਦੀ ਸਫਾਈ ਦੇਣੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਗੱਲਾਂ ਠੀਕ ਨਹੀਂ ਹੈਗੀਆਂ ਤਾਂ ਫਿਰ ਤੁਸੀਂ ਆ ਜਾਓ
मैं ऐड किया साडे वीरां ने। लो जी, जसवंत सिंह बराड़ आबू धाबी तो, क्या बात है, क्या बात है, की हाल चाल ने, ठीक ठाक हो आबू धाबी वाले? तुहानू तो ज़्यादा पता होना। गए हो किते ओबराय साहब के द ग्रैंड होटल दे विच? ग्रैंड होटल की कहानी तो शुरू करते हैं जी। ग्रैंड होटल सी जी, तुहानू पिछे मैं लैके जाना पैना, अज मैनू काफ़ी दूर है ना। तो जगतार सिंह जखमी जी की हाल चाल ने? चीमा हाबरी जी सत श्री अकाल जी, सत श्री अकाल। बराड़ साहब चढ़दी कला, चढ़दी कला, चढ़दी कला। तो बिंदर गिल जी सत श्री अकाल जी, सत श्री अकाल। दीप जी सत श्री अकाल जी, की हाल है? परमिंदर बैणीवाल की हाल चाल है बाई जी, ठीक ठाक हो, चढ़दी कला। गुरमेल सिंह सिद्धू जी सत श्री अकाल जी, सत श्री अकाल। तिमान साहब सत श्री अकाल जी। बबली चक, फतेह सिंह वाला जी देख रहे हैं जी, चढ़दी कला, चढ़दी कला। गुरजंट काना हेड़ी, क्या बात है, क्या बात है, चढ़दी कला। चक्को अपना व्यापार करते रहो, वेरी गुड, वेरी गुड। बर्लिन तो बहुत गर्मी है, रमनीक मैनू पता तो सारे यूरोप च ही गर्मी है, तो इदा लगता जिमें इत्थे ही दुबई बन गई होवे। एनीवे सब ठीक है। पहली बार किसी नामी चौधरी सियासतदान नूं खाना खुआउण लई लैके गए सी, ते उत्थे जसवंत सिंह बराड़ जी, हुण मैं नहीं बोलूँगा, तुसी कमेंटां च दसो कि जदों ग्रैंड होटल दे विच तुसी खाना देखो। सारे वीरां नूं मैं एक बेनती करूँगा, क्योंकि थोड़ी नॉलेज जिहड़ी हुंदी है ना जी, वो बहुत खतरनाक हुंदी है। इस करके तुसी उबराए जिहड़ी होटलां दी चेन है इंडिया दी, बहुत वड्डी कंपनी है, उहनूं SP उबराए दे होटल नाल कंपेयर ना करो। SP उबराए दे जिहड़े होटल सी, ਉਹ ਇਹਨਾਂ ਦਾ ਹੋਟਲ ਨਹੀਂ ਸੀ, ਇਹ ਕੰਮ ਕਰਨ ਵਾਸਤੇ ਇੰਡੀਆ ਤੋਂ ਗਏ ਸੀ। ਇਹ ਹੋਟਲ ਸੀਗੇ ਪਰਲ ਕੰਪਨੀ ਵਾਲੇ, ਜਿਹੜੇ ਭੰਗੂ ਸਾਹਿਬ ਕਾਫੀ ਦੇਰ ਤੋਂ ਜੇਲ੍ਹ 'ਚ ਬੈਠੇ ਨੇ। ਕਦੀ ਜੇਲ੍ਹ ਚਲੇ ਜਾਂਦੇ ਆ, ਕਦੀ ਹਸਪੀਟਲ ਚਲੇ ਜਾਂਦੇ ਆ, ਪਰ ਪਰਲ ਕੰਪਨੀ ਦੇ ਮਾਲਕ, ਜਿਨ੍ਹਾਂ ਦਾ ਬਹੁਤ ਦੇਰ ਅਖਬਾਰਾਂ ਦੇ ਵਿੱਚ ਹੈਡਿੰਗ ਚੱਲਿਆ, TV ਤੇ ਹੈਡਿੰਗ ਚੱਲਿਆ, ਜਿਹੜੇ ਕਬੱਡੀ ਦੇ ਬਹੁਤ ਵੱਡੇ ਵੱਡੇ ਮੇਲੇ ਅਕਾਲੀਆਂ ਦੇ ਟਾਈਮ ਸਪਾਂਸਰ ਕਰਦੇ ਸੀ, ਉਹ ਭੰਗੂ ਸਾਹਿਬ। ਉਹ ਭੰਗੂ ਸਾਹਿਬ ਜਿਨ੍ਹਾਂ ਦਾ ਪਟਿਆਲੇ ਤੋਂ ਚੰਡੀਗੜ੍ਹ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਬਨੂੜ ਦੇ ਨੇੜੇ ਗਿਆਨ ਸਾਗਰ ਨਾਮ ਦਾ ਬਹੁਤ ਵੱਡਾ ਹਸਪੀਟਲ ਸੀ, ਜਿਹੜਾ ਅੱਜ ਕੱਲ੍ਹ ਬੰਦ ਪਿਆ। ਉਹਨਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਸੰਸਥਾਵਾਂ ਚੱਲਦੀਆਂ ਸੀ। ਇੱਕ ਪਰਲ ਬਹੁਤ ਵੱਡੀ ਕਲੋਨੀ ਕੱਟੀ ਗਈ ਸੀ, ਇੱਕ ਨਹੀਂ, ਵੱਡੇ ਵੱਡੇ ਦੁਨੀਆ ਦੇ ਸ਼ਹਿਰਾਂ 'ਚ, ਬੰਗਲੌਰ, ਦਿੱਲੀ, ਨੋਇਡਾ, ਪੰਜਾਬ, ਮੋਹਾਲੀ, ਬਹੁਤ ਵੱਡੀਆਂ ਵੱਡੀਆਂ। ਤੇ ਉਹਦੇ ਵਿੱਚ ਉਹਨਾਂ ਤੇ ਘਪਲੇ ਦਾ ਦੋਸ਼ ਲੱਗਿਆ ਸੀ, 40,000 ਕਰੋੜ ਦਾ। ਬਹੁਤ ਸਾਰੀ ਪ੍ਰੋਪਰਟੀ ਉਹਨਾਂ ਨੇ ਬਾਹਰ ਵੀ ਬਣਾਈ ਸੀ। ਬਾਦਲਾਂ ਨਾਲ ਉਹਨਾਂ ਦੇ ਬਹੁਤ ਵਧੀਆ ਸੰਬੰਧ ਸੀਗੇ। ਤੇ ਇਹ ਕੇਸ ਜਦੋਂ ਚੱਲਿਆ ਸੀ, ਲੋਕਾਂ ਨੇ ਬਹੁਤ ਰੌਲਾ ਪਾਇਆ ਸੀ, ਤਾਂ CBI ਕੋਲ ਪਹੁੰਚ ਗਿਆ ਸੀ। ਠੀਕ ਹੈ ਜੀ। या जी दुबई ग्रैंड बिल्कुल ओबराए ठीक है जी। हाँ जी, तुसी समझ रहे हो। कई लोग यही समझी जाते हैं कि जिहड़ा ओबराए होटल है डाउन टाउन दे विच दुबई के उन्हां दी गल करदे, उहदी गल नहीं असीं करदे। दुबई ग्रैंड जिहड़ा सी वो भंगू साहब दा सी। उत्थे इन्हां नूं काम करन वास्ते SP ओबराए साहब नूं भेजे गए। ये ओबराए साहब जे तुहानूं किते भी लगे कि मेजर सिंह संधू ये गल गलत कह रहा तो प्लीज़ कृपा करके उहदा जवाब देना। मैनूं पता है कि तुसीं बाकी दीयां गल्लां दा जवाब नहीं देना, ਜਿਹੜੀਆਂ मैं पिछले एपीसोड 'ਚ ਪੁੱਛੀਆਂ ਸੀ ਉਹਨਾਂ ਦਾ ਵੀ ਦਿੱਤਾ ਨਹੀਂ ਹੈਗਾ, ਤੇ ਪਰ ਇਹਦਾ ਜ਼ਰੂਰ ਦੇ ਦੇਣਾ ਕਿ ਇਹ ਹੋਟਲ ਕਿਹਦਾ ਸੀ ਜਿਹੜਾ ਗ੍ਰੈਂਡ ਦੁਬਈ ਹੋਟਲ ਸੀ, ਤੇ ਇਹ ਫਿਰ ਤੁਸੀਂ ਕਿਵੇਂ ਹਥਿਆਇਆ। ਕਿਉਂਕਿ ਦੁਬਈ ਮਿੱਤਰੋ ਇੱਕ ਐਸਾ ਦੇਸ਼ ਹੈ ਜਿਹਦੇ ਵਿੱਚ ਤੁਸੀਂ ਪਰਮਾਨੈਂਟ ਕਦੀ ਵੀ ਨਹੀਂ ਹੋ ਸਕਦੇ, ਕਦੀ ਵੀ ਨਹੀਂ ਰਹਿ ਸਕਦੇ। ਤੇ ਇਹ ਉੱਥੇ ਵਪਾਰ ਕਰਨ ਵਾਸਤੇ ਛੋਟਾ ਵਪਾਰ ਹੋਵੇ ਵੱਡਾ ਵਪਾਰ ਹੋਵੇ, ਉੱਥੇ ਇੱਕ ਅਰਬੀ ਤੁਹਾਨੂੰ ਨਾਲ ਰੱਖਣਾ ਪੈਂਦਾ ਹੈ। ਤੇ ਉਹ ਅਰਬੀ ਦਾ ਜਦੋਂ ਵੀ ਉਹਦੀ ਪਾਰਟਨਰਸ਼ਿਪ ਹੁੰਦੀ ਹੈ ਉਹ ਸਾਰਿਆਂ ਤੋਂ ਜ਼ਿਆਦਾ ਹੁੰਦੀ ਹੈ, ਤੇ ਉਹਨੂੰ ਸਲੀਪਿੰਗ ਪਾਰਟਨਰ ਵੀ ਕਹਿ ਦਿੰਦੇ ਹੈ। ਇਹ ਦੁਬਈ ਦੀ ਜਾਂ ਅਰਬ ਦੀ ਰੀਤ ਹੁੰਦੀ ਹੈ, ਅਰਬ ਐਮੀਰੇਟ ਦੀ, UAE ਦੀ, ਕਿ ਉੱਥੋਂ ਦਾ ਇੱਕ ਵਸਿੰਦਾ ਸਲੀਪਿੰਗ ਪਾਰਟਨਰ ਬਣਾ ਕੇ ਉਹਨੂੰ ਬਰਾਬਰ ਦੀ ਇਨਕਮ ਸ਼ੇਅਰ ਕੀਤੀ ਜਾਂਦੀ ਹੈ। ਇਹ ਉਹਨਾਂ ਦੇ ਅਸੂਲ ਨੇ ਉਹਨਾਂ ਕੰਟਰੀਆਂ ਦੇ। ਤੁਸੀਂ ਹਰ ਸਾਲ ਜਾਂ ਹਰ 2 ਸਾਲ ਬਾਅਦ ਪਰਮਿਟ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਨੂੰ ਰੀਨਿਊ ਕਰਾਉਣੇ ਪੈਂਦੇ ਨੇ। ਤੇ ਜਦੋਂ ਕਿਸੇ ਵੀ ਚੀਜ਼ ਦੇ ਵਿੱਚ ਤੁਹਾਡਾ ਨਾਮ ਆ ਜੇ ਤੇ ਉਹਨੂੰ ਰਾਤੋਂ ਰਾਤ ਤੁਹਾਡਾ ਸਾਰਾ ਬਿਜ਼ਨਸ ਖਤਮ, ਸਾਰੇ ਪੈਸੇ ਖਤਮ, ਤੇ ਇਹ ਤੁਹਾਨੂੰ ਜੇਲ੍ਹ 'ਚ ਵੀ ਕਰ ਦਿੰਦੇ ਆ। ਜੇ ਕ੍ਰਾਈਮ ਛੋਟਾ ਹੋਵੇ ਤਾਂ ਤੁਹਾਨੂੰ ਵਾਪਸ ਡਿਪੋਰਟ ਵੀ ਕਰ ਦਿੰਦੇ ਆ, ਵੀਜ਼ੇ ਵੂਜ਼ੇ ਤੁਹਾਡੇ ਸਾਰੇ ਕੈਂਸਲ ਹੁੰਦੇ। ਜਿਹੜੇ ਮੇਰੇ ਵੀਰ ਇੱਥੇ ਜੁੜੇ ਹੋਏ ਨੇ
ਦੁਬਈ ਤੋਂ, ਓਮਾਨ ਤੋਂ, ਸ਼ਾਰਜਾ ਤੋਂ ਜਾਂ ਹੋਰ ਇਹਨਾਂ ਕੰਟਰੀਆਂ ਚੋਂ, ਆਬੂ ਧਾਬੀ ਤੋਂ, ਉਹ ਸਾਰੇ ਇਹ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਜਾਣਦੇ ਨੇ ਤੇ ਮੈਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ। ਦੁਬਈ ਜਿਹੜਾ ਗ੍ਰੈਂਡ ਹੋਟਲ ਸੀ ਉਹਦੇ ਵਿੱਚ ਭੰਗੂ ਸਾਹਿਬ ਦਾ ਸੀ। ਉਹਨਾਂ ਨੇ ਜਦੋਂ ਵਾਕਾ ਹੋਇਆ ਇੱਥੇ ਤੇ ਇਹਨਾਂ ਨੂੰ ਭੱਜਣ ਦੀ ਲੋੜ ਪਈ ਐਸਪੀ ਓਬਰਾਏ ਸਾਹਿਬ ਨੂੰ, ਤਾਂ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਤੇ ਮਦਦ ਦੇ ਵਿੱਚ ਇਹਨਾਂ ਨੂੰ ਦੁਬਈ ਦੇ ਵਿੱਚ ਪਰਮਿਟ ਦਵਾ ਕੇ ਇਹਨਾਂ ਨੂੰ ਉੱਥੇ ਕੱਢ ਦਿੱਤਾ ਕਿ ਤੂੰ ਹੋਟਲ ਦੀ ਸਾਂਭ ਸੰਭਾਲ ਕਰ। ਹੁਸ਼ਿਆਰ ਬੰਦਾ ਜਿਹੜਾ ਚਾਰੇ ਪਾਸੇ ਪੈਰ ਪਸਾ ਲੈਂਦਾ, ਉੱਥੇ ਭੇਜਿਆ। ਉੱਥੇ ਇਹਨਾਂ ਨੇ ਦੇਖਿਆ ਵੀ ਯਾਰ ਇਹ ਤਾਂ ਕੰਮ ਬਹੁਤ ਵਧੀਆ ਚੱਲਦਾ ਹੈ ਨਾ। ਸਪਾਂਸਰਸ਼ਿਪ ਫ੍ਰੀ ਦੇਣੀ ਪੈਂਦੀ ਹੈ, ਉਪਿੰਦਰ ਸ਼ੈਲੀ ਜੀ ਕਹਿ ਰਹੇ ਨੇ, ਤੇ ਪੈਂਦੀ ਪ੍ਰੋਫਿਟ ਨੇ। ਠੀਕ ਹੈ ਜੀ, ਸਪਾਂਸਰਸ਼ਿਪ ਫ੍ਰੀ ਦੇਣੀ ਪੈਂਦੀ। ਦੇਖੋ ਉਦੋਂ ਵੀ ਵੱਡੀ ਗੱਲ ਕਰ ਦਿੱਤੀ, ਕਿਉਂਕਿ ਦੁਬਈ ਵਾਲੇ ਬੰਦੇ ਇਹ ਜਾਣਦੇ ਜਿਹੜੇ ਇੰਨੇ ਸਾਲਾਂ ਤੋਂ ਉੱਥੇ ਕੰਮ ਕਰਦੇ ਆ। ਕੀ ਬਾਤ ਹੈ। ਫ੍ਰੀ 'ਚ ਦੇਣਾ ਪੈਂਦਾ ਸਾਰਾ ਕੁਝ। ਜਿਹੜੇ ਪਾਰਟਨਰ ਬਣਾਉਂਦੇ ਹੋ ਤੁਸੀਂ ਉੱਥੋਂ ਦੇ ਲੋਕ, ਉਹਨਾਂ ਨੂੰ ਬਿਜ਼ਨਸ ਤੁਸੀਂ ਕਰਦੇ ਹੋ, ਮਿਹਨਤ ਤੁਸੀਂ ਕਰਦੇ ਹੋ, ਪਰ ਉਹਨਾਂ ਨੂੰ ਘਰੇ ਬੈਠਿਆਂ ਨੂੰ ਪੈਸੇ ਪਹੁੰਚਾਉਣੇ ਪੈਂਦੇ ਆ ਕਿ ਭਾਈ ਆ ਚੱਕੋ। ਠੀਕ ਹੈ ਜੀ। ਤੇ ਉਹ ਹੋਟਲ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਗਿਆ ਐਜ਼ ਏ ਮੈਨੇਜਰ, ਐਜ਼ ਏ ਕਲਰਕ। ਉੱਥੇ ਜਾ ਕੇ ਫਿਰ ਇਹਨਾਂ ਦਾ ਕੰਮ ਇੱਥੇ ਪੰਜਾਬ 'ਚ ਉਸ ਵੇਲੇ ਭੰਗੂ ਸਾਹਿਬ ਦਾ ਬਹੁਤ ਸੀ। ਹੌਲੀ 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 ਹਰ ਸਾਲ ਜਦੋਂ ਪਰਮਿਟ ਹੁੰਦਾ ਸੀ, ਰਿਨਿਊ ਹੁੰਦਾ ਸੀ ਬਿਜ਼ਨਸ, ਤੇ ਉਹਦੇ ਵਿੱਚ ਇਹ ਐਂਟਰੀ ਮਾਰ ਗਏ ਤੇ ਭੰਗੂ ਸਾਹਿਬ ਨੂੰ ਐਲੀਮੀਨੇਟ ਕਰ ਦਿੱਤਾ ਗਿਆ। ਫਿਰ ਉਹ ਬਿਜ਼ਨਸ ਰਨ ਕੀਤਾ। ਉਹ ਬਿਜ਼ਨਸ ਰਨ ਕਰਦੇ ਕਰਦੇ ਇਹਨਾਂ ਦੇ ਕਈ ਬੰਦਿਆਂ ਨਾਲ ਕੰਟੈਕਟ ਹੋਏ, ਉਹਦੇ ਤੇ ਬਾਅਦ 'ਚ ਜਾਵਾਂਗੇ। ਪਰ ਉਸ ਹੋਟਲ ਦੇ ਵਿੱਚ ਜਿਹੜੇ ਬੰਦੇ ਜਾ ਕੇ ਆਏ ਨੇ, ਪਲੀਜ਼ ਕਮੈਂਟ ਕਰਕੇ ਦੱਸਣ। ਮੈਂ ਜਾ ਕੇ ਆਇਆ, ਤੁਹਾਡੇ 'ਚ ਹੋਰ ਬਹੁਤ ਸਾਰੇ ਜਿਹੜੇ ਦੁਬਈ ਗਏ ਨੇ ਉਸ ਹੋਟਲ 'ਚ ਜਾ ਕੇ ਆਏ ਹੋਣੇ। ਉਸ ਹੋਟਲ ਦੇ ਵਿੱਚ ਇੱਕ ਫਲੋਰ ਐਸਾ ਸੀ ਜਿੱਥੇ ਚਾਹੇ ਤੁਸੀਂ ਬੰਬੇ ਚਲੇ ਜਾਓ, ਚਾਹੇ ਤੁਸੀਂ ਦਿੱਲੀ ਚਲੇ ਜਾਓ, ਜਿੱਥੇ ਗੁੱਡੀਆਂ ਦੇ ਡਾਂਸ ਹੁੰਦੇ ਆ। ਇਹ ਜਿਹੜੀਆਂ ਚੀਜ਼ਾਂ ਡਾਂਸ ਵਾਲੀਆਂ ਚੀਜ਼ਾਂ ਇਹ ਕਿਉਂ ਐਡ ਕੀਤੀਆਂ ਗਈਆਂ ਸੀ? ਸਟਾਰਟਿੰਗ ਦੇ ਵਿੱਚ ਨਹੀਂ ਸੀਗੀਆਂ। ਇਹ ਐਡ ਉਸ ਕਰਕੇ ਕੀਤੀਆਂ ਗਈਆਂ ਸੀ ਕਿ ਇਹ ਸਾਰੀਆਂ ਚੀਜ਼ਾਂ ਕਿਸੇ ਨੂੰ ਐਂਟਰਟੇਨ ਕਰਦੀਆਂ ਸੀ। ਤੇ ਉਹਨਾਂ ਦੇ ਨਾਲ ਕੀ ਮਕਸਦ ਸੀ ਜਿਨ੍ਹਾਂ ਨੂੰ ਐਂਟਰਟੇਨ ਕੀਤਾ ਜਾਂਦਾ ਸੀ? ਐਂਟਰਟੇਨ ਕਰਨ ਵਾਸਤੇ ਹੁਣ ਐਸਪੀ ਓਬਰਾਏ ਸਾਹਿਬ, ਮੈਂ ਚਾਹੁੰਦਾ ਹਾਂ ਕਿ ਜਦੋਂ ਮਸਲਾ ਕੋਈ ਲੋਕਾਂ ਨਾਲ ਕਨੈਕਟਡ ਹੋਵੇ ਤਾਂ ਉਹਦੇ ਵਿੱਚ ਤੁਹਾਨੂੰ ਮੂਹਰੇ ਆਉਣਾ ਚਾਹੀਦਾ। ਤੁਸੀਂ ਨਹੀਂ ਆਉਂਦੇ, ਪਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਡਾਕੂਮੈਂਟ ਜ਼ਰੂਰ ਪੋਸਟ ਕਰੋ ਕਿ ਜਦੋਂ ਫਿਰ ਤੁਸੀਂ ਮਾਲਕ ਬਣ ਗਏ ਗ੍ਰੈਂਡ ਦੁਬਈ ਦੇ, ਤੇ ਉਹਦੇ ਵਿੱਚ ਤੁਸੀਂ ਦਰਜਣਾ IAS, ਮੈਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ, ਦਰਜਣਾ IAS ਇੰਡੀਆ ਦੇ, ਖਾਸ ਕਰਕੇ ਜਿਹੜੇ ਪੰਜਾਬ 'ਚ ਪੋਸਟਿੰਗ ਜਿਨ੍ਹਾਂ ਦੀ ਹੁੰਦੀ ਸੀ, ਦਰਜਣਾ IPS, IAS, IPS ਜੱਜਿਸ ਜਿਹੜੇ ਉਸ ਵੇਲੇ ਰਿਟਾਇਰ ਵੀ ਨਹੀਂ ਸੀ ਹੋਏ, ਜੱਜ, ਬਹੁਤ ਵੱਡੀ ਗੱਲ ਹੁੰਦੀ ਹੈ। ਉਹ ਸਾਰੇ ਓਬਰਾਏ ਸਾਹਿਬ ਦੁਆਰਾ ਸਪਾਂਸਰ ਕਰਕੇ ਐਸ਼ ਪ੍ਰਸਤੀ ਵਾਸਤੇ ਦੁਬਈ ਦੇ ਵਿੱਚ ਉਹਨਾਂ ਦੇ ਟ੍ਰਿਪ ਲਵਾਏ ਜਾਂਦੇ ਸੀ। ਐਸਪੀ ਓਬਰਾਏ ਸਾਹਿਬ, ਉਹਨਾਂ ਤੋਂ ਕੀ ਬੈਨੀਫਿਟ ਲਿਆ ਜਾਂਦਾ ਸੀ? ਇਹ ਤੁਸੀਂ ਲੋਕਾਂ ਦੇ ਨਸ਼ਰ ਕਰੋ, ਕਿਉਂਕਿ ਪਿਛਲੀਆਂ ਗੱਲਾਂ ਦੇ ਤੁਸੀਂ ਜਵਾਬ ਨਹੀਂ ਦਿੱਤੇ। ਪਿਛਲੀਆਂ ਗੱਲਾਂ ਦੇ ਜਵਾਬ ਨਹੀਂ ਦਿੱਤੇ, ਤੇ ਮੈਂ ਕਹਿੰਦਾ ਕਿ ਇਹਨਾਂ ਗੱਲਾਂ ਦੇ ਜ਼ਰੂਰ ਜਵਾਬ ਦੇਣਾ, ਕਿਉਂਕਿ ਇਹ ਓਡੀਆਂ ਵੱਡੀਆਂ ਨਹੀਂ, ਇਹ ਛੋਟੀਆਂ ਨੇ। ਤੁਸੀਂ ਦੱਸੋ ਕਿ ਕਿਹੜੇ IAS ਆਫੀਸਰ, ਕਿਹੜੇ IPS ਆਫੀਸਰ ਤੇ ਕਿਹੜੇ ਜੱਜਿਸ ਨੂੰ ਤੁਸੀਂ ਫ੍ਰੀ ਦੇ ਵਿੱਚ ਐਸ਼ ਪ੍ਰਸਤੀ ਦੇ ਟ੍ਰਿਪ ਉਹਨਾਂ ਦੀ ਨੌਕਰੀ ਦੌਰਾਨ ਕਰਾਏ ਨੇ, ਤੇ ਉਹ ਕਿਸ ਕਿਸਮ ਦੀ ਐਸ਼ ਦੁਬਈ ਦੇ ਵਿੱਚ ਕਰਕੇ ਗਏ ਨੇ। ਇੱਥੋਂ ਤੱਕ ਹੀ ਗੱਲ ਖਤਮ ਨਹੀਂ ਹੁੰਦੀ। ਤੁਸੀਂ ਇੱਕ ਸੀਕ੍ਰੇਟ ਟ੍ਰਿਪ ਉਹਨਾਂ IAS ਤੇ IPS ਆਫੀਸਰਾਂ ਦੀਆਂ ਜਨਾਨੀਆਂ ਦਾ ਬੰਦਿਆਂ ਤੋਂ ਬਿਨਾਂ ਵੀ ਕੀਤਾ। ਉਹ ਜਿਹੜਾ ਟ੍ਰਿਪ ਕੀਤਾ ਉਹਦੇ ਵਿੱਚ ਉਹ ਵੱਡੇ ਅਫਸਰਾਂ ਦੀਆਂ ਜਨਾਨੀਆਂ ਇਕੱਠੀਆਂ ਹੋ ਕੇ, ਜਿਵੇਂ ਹੋਟਲਾਂ 'ਚ ਕਿੱਟੀਆਂ ਪਾਰਟੀਆਂ ਹੁੰਦੀਆਂ, ਆਪਣੀ ਐਂਟਰਟੇਨਮੈਂਟ ਕਰਦੀਆਂ, ਉਹਨਾਂ ਨੂੰ ਪੂਰਾ ਜਿਹੜਾ ਵੀ ਉਹਨਾਂ ਦੀ ਦਿਲੀ ਖੁਆਇਸ਼ ਸੀ ਉਹ ਸਾਰੀਆਂ ਇੱਛਾਵਾਂ ਉਹਨਾਂ ਦੀਆਂ ਦੁਬਈ ਦੇ ਵਿੱਚ, ਹੁਣ ਮੈਂ ਨਹੀਂ ਦੱਸ ਸਕਦਾ ਕਿ ਕੀ ਇੱਛਾਵਾਂ ਉਹਨਾਂ ਦੀਆਂ ਪੂਰੀਆਂ ਕੀਤੀਆਂ ਦੁਬਈ ਦੇ ਵਿੱਚ, ਤੁਸੀਂ ਪੂਰੀਆਂ ਕੀਤੀਆਂ। ਤੇ ਉਹ ਕਿਹੜੇ ਸੰਨ 'ਚ ਤੇ ਕਿਹੜੇ ਬੰਦਿਆਂ ਦੀਆਂ ਜਨਾਨੀਆਂ ਸੀ? ਹੋ ਸਕਦਾ ਹੈ ਜੇ ਮੈਂ ਨਾਮ ਲਵਾਂ ਤਾਂ ਕਈ ਬੰਦੇ ਆਪਣੀਆਂ ਜਨਾਨੀਆਂ ਨੂੰ, ਜਿਹੜੇ ਰਿਟਾਇਰ ਹੋ ਗਏ ਹੁਣ, ਭਾਵੇਂ ਉਹ ਜੱਜਿਸ ਨੇ, ਭਾਵੇਂ IPS ਤੇ ਭਾਵੇਂ IAS ਆਫੀਸਰ ਨੇ,
ਉਹ ਆਪਣੀਆਂ ਜਨਾਨੀਆਂ ਨੂੰ ਹੁਣ ਪੁੱਛਣਗੇ ਕਿ ਤੁਸੀਂ ਦੁਬਈ ਜਾ ਕੇ ਜਦੋਂ ਕੱਲੀਆਂ ਗਈਆਂ ਸੀ ਜਨਾਨੀਆਂ ਕੀ ਕਰਕੇ ਆਈਆਂ ਸੀ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ। ਇੱਕ ਬੜੇ ਸਮੇਂ ਦੀ ਗੱਲ ਹੋ ਗਈ ਕਿ 21 ਸੈਕਟਰ ਦੇ ਵਿੱਚ ਇੱਕ ਬਹੁਤ ਵੱਡਾ ਸ਼ੋਰੂਮ ਸੀ ਇੱਕ ਨਾਮੀ ਅਖਬਾਰ ਦੇ ਨਾਲ, ਤੇ ਜਿੱਥੇ ਹੁਣ ਵੀ ਠੇਕਾ ਚੱਲਦਾ। ਉਹ ਸ਼ੋਰੂਮ ਤੇ ਤੁਸੀਂ ਆਪਣੇ ਭਾਈ ਦੇ ਨਾਲ ਲੱਗ ਕੇ ਚੰਡੀਗੜ੍ਹ ਦੇ ਵਿੱਚ ਕਬਜ਼ਾ ਕੀਤਾ ਸੀ। ਉਹ ਕਿੰਨੇ ਕਰੋੜ ਦਾ ਸੀ, ਕਿਸ ਤਰੀਕੇ ਦੇ ਨਾਲ ਕੀਤਾ ਸੀ, ਰੌਲੇ ਵਾਲਾ ਸੀ। ਪਰ ਦਬਦਬਾ ਜਿਹੜਾ IAS ਤੇ IPS ਦੇ ਬੰਦਿਆਂ ਨਾਲ ਕਨੈਕਸ਼ਨ ਹੋਣ ਕਰਕੇ ਤੁਸੀਂ ਉਹ ਹਥਿਆ ਲਿਆ ਸੀ। ਜਿਹੜੇ 21 ਸੈਕਟਰ ਚੰਡੀਗੜ੍ਹ ਦੇ ਵਿੱਚ ਲੋਕ ਰਹਿੰਦੇ ਆ, ਹੁਣ ਵੀ ਰਹਿੰਦੇ ਹੋਣਗੇ, ਵੱਡੇ ਅਖਬਾਰ ਦੇ, ਮੈਂ ਨਾਮ ਉਹਨਾਂ ਦਾ ਤਾਂ ਨਹੀਂ ਲੈਂਦਾ ਕਿ ਲੋਕ ਅਖਬਾਰਾਂ ਵਾਲਿਆਂ ਨੂੰ ਫੋਨ ਕਰਕੇ ਪੁੱਛਣ ਲੱਗ ਜਾਣਗੇ। ਤੇ ਉੱਥੇ ਇੱਕ ਬਹੁਤ ਮਸ਼ਹੂਰ ਠੇਕਾ ਵੀ ਹੈ 21 ਸੈਕਟਰ ਦੇ ਵਿੱਚ, ਉਹਦੇ ਨਾਲ ਸ਼ੋਅਰੂਮ ਤੇ ਇੱਕ ਬਹੁਤ ਵੱਡਾ ਕਬਜ਼ਾ ਹੋਇਆ ਸੀ, ਬੜਾ ਝਗੜਾ ਹੋਇਆ ਸੀ ਉੱਥੇ। ਤੇ ਉਹ ਪੇਪਰਾਂ 'ਚ ਵੀ ਖਬਰ ਆਈ ਸੀ, ਮੈਂ ਤੁਹਾਡੇ ਤੇ ਛੱਡ ਦਿੰਦਾ ਕਿ ਉਹ ਕਿੰਨੇ ਕਰੋੜ ਦਾ ਘਪਲਾ ਸੀ ਤੇ ਫਿਰ ਲੈ ਕੇ ਉਹਦਾ ਕਬਜ਼ਾ, ਤੇ ਉਹ ਪੈਸਾ ਕਿੱਥੇ ਗਿਆ। ਈਡੀ ਦਾ ਇੱਕ ਤੁਹਾਡੇ ਤੇ ਕੇਸ ਹੋਇਆ ਸੀ, ਉਹ ਕੇਸ ਕਿੱਥੇ ਕੁ ਪਹੁੰਚਿਆ, ਤੇ ਉਹਨੂੰ ਦਬਾਉਣ ਵਾਸਤੇ ਤੁਸੀਂ ਕਿੱਡੇ ਕਿੱਡੇ ਬੰਦੇ ਪੋਲੀਟੀਕਲ ਵਿੱਚ ਸ਼ਾਮਲ ਕੀਤੇ ਤੇ ਕੀ ਪ੍ਰੈਸ਼ਰ ਪਾਇਆ। ਤੇ ਜਿਸ ਬੰਦੇ ਨੇ ਤੁਹਾਡੇ ਤੇ ਕੇਸ ਕੀਤਾ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਦਾ, ਤਾਂ ਜੱਜ ਨੇ ਉਹਨਾਂ ਨੂੰ ਹਦਾਇਤ ਕੀਤੀ ਸੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਪ੍ਰੋਫਾਈਲ ਦਾ ਇਹ ਕੇਸ ਹੈ, ਤੁਸੀਂ ਘੋਖ ਕਰੋ ਕਿ ਬੰਦਾ ਇਹ ਮਨੀ ਲਾਂਡਰਿੰਗ ਕਰਦਾ। ਉਹ ਕੇਸ ਤੁਹਾਡੇ ਤੇ ਹੋਇਆ। ਜਿਹੜਾ ਕੇਸ ਕਰਨ ਵਾਲਾ ਸੀ ਬੰਦਾ, ਉਹ ਵੀ ਤੁਹਾਡਾ ਪੁਰਾਣਾ ਪਾਰਟਨਰ ਸੀ, ਉਹਦੇ ਨਾਲ ਤੁਹਾਡਾ ਕਾਫੀ ਸੀਕ੍ਰੇਟ ਤੁਹਾਡੇ ਸ਼ੇਅਰ ਸੀ। ਉਸ ਬੰਦੇ ਨੇ ਨਸ਼ਰ ਕੀਤੇ ਕਿ ਤੁਹਾਡੇ ਜਿਹੜੇ ਬੈਂਕ ਅਕਾਊਂਟ ਨੇ ਉਹ 150 ਤੋਂ ਉੱਤੇ ਜਾਲੀ ਨੇ, ਜਿਨ੍ਹਾਂ ਦੇ ਵਿੱਚ ਪੈਸਾ ਆਉਂਦਾ ਤੇ ਜਾਂਦਾ, ਜਿਨ੍ਹਾਂ ਨੂੰ ਤੁਸੀਂ ਮਨੀ ਲਾਂਡਰਿੰਗ ਲਈ ਯੂਜ਼ ਕਰਦੇ ਹੋ। ਤੇ ਉਹ ਕੇਸ ਇੰਨਾ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਜਾਂ ਖਤਮ ਕਰ ਦਿੱਤਾ ਗਿਆ ਕਿ ਉਹਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਠੀਕ ਹੈ ਜੀ। ਫਿਰ ਉਦੋਂ ਬਾਅਦ ਇੱਕ ਬਹੁਤ ਹੀ ਨਾਮੀ ਤੇ ਨਿਧੜਕ ਪੱਤਰਕਾਰ ਜਿਹੜੇ ਉਸ ਵੇਲੇ ਹਿੰਦੁਸਤਾਨ ਟਾਈਮਸ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਨੇ ਹਿੰਦੁਸਤਾਨ ਟਾਈਮਸ ਦੇ ਫਰੰਟ ਪੇਜ ਤੇ 4 ਕਾਲਮਾਂ, ਹਿੰਦੁਸਤਾਨ ਟਾਈਮਸ ਤੇ ਇੱਕ ਛੋਟੀ ਜੀ ਖਬਰ ਦੇਣੀ ਹੋਵੇ ਨਾ ਜੀ, ਉਹਦੇ ਤੇ ਬਹੁਤ ਐਫਰਟ ਲੱਗਦੀ ਹੈ, ਉਹ ਖਬਰ ਬਹੁਤ ਇੰਪੋਰਟੈਂਟ ਹੋਣੀ ਹੈ। ਤੇ HT ਯਾਨੀ ਕਿ ਹਿੰਦੁਸਤਾਨ ਟਾਈਮਸ ਇੰਨੀ ਛੇਤੀ ਖਬਰ ਨਹੀਂ ਦਿੰਦਾ। 2010 ਦੇ ਵਿੱਚ ਜਾਂ 12 ਦੇ ਵਿੱਚ ਉਹਦੀ ਕਟਿੰਗ ਮੇਰੇ ਕੋਲੋਂ ਗੁੰਮ ਹੋ ਗਈ ਹੈ, ਮੈਂ ਛੇਤੀ ਲੱਭ ਕੇ ਇਸੇ ਲਾਈਵ ਦੇ ਵਿੱਚ ਕਮੈਂਟਾਂ ਦੇ ਵਿੱਚ ਮੈਂ ਪਾ ਦੂੰਗਾ। ਠੀਕ ਹੈ। ਉਹ ਜਿਹੜੀ ਹਿੰਦੁਸਤਾਨ ਟਾਈਮ ਦੇ ਵਿੱਚ ਖਬਰ ਆਈ ਸੀ, ਉਹਦੇ ਵਿੱਚ ਤੁਹਾਡੇ ਤੇ ਬਹੁਤ ਵੱਡੇ ਖੁਲਾਸੇ ਕੀਤੇ ਗਏ ਸੀ। ਤੁਹਾਡੇ ਜਿਹੜੇ ਅਕਾਊਂਟ ਸੀ, ਅੱਜ ਵੀ ਉਹ ਪੱਤਰਕਾਰ ਜਿਉਂਦਾ, ਉਹਦੇ ਗੋਲੀ ਨਹੀਂ ਵੱਜੀ, ਤੇ ਉਹਨੇ ਕੱਲੀ ਚੀਜ਼, ਇੰਨਾ ਖੋਜੀ ਪੱਤਰਕਾਰ ਮੈਂ ਬਹੁਤ ਘੱਟ ਦੇਖਿਆ ਪੰਜਾਬ ਦੇ ਵਿੱਚ, ਤੇ ਅੱਜ ਵੀ ਉਹ ਹੈ। ਉਹਨਾਂ ਨੇ ਫਿਰ ਉਹ ਅਦਾਰਾ ਚੇਂਜ ਕੀਤਾ, ਫਿਰ ਕਿਸੇ ਹੋਰ ਅਦਾਰੇ 'ਚ ਗਏ, ਫਿਰ ਸਾਰੇ ਨਾਮੀ ਅਦਾਰਿਆਂ 'ਚ ਕੰਮ ਕੀਤਾ, ਤੇ ਅੱਜ ਕੱਲ ਉਹ ਆਪਣਾ ਅਦਾਰਾ ਖੁਦ ਚਲਾਉਂਦੇ ਨੇ ਤੇ ਹਜੇ ਮੌਜੂਦ ਨੇ। ਮੈਂ ਨਾਮ ਇਸ ਕਰਕੇ ਨਹੀਂ ਲੈਂਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਕੋਈ ਵੀ ਬੰਦਾ ਜਾ ਕੇ, ਕੋਈ ਅਫਸਰ ਜਾਂ ਕੋਈ ਜੱਜ ਜਾਂ ਕੋਈ ਰਿਟਾਇਰਡ ਜੱਜ ਜਾਂ ਫਿਰ ਕੋਈ IPS ਆਫੀਸਰ ਜਾ ਕੇ ਉਹਦੇ ਕੋਲੇ ਰੋਬ ਮਾਰੇ ਕਿ ਤੁਸੀਂ ਇਹ ਕੰਮ ਜਿਹੜਾ ਕੀਤਾ ਇਹ ਗਲਤ ਕੀਤਾ। ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਹਿੰਦੁਸਤਾਨ ਟਾਈਮਸ ਦੇ ਪੇਪਰ ਦੇ ਵਿੱਚ ਫਰੰਟ ਲਾਈਨ ਤੇ 4 ਕਾਲਮਾਂ ਦੇ ਵਿੱਚ ਤੁਹਾਡੇ ਬਾਰੇ 'ਚ ਐਕਸਪਲੇਨ ਕੀਤੀਆਂ ਸੀ। ਤੁਸੀਂ ਉਹਨਾਂ ਦਾ ਵੀ ਜਵਾਬ ਨਹੀਂ ਦਿੱਤਾ ਸੀ। ਤੁਹਾਡੀ ਸਾਰੀ ਪਰਦੇ ਜਿਹੜੇ ਉਸ ਵੇਲੇ ਫਾਸ਼ ਕੀਤੇ ਸੀ। ਇਸ ਕਰਕੇ ਤੁਸੀਂ ਫਿਰ IPS IAS ਤੇ ਬਹੁਤ ਵੱਡੇ ਪੋਲੀਟੀਕਲ ਲੀਡਰ ਤੇ ਜੱਜਿਸ ਦੁਬਈ ਦੇ ਵਿੱਚ ਆਪਣੇ ਟ੍ਰਿਪ ਬਣਾ ਕੇ ਉਹਨਾਂ ਨੂੰ ਫ੍ਰੀ ਆਫ ਚਾਰਜ 1 ਰੁਪਈਆ ਵੀ ਤੁਸੀਂ ਉਹਨਾਂ ਦੇ ਘਰ ਤੁਰਨ ਤੋਂ ਟੈਕਸੀ ਤੱਕ ਦਾ ਕਿਰਾਇਆ, ਉਹਨਾਂ ਦੀ ਫ੍ਰੀ ਐਸ਼ਪ੍ਰਸਤੀ, ਈਵਨ ਕਿ ਉਹਨਾਂ ਦੀ ਸਫਾਰੀ, ਜਿਹੜੀ ਸਫਾਰੀਆਂ ਦੁਬਈ ਦੇ ਵਿੱਚ ਰੇਤੇ ਦੇ ਉੱਤੇ ਭੱਜਦੀਆਂ, ਉਹਦਾ ਵੀ 1 ਪੈਨੀ ਤੁਸੀਂ ਕਿਸੇ ਨੂੰ ਦੇਣ ਨਹੀਂ ਦਿੱਤਾ। ਮੈਨੂੰ ਇਹ ਨਹੀਂ ਸਮਝ ਆਈ ਕਿ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਜਾਂ ਜਿਹੜੇ ਸਰਕਾਰੀ ਅਫਸਰ ਹੁੰਦੇ ਨੇ, ਉਹਨਾਂ ਨੂੰ ਬਾਹਰਲੇ ਕੰਟਰੀ ਦੇ ਵਿੱਚ ਟ੍ਰਿਪ ਤੇ ਜਾਣ ਤੋਂ ਪਹਿਲਾਂ ਇੱਕ ਫਾਰਮ ਭਰਨਾ ਪੈਂਦਾ।
ਉਹ ਫਾਰਮ ਦੇ ਵਿੱਚ ਪੂਰੇ ਡਿਟੇਲ ਦੇਣੇ ਪੈਂਦੇ ਆ ਕਿ ਤੁਸੀਂ ਪੈਸਾ ਕਿੱਥੋਂ ਖਰਚ ਕਰ ਰਹੇ ਹੋ, ਕੌਣ ਤੁਹਾਨੂੰ ਸਪਾਂਸਰ ਕਰ ਰਿਹਾ, ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕੀ ਲਿਖਿਆ ਹੋਊਗਾ। ਅੱਛਾ, ਦਰਜਣਾ ਹੀ ਬੰਦੇ, ਦਰਜਣਾ, ਮੈਂ ਇੱਕ ਅੱਧੇ ਬੰਦੇ ਦੀ ਨਹੀਂ ਗੱਲ ਕਰ ਰਿਹਾ, ਦਰਜਣਾ ਹੀ ਉਸ ਵੇਲੇ ਕਰੀਮ, ਜਿਹੜੀ ਆਫਿਸਰ ਸ਼ਾਹੀ ਦੀ ਕਰੀਮ ਹੁੰਦੀ ਸੀ, ਉਹਦੇ ਵਿੱਚ ਦਰਜਣਾ ਹੀ ਬੰਦੇ ਤੁਸੀਂ ਟ੍ਰਿਪ ਬਣਾ ਕੇ ਉੱਥੇ ਲਿਆਂਦੇ ਤੇ ਉੱਥੇ ਉਹਨਾਂ ਨੂੰ ਆਪਣੇ ਬੈਨੀਫਿਟ ਲਈ ਟਰੀਟ ਕੀਤਾ, ਜਿਸ ਤਰੀਕੇ ਦੇ ਨਾਲ ਵੀ ਉਹ ਚਾਹੁੰਦੇ ਸੀ। ਹੁਣ ਸਾਰੇ ਤਰੀਕੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਦੱਸ ਸਕਦਾ, ਪਰ ਤੁਹਾਨੂੰ ਪਤਾ ਹੈ। ਕਈ ਵਾਰੀ ਬੰਦੇ ਨੂੰ ਪਤਾ ਹੁੰਦਾ ਕਿ ਇਹ ਬੰਦਾ ਸੱਚ ਬੋਲ ਰਿਹਾ ਯਾਰ, ਤੇ ਸਾਡੀ ਜ਼ਮੀਰ ਅਲਾਓ ਨਹੀਂ ਕਰਦੀ ਯਾਰ, ਮੈਂ ਕਿੰਨੇ ਕੁ ਰਾਜ ਆਪਣੇ ਮਨ ਦੇ ਵਿੱਚ, ਆਪਣੇ ਆਤਮਾ ਦੇ ਵਿੱਚ ਦਫਨਾ ਕੇ ਇਸ ਦੁਨੀਆ ਤੋਂ ਜਾਊਂਗਾ, ਤੇ ਉਹ ਸ਼ਾਂਤੀ ਬੰਦੇ ਦੀ ਭੰਗ ਕਰਦੇ ਆ। ਮੈਨੂੰ ਪਤਾ ਨਹੀਂ ਹੈ ਕਿ ਕੁਝ ਬੰਦਿਆਂ ਦੀ ਆਤਮਾ ਉਹਨਾਂ ਨੂੰ ਅਲਾਓ ਕਿਵੇਂ ਕਰ ਦਿੰਦੀ ਹੈ ਕਿ ਸਾਰਾ ਕੁਝ ਅੰਦਰ ਲੈ ਕੇ, ਏਡੇ ਵੱਡੇ ਵੱਡੇ ਘਪਲੇ ਅੰਦਰ ਲੈ ਕੇ, ਨਾਲਦਿਆਂ ਨੂੰ ਵੀ ਨਾ ਦੱਸ ਕੇ, ਤੇ ਉਹ ਇਸ ਦੁਨੀਆ ਦੇ ਵਿੱਚ ਇਦਾਂ ਹੀ ਅਲਵਿਦਾ ਹੋ ਜਾਂਦੇ, ਉਹਨਾਂ ਦੇ ਰਾਜ਼ ਪਤਾ ਹੀ ਨਹੀਂ ਲੱਗਦੇ। ਮੈਂ ਚਾਹੁੰਦਾ ਕਿ ਤੁਸੀਂ ਬਹੁਤ ਤਰ੍ਹਾਂ ਦੀਆਂ ਚੈਰਿਟੀਆਂ ਵੀ ਚਲਾਉਂਦੇ ਹੋ, ਤੁਸੀਂ ਬਹੁਤ ਤਰ੍ਹਾਂ ਦੇ ਪੁੰਨ ਦੇ ਤੇ ਭਲਾਈ ਦੇ ਕੰਮ ਵੀ ਕਰਦੇ ਹੋ। ਉਹ ਸਾਰੀਆਂ ਚੀਜ਼ਾਂ ਤੁਹਾਡੇ ਤੋਂ ਇਹ ਉਮੀਦ ਹੈ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਚੀਜ਼ਾਂ ਦਾ ਜਵਾਬ ਤੁਹਾਨੂੰ ਦੇਣਾ ਬਣਦਾ ਸੀ, ਪਰ ਨਹੀਂ ਦਿੱਤਾ ਹੈਗਾ। ਮੈਂ ਇਹਦੇ ਬਾਰੇ 'ਚ ਜ਼ਿਆਦਾ ਨਹੀਂ ਕਰਦਾ। ਫਿਰ ਮੈਂ ਤੁਹਾਨੂੰ ਦੱਸਦਾ ਕਿ ਇੱਕ ਹੁਣ ਜਿਹੜਾ ਵੰਦੇ ਭਾਰਤ ਦਾ ਜਿਹੜਾ ਜਹਾਜ਼ ਸੀ, ਭਾਰਤ ਦੇ ਜਿਹੜੇ ਬੰਦੇ ਫਸੇ ਹੋਏ ਸੀ ਬਾਹਰਲੇ ਦੇਸ਼ਾਂ ਦੇ ਵਿੱਚ, ਉੱਥੇ ਇੱਕ ਮਿਸ਼ਨ ਚਲਾਇਆ। ਜਦੋਂ ਮਿਸ਼ਨ ਚਲਾਇਆ ਗਿਆ ਤਾਂ ਉਸ ਮਿਸ਼ਨ ਦੇ ਵਿੱਚ ਜਹਾਜ਼ ਅਰੇਂਜ ਕੀਤੇ ਗਏ ਬਾਹਰਲੇ ਬੰਦਿਆਂ ਨੂੰ ਲਿਆਉਣ ਵਾਸਤੇ, ਤੇ ਇੱਕ ਜਹਾਜ਼ ਦੁਬਈ ਤੋਂ ਵੀ ਆਇਆ। ਉਸ ਜਹਾਜ਼ ਦੇ ਮੈਂ ਤੁਹਾਨੂੰ ਡਿਲੇ ਦੱਸਦਾ। ਹਾਂਜੀ, ਇੱਕ ਫਲਾਈਟ ਇੰਡੀਆ ਨੇ ਚਲਾਈ ਦੁਬਈ ਤੋਂ, ਤਾਂ ਉਹਦੇ ਵਿੱਚ SP ਉਬਰਾਏ ਸਾਹਿਬ ਕਲੇਮ ਕਰਦੇ ਨੇ, ਫੋਟੋਆਂ ਵੀ ਨਸ਼ਰ ਹੋਈਆਂ। ਹੁਣ ਮੈਨੂੰ ਪਤਾ ਨਹੀਂ ਕਿ ਫੋਟੋਆਂ ਜਿਹੜੇ ਪੱਤਰਕਾਰ ਨੇ ਉਹ ਬਿਨਾਂ ਗੱਲ ਤੋਂ ਕਿਵੇਂ ਨਸ਼ਰ ਕਰਦੇ ਆ, ਜਾਂ ਫਿਰ ਸਰਬੱਤ ਦੇ ਭਲਾ ਦੇ ਵਿੱਚ ਜਿਹੜੇ 50% ਤੋਂ ਉੱਤੇ ਬੰਦੇ ਸ਼ਾਮਲ ਨੇ, ਇਹਦੇ ਮੈਂਬਰ ਨੇ, ਤਾਂ ਉਹ ਸਾਰੇ ਬੰਦੇ ਮੈਨੂੰ ਲੱਗਦਾ ਹੈ ਕਿ ਉਹ ਸਿਰਫ ਐਡਵਰਟਾਈਜ਼ਮੈਂਟ ਕਰਕੇ ਸਰਬੱਤ ਦੇ ਭਲਾ ਦੇ ਵਿੱਚ ਸ਼ਾਮਲ ਕੀਤੇ ਹੋਏ ਨੇ। ਤੇ ਉਹ ਸਾਰੀਆਂ ਚੀਜ਼ਾਂ ਜਾਣਬੁੱਝ ਕੇ ਸ਼ਾਇਦ ਕੀਤੀਆਂ ਗਈਆਂ ਨੇ ਕਿ ਕੰਮ ਚਾਹੇ ਛੋਟਾ ਹੀ ਹੋਵੇ ਪਰ ਉਹਦੀ ਐਡਵਰਟਾਈਜ਼ ਹੋਵੇ ਸਾਰੇ ਪੇਪਰਾਂ ਦੇ ਵਿੱਚ। ਬਹੁਤ ਸਾਰੇ ਜਿਹੜੇ ਮੀਡੀਆ ਦੇ ਪਰਸਨ ਨੇ ਸਰਬੱਤ ਭਲੇ ਦੇ ਵਿੱਚ, ਕੋਈ ਮਾੜੀ ਗੱਲ ਨਹੀਂ, ਪਰ ਬਿਨਾਂ ਗੱਲ ਤੋਂ ਘੋਖ ਕੀਤੇ ਉਹ ਸਾਰੀਆਂ ਚੀਜ਼ਾਂ ਇਦਾਂ ਨਹੀਂ ਐਡਵਰਟਾਈਜ਼ ਕਰਨੀਆਂ ਚਾਹੀਦੀਆਂ ਜਿੱਦਾਂ ਹੋਈਆਂ ਨੇ। ਉਸ ਜਹਾਜ਼ ਦੇ ਵਿੱਚ 200 ਤੋਂ ਘੱਟ ਬੰਦੇ ਸੀ, 150 ਤੋਂ ਉੱਤੇ ਸੀ, ਤੇ ਬਹੁਤ ਸਾਰੇ ਬੰਦੇ ਹੁਣ ਵੀ ਕਪੂਰਥਲੇ, ਉਹ ਜਿਹੜੀ ਦੁਬਈ ਤੋਂ ਫਲਾਈਟ ਆਈ ਸੀ, ਜਿਹੜੀ SP ਉਬਰਾਏ ਸਾਹਿਬ ਨੇ ਕਲੇਮ ਕੀਤਾ ਕਿ ਮੈਂ ਆਪਣੇ ਖਰਚੇ ਦੇ ਉੱਤੇ ਉੱਥੋਂ ਲੈ ਕੇ ਆਇਆ। ਉਹਦਾ ਮੈਂ ਤੁਹਾਨੂੰ ਇਨ ਬਿਨ ਰਾਣਾ ਸੋਢੀ ਸਾਹਿਬ ਦਾ ਲੈਟਰ ਜਿਹੜਾ ਗਵਰਨਮੈਂਟ ਵੱਲੋਂ ਇਸ਼ੂ ਹੋਇਆ, ਜਿਹੜੇ ਕਿ ਮੌਜੂਦਾ ਮਿਨਿਸਟਰ ਨੇ, ਤੇ ਉਹਨਾਂ ਨੇ ਲਿਖਿਆ ਮਿਸਟਰ ਵਿਪਲ ਨੂੰ, ਹਿਜ਼ ਐਕਸੀਲੈਂਸੀ ਮਿਸਟਰ ਵਿਪਲ। ਇਹ ਜੂਨ 16 2020 ਦਾ ਆਫੀਸ਼ੀਅਲ ਲੈਟਰ ਹੈ, ਤੇ ਸਪੋਰਟਸ ਯੂਥ ਸਰਵਿਸਿਜ਼ NRI ਅਫੇਅਰਸ ਮਿਨਿਸਟਰ ਗਵਰਨਮੈਂਟ ਆਫ ਪੰਜਾਬ ਦਾ 16 ਤਰੀਕ ਦਾ ਪ੍ਰਿੰਟਡ ਲੈਟਰ ਹੈ। ਮੈਂ ਇੱਥੇ ਕਮੈਂਟਾਂ ਦੇ ਵਿੱਚ ਵੀ ਇਸ ਲੈਟਰ ਨੂੰ ਪਾ ਦੂੰਗਾ, ਤੁਸੀਂ ਆਪਣੀਆਂ ਅੱਖਾਂ ਦੇ ਨਾਲ ਪੜ੍ਹ ਲੈਣਾ ਤੇ ਪੰਜਾਬ ਗਵਰਨਮੈਂਟ ਤੋਂ ਇਹ ਲੈਟਰ ਕਨਫਰਮ ਵੀ ਕਰ ਲੈਣਾ ਕਿ ਇਹ ਮੇਜਰ ਨੇ ਐਵੇਂ ਬੋਲਿਆ ਜਾਂ ਇਹ ਲੈਟਰ ਠੀਕ ਹੈ। ਰਾਣਾ ਸੋਢੀ ਸਾਹਿਬ ਕਹਿ ਰਹੇ ਨੇ, ਜਿਹੜੇ ਮੌਜੂਦਾ ਮੰਤਰੀ ਨੇ ਕਾਂਗਰਸ ਦੇ, His Excellency Mr. Whipple, I am indeed very grateful to Your Excellency for the most valuable support extended to us for repatriating Dubai-based Punjabi to India who were stranded there due to lockdown। ਵੀ ਲੋਕਡਾਊਨ 'ਚ ਜਿਹੜੇ ਬੰਦੇ ਫਸ ਗਏ ਸੀ ਮਿਸਟਰ ਵਿਪਲ ਜੀ, ਉਹਦੇ ਲਈ ਮੈਂ ਬਹੁਤ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮਦਦ ਕੀਤੀ। ਮਿਸਟਰ ਲਵਾਨੀਆ ਮਾਥੁਰ, ਦੁਬਈ ਵੇਸਟ ਆਨਰੇਰੀ ਕੋਆਰਡੀਨੇਟਰ ਵਿਦ ਦ ਸਪੋਰਟ ਆਫ ਮਿਸਟਰ ਹਰਮੀਕ ਸਿੰਘ from Plan B and Mr. Amarjeet Singh from Seva Samiti Punjabi TUD is arranging a chartered flight। ਇਹਨਾਂ ਦੇ ਵਿੱਚ ਕਿਤੇ ਵੀ SP ਉਬਰਾਏ ਦਾ ਨਾਮ ਨਹੀਂ। ਜਿਹੜੀ ਫਲਾਈਟ
ਅਰੇਂਜ ਕੀਤੀ ਗਈ, ਜਿਹੜੇ ਬੰਦੇ ਲਿਆਉਣ ਦੇ ਵਿੱਚ ਮਦਦ ਕੀਤੀ ਗਈ, ਉਹਦੇ ਵਿੱਚ ਜਿਹੜੇ ਬੰਦੇ ਸ਼ਾਮਲ ਨੇ ਇਸ ਲੈਟਰ 'ਚ, ਉਹਨਾਂ 'ਚ ਸਾਰਿਆਂ ਦੇ ਨਾਮ ਲਿਖੇ ਨੇ। ਮੈਂ ਦੁਬਾਰਾ ਫਿਰ ਰਿਪੀਟ ਕਰਨਾ। ਲਵਾਨੀਆ ਮਾਥੁਰ, ਦੁਬਈ ਬੇਸਡ ਆਨਰੇਰੀ ਕੋਆਰਡੀਨੇਟਰ ਵਿਦ ਦ ਸਪੋਰਟ ਆਫ ਮਿਸਟਰ ਹਰਮੀਕ ਸਿੰਘ ਫਰੋਮ ਪਲਾਨ ਬੀ ਐਂਡ ਮਿਸਟਰ ਅਮਰਜੀਤ ਸਿੰਘ ਫਰੋਮ ਸੇਵਾ ਸਮਤੀ ਪੰਜਾਬੀ ਟੱਡ is arranging a chartered flight at their cost under one-day Bharat mission from Dubai to Amritsar. Kindly extend him necessary logistic support in getting permissions from the concerned authority for the proposed chartered flight. With regards, Gurmeet Singh, Rana Gurmeet Singh Sodhi। ਇਹ ਕੌਂਸਲ ਜਨ ਆਫ ਇੰਡੀਆ ਇਨ UAE ਦੁਬਈ ਨੂੰ ਇਹ ਲੈਟਰ ਲਿਖਿਆ ਗਿਆ ਸੀ। ਸੋ ਇਹ ਮੈਂ ਇੱਥੇ ਵੀ ਪਾ ਦੂੰਗਾ, ਠੀਕ ਹੈ ਜੀ, ਇਹ ਮੈਂ ਇੱਥੇ ਪਾ ਦੂੰਗਾ ਤੇ ਇਹ ਤੁਸੀਂ ਦੇਖ ਲੈਣਾ। ਇਹ ਰਾਣਾ ਸੋਢੀ ਸਾਹਿਬ ਨੇ ਲਿਖਿਆ ਤੇ ਇਹਦੇ ਵਿੱਚ ਕਿਤੇ ਵੀ SP ਓਬਰਾਏ ਦਾ ਨਾਮ ਨਹੀਂ ਆਉਂਦਾ। ਫਿਰ ਦੂਜੀ ਗੱਲ, SP ਓਬਰਾਏ ਸਾਹਿਬ ਨੇ ਕੁਝ ਇੱਕ ਬੰਦੇ ਜਿਹੜੇ ਆਪਣੇ ਪੈਸੇ ਨਹੀਂ ਦੇ ਸਕੇ, ਜਿਨ੍ਹਾਂ ਕੋਲ ਸੋਰਸ ਆਫ ਮਨੀ ਨਹੀਂ ਸੀਗਾ, ਤਾਂ ਉਹਦੇ ਵਿੱਚ 40-50 ਬੰਦੇ ਜਿਹੜੇ ਉੱਥੇ ਸੇਵਾ ਕਰਦੇ ਨੇ ਦੁਬਈ ਦੇ ਵਿੱਚ, ਹੋਰ ਵੀ ਸਿੱਖ ਹੈਗੇ ਨੇ, ਇਕੱਲੇ SP ਓਬਰਾਏ ਨਹੀਂ ਹੈਗੇ, ਉਹਨਾਂ ਨੇ ਪੈਸੇ ਇਕੱਠੇ ਕੀਤੇ ਤੇ ਹਰੇਕ ਬੰਦਾ ਜਿਹੜਾ ਉਹ ਫਲਾਈਟ ਦੇ ਵਿੱਚ, ਚਾਰਟਰਡ ਫਲਾਈਟ ਦੇ ਵਿੱਚ ਆਇਆ, ਉਹਨਾਂ ਨੂੰ 1200 ਦਰਾਮ ਤੋਂ ਲੈ ਕੇ 1200 ਦਰਾਮ ਦੀ ਉਹਦੀ ਟਿਕਟ ਸੀ ਤੇ 1700 ਦਰਾਮ ਚਾਰਜ ਕੀਤਾ ਗਿਆ ਕੱਲੇ ਬੰਦੇ ਨੂੰ। ਜਿਹੜੇ ਦੁਬਈ ਤੋਂ ਉਸ ਫਲਾਈਟ ਦੇ ਵਿੱਚ ਬੰਦੇ ਆਏ ਨੇ, ਉਹਨਾਂ ਨੂੰ ਕੰਟੈਕਟ ਕਰਕੇ ਪੱਤਰਕਾਰ ਵੀਰ ਜ਼ਰੂਰ ਪਲੀਜ਼ ਕਿਰਪਾ ਕਰਕੇ ਉਹਨਾਂ ਨੂੰ ਪੁੱਛ ਲੈਣ। ਉਹ ਜਿਹੜੇ ਬੰਦੇ ਟਰੈਵਲ ਕਰਕੇ ਆਏ ਨੇ, ਉਹ ਤੁਹਾਨੂੰ ਸਹੀ ਦੱਸ ਦੇਣਗੇ ਕਿ ਉਹਨਾਂ ਨੇ ਕਿੰਨੇ ਪੈਸੇ ਜਹਾਜ਼ 'ਚ ਬੈਠਣ ਵਾਸਤੇ ਇੰਡੀਆ ਆਉਣ 'ਚ ਦਿੱਤੇ। ਤੇ ਅਜੇ ਉਹਨਾਂ 'ਚੋਂ ਬਹੁਤ ਸਾਰੇ ਬੰਦੇ ਕੁਆਰੰਟਾਈਨ ਦੇ ਵਿੱਚ ਨੇ ਕਿ 15 ਦਿਨ ਉਹ ਕਿਸੇ ਹੋਟਲ 'ਚ ਜਾਂ ਕਿਸੇ ਥਾਂ 'ਚ ਉਹ ਕਪੂਰਥਲੇ ਬੈਠੇ ਨੇ, ਠੀਕ ਹੈ ਜੀ। ਤੇ ਇਹ ਫਲਾਈਟ ਇੰਡੀਆ ਨੇ ਚਲਾਈ ਸੀ ਤੇ ਇਹਦਾ ਕਲੇਮ ਕੋਈ ਹੋਰ ਬੰਦਾ ਕਰ ਰਿਹਾ। ਇਹ ਕਿਉਂ ਕੀਤਾ ਜਾ ਰਿਹਾ? ਤੇ ਤੀਜੀ ਗੱਲ, ਹੁਣ ਬਹੁਤ ਸਾਰੇ ਬੰਦੇ ਕਰਿੰਦੇ ਜਾਂ ਚਮਚੇ ਇੱਥੇ ਬਹੁਤ ਸਾਰੀਆਂ ਗੱਲਾਂ ਮੇਰੇ ਲਾਈਵ ਤੋਂ ਬਾਅਦ ਬੋਲਣਗੇ ਤੇ ਉਹਨਾਂ ਬੰਦਿਆਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੇ, ਜਿੱਥੇ ਦੇ ਇਹ ਅੰਬੈਸਡਰ ਕਲੇਮ ਕਰਦੇ ਆ, ਉਹਦਾ ਨਾਮ ਹੈ ਸਬੋਰਗਾ। ਸਬੋਰਗਾ ਇੱਕ ਪਿੰਡ ਹੈ ਜਿਹਦਾ ਦੇਸ਼ ਹੈ ਇਟਲੀ ਦੇ ਵਿੱਚ ਉਹ ਪਿੰਡ ਪੈਂਦਾ। ਉਹਦੀ ਹਿਸਟਰੀ ਪੜ੍ਹੋ ਕਿ ਉਹਦੇ ਵਿੱਚ ਕਿੰਨੇ ਬੰਦੇ ਰਹਿੰਦੇ ਆ। ਉਹਦੇ ਵਿੱਚ 1000 ਬੰਦਾ ਵੀ ਰਹਿੰਦਾ ਨਹੀਂ, 1000 ਤੋਂ ਘੱਟ ਬੰਦੇ ਰਹਿੰਦੇ ਆ। ਹੁਣ ਮੈਨੂੰ ਪਤਾ ਨਹੀਂ ਕਿ SP ਓਬਰਾਏ ਸਾਹਿਬ ਕੀ ਪ੍ਰਭਾਵ ਦੁਨੀਆ ਤੇ ਛੱਡਣਾ ਚਾਹੁੰਦੇ ਆ। ਇੱਕ ਪਿੰਡ ਜਿਹੜਾ ਪੰਜਾਬ ਦੇ ਵਿੱਚ ਹੋਵੇ, ਪੰਜਾਬ ਗਵਰਨਮੈਂਟ ਦੇ ਅੰਡਰ ਆਉਂਦਾ ਹੋਵੇ, ਜਿਹੜਾ ਇੰਡੀਆ ਦੇ ਅੰਡਰ ਆਉਂਦਾ ਹੋਵੇ, ਤੇ ਉਹ ਪਿੰਡ ਇਟਲੀ ਦੇ ਵਿੱਚ, ਇਟਲੀ ਕੰਟਰੀ ਦੇ ਵਿੱਚ ਹੈ, ਉਹ ਕੋਈ ਇਕੱਲਾ ਕੰਟਰੀ ਨਹੀਂ ਹੈਗਾ। ਹੁਣ ਜੇ ਸਪੋਜ਼ ਕਰੋ ਕੁਛ ਇੱਕ ਜਿਹੜੇ ਸਿੱਖ ਨੇ, ਉਹ ਖਾਲਿਸਤਾਨ ਦਾ ਪਾਸਪੋਰਟ ਇਸ਼ੂ ਕਰ ਦਿੰਦੇ ਆ, ਬਾਹਰ ਬੈਠ ਕੇ ਖਾਲਿਸਤਾਨ ਦੀ ਕਰੰਸੀ ਵੀ ਜਾਰੀ ਕਰ ਦਿੰਦੇ ਆ ਤੇ ਉਹਨੂੰ ਸੋਸ਼ਲ ਮੀਡੀਆ ਤੇ ਵੀ ਪਾ ਦਿੰਦੇ ਆ। ਤੇ ਇਹਦਾ ਇਹ ਮਤਲਬ ਥੋੜਾ ਕਿ ਜਿਹੜਾ ਖਾਲਿਸਤਾਨ ਫਰਾਂਸ ਦੇ ਵਿੱਚ ਬਣ ਗਿਆ, ਖਾਲਿਸਤਾਨ ਇੰਗਲੈਂਡ ਦੇ ਵਿੱਚ ਬਣ ਗਿਆ, ਤੇ ਨਹੀਂ, ਇਦਾਂ ਨਹੀਂ ਹੁੰਦਾ। ਤੇ ਇਹ ਜਿਹੜਾ ਸਬੋਰਗਾ ਪਾਰਟ ਹੈ, ਇਹ ਇਟਲੀ ਦਾ ਹੀ ਇੱਕ ਛੋਟਾ ਜਿਹਾ ਪਿੰਡ ਹੈ ਜਿਹਦੇ ਵਿੱਚ ਇਹ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਇੰਡੀਆ ਦੇ ਵਿੱਚ ਉਹ ਇਹਦੇ ਅੰਬੈਸਡਰ ਨੇ। ਤੇ ਉਹਦੇ ਬੇਸ ਦੇ ਉੱਤੇ ਇਹਨਾਂ ਨੇ ਨੀਲੀ ਪਲੇਟ ਆਪਣੀ ਰੇਂਜ ਰੋਵਰ ਦੇ ਉੱਤੇ ਲਾਈ ਹੋਈ ਹੈ। ਮੈਨੂੰ ਨਹੀਂ ਪਤਾ ਕਿ ਨਾਕਿਆਂ ਤੇ ਖੜੀ ਹੋਈ ਪੁਲਿਸ ਉਹਨਾਂ ਨੂੰ ਕਿਹੜੇ ਡਰ ਦੇ ਵਜੋਂ ਨਹੀਂ ਰੋਕਦੀ, ਜਾਂ ਪੁਲਿਸ ਆਫੀਸਰ ਕੋਈ ਆਪਣੀ ਡਿਊਟੀ ਨਹੀਂ ਕਰਦਾ ਕਿ ਇਹ ਜਿਹੜੀ ਪਲੇਟ ਹੈ ਭਾਈ ਸਾਹਿਬ, ਤੁਸੀਂ ਪਟਿਆਲੇ ਤੇ ਚੰਡੀਗੜ੍ਹ 'ਚ ਕਿਵੇਂ ਲਾਈ ਫਿਰਦੇ ਹੋ? ਤੁਹਾਡਾ ਆਫਿਸ ਕਿੱਥੇ ਹੈ? ਜਿਹੜਾ ਤੁਹਾਡਾ ਕੌਂਸੂਲੇਟ ਬਿਲਡਿੰਗ ਹੁੰਦੀ ਹੈ ਉਹ ਕਿੱਥੇ ਹੈ? ਤੁਸੀਂ ਕਾਹਦੇ ਵਾਸਤੇ ਆਏ ਹੋ? ਕਿਹੜੇ ਕੰਟਰੀ ਦੇ ਹੋ? ਉਸ ਕੰਟਰੀ ਦੀ ਜਿਹੜੀ ਹੈ ਪ੍ਰੋਫਾਈਲ ਕੀ ਹੈ? ਉਸ ਕੰਟਰੀ ਦੇ ਕੌਂਸੂਲੇਟ ਪੰਜਾਬ ਤੋਂ ਜਾਂ ਇੰਡੀਆ ਤੋਂ ਬਾਹਰ ਹੋਰ ਕਿੰਨੇ ਨੇ? ਕਿਉਂਕਿ ਜੇ ਅਫਗਾਨਿਸਤਾਨ ਦਾ ਕੌਂਸੂਲੇਟ ਹੁੰਦਾ, ਉਹ ਇੰਡੀਆ ਗਵਰਨਮੈਂਟ ਦੀ ਮਨਜ਼ੂਰੀ ਦੇ ਨਾਲ ਹੁੰਦਾ ਤੇ ਉਹਦੀ ਕਾਫ ਦੀ ਬਿਲਡਿੰਗ ਹੁੰਦੀ ਹੈ, ਉਹਦੇ ਉਸ ਕੰਟਰੀ ਦੇ ਨਾਲ ਪੂਰੇ ਸੰਬੰਧ ਹੁੰਦੇ ਨੇ। ਤੁਸੀਂ ਇੱਕ ਪਿੰਡ ਦਾ ਇੱਕ ਦੇਸ਼ ਘੋਸ਼ਿਤ ਕਰਕੇ ਬਿਨਾਂ ਉਸ ਕੰਟਰੀ ਦੀ ਮਨਜ਼ੂਰੀ ਤੋਂ ਤੇ ਉਹਦੇ ਅੰਬੈਸਡਰ ਬਣੇ ਫਿਰਦੇ ਹੋ, ਵਿਚ ਇਜ਼ ਨਾਟ ਰਾਈਟ। ਤੇ ਅੰਨੀ ਪੀਂਦੀ ਹੈ ਤੇ ਕੁੱਤੀ ਚੱਟਦੀ ਹੈ। ਇਹ ਗੱਲਾਂ ਵਾਜਬ ਜੀਆਂ ਨਹੀਂ ਹੈਗੀਆਂ। ਭਾਰਤ ਵਰਗੇ ਏਡੇ ਸਟਰੋਂਗ ਕੰਟਰੀ, ਜਿਹੜਾ ਡੈਮੋਕ੍ਰੈਟਿਕਲੀ ਬਹੁਤ ਸਟਰੋਂਗ ਹੈ, ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ
ਬਹੁਤ ਸੈਂਸਿਟਿਵਿਟੀ ਦੇ ਨਾਲ ਲਿਆ ਜਾਣਾ ਚਾਹੀਦਾ, ਪਰ ਲਿਆ ਨਹੀਂ ਜਾ ਰਿਹਾ। ਮੈਨੂੰ ਨਹੀਂ ਲੱਗਦਾ ਕਿ ਲਿਆ ਜਾਊਗਾ, ਪਰ ਜੇ ਨਹੀਂ ਲਿਆ ਜਾਊਗਾ ਤਾਂ ਉਦੋਂ ਤੱਕ ਜਿਹੜੀ ਲੋਕ ਆਵਾਜ਼ ਹੈ ਉਹ ਕਾਇਮ ਨਹੀਂ ਹੋ ਸਕਦੀ। ਕਿਉਂਕਿ ਜੇ ਕੋਈ ਬੋਲੂਗਾ ਉਹਨੂੰ ਪਰਚੇ ਪੁਰਚੇ ਕਰਕੇ ਤਾਂ ਆਪਣੇ ਚਮਚਿਆਂ ਦੇ ਦੁਆਰਾ ਛਿੱਤਰ ਮਰਵਾ ਕੇ ਆਪਣੀ ਇੱਕ ਆਰਮੀ ਜਿਹੜੀ ਸੋਸ਼ਲ ਮੀਡੀਆ ਤੇ ਰੱਖੀ ਹੋਈ ਹੈ ਉਹਦੇ ਤੋਂ ਗਾਲਾਂ ਗੂਲਾਂ ਕਰਾ ਕੇ ਉਹਨੂੰ ਚੁੱਪ ਕਰਾ ਦਿੱਤਾ ਜਾਊਗਾ। ਇਸੇ ਕਰਕੇ ਮੈਂ ਆਪਣੀ ਕਿਸੇ ਵੀ ਲਾਈਵ ਦੇ ਵਿੱਚ, ਕਿਸੇ ਵੀਡੀਓ ਦੇ ਵਿੱਚ ਮੈਂ ਕਦੀ ਕਮੈਂਟ ਨਹੀਂ ਪੜ੍ਹਦਾ, ਮੈਂ ਉਹਨੂੰ ਛੱਡ ਦਿੰਦਾ। ਤੇ ਇਹ ਗੱਲ ਯਕੀਨ ਜਾਣਿਓ ਕਿ ਮੇਰੀ ਜਿੰਨੀ ਵੀ YouTube ਤੇ ਵੀਡੀਓ ਹੁੰਦੀਆਂ ਤੇ ਮੁੰਡੇ ਜਿਹੜੇ YouTube ਨੂੰ ਲੁੱਕ ਆਫਟਰ ਕਰਦੇ ਜਾਂ Facebook ਨੂੰ ਲੁੱਕ ਆਫਟਰ ਕਰਦੇ ਆ, ਮੇਰੇ ਪੇਜ ਨੂੰ ਲੁੱਕ ਆਫਟਰ ਕਰਦੇ ਆ, ਸ਼ਾਇਦ ਉਹ ਤਾਂ ਕਦੀ ਡਿਲੀਟ ਕਰਦੇ ਹੋਣਗੇ, ਪਰ ਮੈਂ ਕਦੀ ਕਿਸੇ ਦਾ ਜਵਾਬ ਨਹੀਂ ਦਿੰਦਾ, ਨਾ ਹੀ ਮੈਂ ਡਿਲੀਟ ਕਰਦਾ। ਮੈਂ ਉਸ ਪਾਸੇ ਜਾਂਦਾ ਹੀ ਨਹੀਂ, ਕਿਉਂਕਿ એનર્ਜੀ ਜਿਹੜੀ ਹੈ ਉਧਰ ਵੇਸਟ ਹੋ ਜਾਂਦੀ ਹੈ। ਉਹ ਤਾਂ ਭੀੜ ਹੈ ਇੱਕ ਭੇਡਾਂ ਦੀ ਤੇ ਗਧਿਆਂ ਦੀ ਜਿਹਨੇ ਹੌਂਕਣਾ ਹੁੰਦਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੀ એનર્ਜੀ ਵੇਸਟ ਕਰਦੀਆਂ। ਤੁਹਾਡਾ ਜਿਹੜਾ ਅੱਗੇ ਵਰਕ ਹੁੰਦਾ, ਸੋਸ਼ਲ ਵਰਕ, ਉਹ ਹੁੰਦਾ ਕਿ 4 ਬੰਦਿਆਂ ਨੂੰ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਉਹਨਾਂ ਨੇ ਕਿੱਥੇ ਬੈਠੇ ਕਿੱਥੇ ਜਾਣਾ, ਉਹਨਾਂ ਨੂੰ ਤੁਸੀਂ ਰਸਤਾ ਦਿਖਾ ਦਿਓ, ਉਹਨਾਂ ਨੂੰ ਤੁਸੀਂ ਜਗਾ ਦਿਓ, ਉਹਨਾਂ ਨੂੰ ਨੌਲੇਜ ਦੇ ਦਿਓ। ਜਦੋਂ ਤੁਸੀਂ ਨੌਲੇਜ ਕਿਸੇ ਬੰਦੇ ਨੂੰ ਦੇਤੀ ਤਾਂ ਉਹਦੇ ਵਿੱਚ ਫਿਰ ਉਹ ਲੋਕੀ ਜਿਹੜੇ ਹੈ ਉਹ ਆਪਣੇ ਆਪ ਕਮਾਉਣ ਲੱਗ ਜਾਣਗੇ। ਤੁਹਾਡਾ ਕੋਈ ਆਸਾਨ ਨਹੀਂ ਹੋਊਗਾ, ਤੁਸੀਂ ਉਹਨਾਂ ਨੂੰ ਗੁਲਾਮ ਨਹੀਂ ਬਣਾਓਗੇ। ਸੋ ਇਹ ਸਭ ਤੋਂ ਵੱਡੀ ਸਮਾਜ ਸੇਵਾ ਹੁੰਦੀ ਹੈ। ਜੇ ਤੁਸੀਂ ਲੋਕਾਂ ਨੂੰ ਆਟਾ, ਦਾਲ, ਚੌਲ, ਹੋਰ ਚੀਜ਼ਾਂ ਤੁਸੀਂ ਦੇਣ ਲੱਗ ਜਾਓ, ਉਹਨਾਂ ਨੂੰ ਤੁਸੀਂ ਨਕਾਰੇ ਕਰ ਦੋਗੇ। ਉਹਦੀ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ। ਬਾਹਰ ਮੇਰੇ ਸਾਹਮਣੇ ਸਾਡਾ ਇੱਕ ਗਾਰਡਨ ਹੈ, ਤੇ ਗਾਰਡਨ ਦੇ ਨਾਲ ਵਾਲੇ ਘਰ ਦੇ ਵਿੱਚ ਇੱਕ ਹੋਰ ਗਾਰਡਨ ਦੇ ਵਿੱਚ ਉੱਥੇ ਜਿਹੜੇ ਜਾਨਵਰਾਂ ਨੂੰ ਪਾਉਣ ਵਾਲਾ ਦਾਣੇ ਪਾ ਕੇ ਨਾ ਬੋਤਲਾਂ ਟੰਗੀਆਂ ਹੁੰਦੀਆਂ, ਉਹਦੇ 'ਚ ਗਲੀਆਂ ਕੱਢੀਆਂ ਹੁੰਦੀਆਂ, ਤੇ ਉੱਥੇ ਜਿਹੜੇ ਜਾਨਵਰ ਸੀ ਉਹਨਾਂ ਨੂੰ ਉਹ ਜਿਹੜੀ ਲੇਡੀ ਸੀ, 올ਡ ਲੇਡੀ, ਉਹ ਉਹਨਾਂ ਜਾਨਵਰਾਂ ਵਾਸਤੇ ਦਾਣਾ ਪਾ ਕੇ ਨਾ ਸਵੇਰੇ ਸਵੇਰੇ ਲਟਕਾ ਦਿੰਦੀ ਸੀ। ਇੱਥੇ ਜਾਨਵਰ 150-200 ਜਾਨਵਰ ਆ ਜਾਂਦਾ ਸੀ ਉਹ 'ਚ ਠੁੰਗਾ ਮਾਰ ਮਾਰ ਕੇ ਉਹਨੂੰ ਕੱਢਣ ਵਾਸਤੇ। ਮਤਲਬ ਚੰਗੇ ਲੱਗਦੇ ਸੀ, ਵਧੀਆ ਲੱਗਦੇ ਸੀ। ਤੇ ਜਿਹੜਾ ਦੂਜੇ ਪਾਸੇ ਵਾਲਾ ਗੁਆਂਢੀ ਗੋਰਾ ਹੈ, ਉਹਨੇ ਉਹਨੂੰ ਸਮਝਾਇਆ ਹੋਣਾ ਬੁੜੀ ਨੂੰ, ਉਹ ਕਹਿੰਦੀ ਕਿ ਮੈਂ ਤਾਂ ਦਾਨ ਕਰਦੀ ਹਾਂ। ਤਾਂ ਬੁੜੀ ਨੂੰ ਸਮਝਾਇਆ ਹੋਣਾ, ਬੁੜੀ ਨਹੀਂ ਸਮਝੀ, ਤਾਂ ਉਹਨੇ ਕੀ ਕੀਤਾ, ਉਹਨੇ ਪੁਲਿਸ ਨੂੰ ਕੰਪਲੇਨ ਕਰ ਦਿੱਤੀ। ਤਾਂ ਪੁਲਿਸ ਨੇ ਆ ਕੇ ਉਸ 올ਡ ਲੇਡੀ ਨਾਲ, ਆਪਣੀ ਸੀਗੀ ਗੁਜਰਾਤਨ, ਤੇ ਉਹਦੇ ਨਾਲ ਗੱਲਬਾਤ ਕੀਤੀ ਹੋਣੀ, ਉਹ ਨਹੀਂ ਸਮਝੀ ਤਾਂ ਉਹਨੂੰ ਫਿਰ ਲੈ ਗਏ। ਲੈ ਕੇ ਉਹਨੂੰ ਸਮਝਾਇਆ, ਉਹਨੇ ਸਾਰੀ ਗੱਲ ਮੈਨੂੰ ਦੱਸੀ ਕਿ ਉਹ ਕਹਿੰਦੇ ਆ ਕਿ ਜਦੋਂ ਤੁਸੀਂ ਇੱਕ ਤੰਦਰੁਸਤ ਜਾਨਵਰ ਨੂੰ, ਜਿਹਦੇ ਵਾਸਤੇ ਕੁਦਰਤ ਨੇ ਆਪ ਹੀ ਇਸ ਸ੍ਰਿਸ਼ਟੀ ਦੇ ਵਿੱਚ ਦਾਣਾ ਤਿਆਰ ਕੀਤਾ ਹੋਇਆ, ਉਹਨੂੰ ਤੁਸੀਂ ਬੋਤਲਾਂ ਭਰ ਭਰ ਕੇ ਇੱਕੋ ਥਾਂ ਤੋਂ ਉਹਨੂੰ ਚੋਗਾ ਮੌਜੂਦ ਕਰਦੇ ਹੋ, ਚੋਗਾ ਪਾਉਂਦੇ ਹੋ, ਤਾਂ ਉਹ ਫਲਾਈ ਕਰਨਾ ਭੁੱਲ ਜਾਂਦਾ। ਉਹਦੇ ਜਿਹੜੇ ਖੰਭਾਂ ਦੀ ਕਸਰਤ ਹੁੰਦੀ ਹੈ ਉਹ ਹੋਣੀ ਬੰਦ ਹੋ ਜਾਂਦੀ ਹੈ। ਆਟਾ, ਦਾਲ, ਚੌਲ, ਜੋ ਵੀ ਕੁਛ ਸਰਕਾਰਾਂ ਦਿੰਦੀਆਂ ਨੇ, ਉਹਦੇ ਨਾਲ ਬੰਦੇ ਨੂੰ ਲੇਜ਼ੀ ਕਰ ਰਹੀਆਂ ਨੇ। ਇਹਦਾ ਮਤਲਬ ਉਹਨੂੰ ਖਾਣ ਪੀਣ ਵਾਸਤੇ ਜਾਨਵਰਾਂ ਵਾਂਗੂ ਸਾਰਾ ਕੁਛ ਮਿਲਦਾ ਰਵੇ ਤੇ ਹੋਰ ਕੋਈ ਕੰਮ ਨਹੀਂ ਹੈਗਾ ਉਹਦਾ, ਬੰਦਾ ਲੇਜ਼ੀ ਹੋ ਜਾਂਦਾ। ਸੋ ਇਸ ਕਰਕੇ ਉਹ ਜਿਹੜੀ ਪੁਲਿਸ ਨੇ ਉਹਨੂੰ ਇੰਸਟਰਕਸ਼ਨ ਦਿੱਤੀ, ਇੱਕ ਰਿਟਨ ਲੈਟਰ ਦਿੱਤਾ, ਉਹਦੇ ਵਿੱਚ ਕਿਹਾ ਕਿ ਤੁਸੀਂ ਇਹ ਕੁਦਰਤੀ ਜਾਨਵਰ ਨੇ ਜਿਹੜੇ ਇਹ ਉੱਡਣ ਵਾਸਤੇ ਬਣੇ ਨੇ, ਇਹਨਾਂ ਦੀ ਬੋਡੀ ਦੀ ਇੰਜੀਨੀਅਰਿੰਗ, ਇਹਨਾਂ ਦੀ ਬੋਡੀ ਦੀ ਬਣਤਰ ਇਸ ਤਰ੍ਹਾਂ ਬਣੀ ਹੈ ਕਿ ਜੇ ਇਹ ਦਿਨ ਦੇ ਵਿੱਚ ਸਰਟਨ ਕਿਲੋਮੀਟਰ, ਸਰਟਨ ਮਾਈਲਸ ਨਾ ਉੱਡਣ ਤਾਂ ਇਹਨਾਂ ਦਾ ਸਰੀਰ ਜਿਹੜਾ ਆ ਉਹ ਕਮਜ਼ੋਰ ਹੋ ਜਾਊਗਾ ਤੇ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ। ਤੁਸੀਂ ਇਹਨਾਂ ਨੂੰ ਦਾਣਾ ਪਾ ਕੇ ਇਹ ਲੇਜ਼ੀ ਕਰ ਰਹੇ ਹੋ, ਠੀਕ ਹੈ ਜੀ, ਇਹ ਲੇਜ਼ੀ ਕਰ ਰਹੇ ਹੋ ਤੁਸੀਂ, ਤੇ ਇਹ ਕ੍ਰਾਈਮ ਆ। ਕਿਸੇ ਜਾਨਵਰ ਨੂੰ ਉਹਦੀ ਕਸਰਤ ਤੋਂ ਰੋਕ ਕੇ ਘਰੇ ਬਿਠਾਉਣਾ ਤੇ ਦਾਣਾ ਪਾਉਣਾ। ਤੇ ਉਹ ਬੁੜੀ ਨੇ ਉਹ ਸਟੈਂਡ ਵੀ ਚੱਕ ਦਿੱਤਾ, ਉਹ ਜਿਹੜੀਆਂ ਬੋਤਲਾਂ ਲਟਕਾਈਆਂ ਸੀ ਦਾਣੇ ਪਾਉਣ ਵਾਸਤੀਆਂ ਉਹ ਵੀ ਚੱਕਤੀਆਂ। ਹੁਣ ਸਾਫ਼ ਹੈ ਬਿਲਕੁਲ, ਘਾਹ ਤੇ ਦਰਖਤ ਨੇ ਉੱਥੇ, ਬਿਲਕੁਲ ਨਹੀਂ ਪਾਉਂਦੀ। ਇਹ ਚੀਜ਼ਾਂ ਸਮਝਾਈਆਂ ਜਾਂਦੀਆਂ ਕਿਸੇ ਬੰਦੇ ਨੂੰ, ਕਿਉਂਕਿ ਮਿੱਥ ਨੇ, ਉਮਰਾਂ ਤੋਂ ਸਾਡੀਆਂ ਚੱਲੀਆਂ ਆਉਂਦੀਆਂ, ਉਹ ਸਾਰੀਆਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿੰਦੀਆਂ। ਸੋ ਇਹ ਹੋ ਗਿਆ ਜੀ। ਹੁਣ ਪਿਛਲੀ ਵੀਡੀਓ ਦੇ ਵਿੱਚ, ਪਿਛਲੇ ਐਪੀਸੋਡ 'ਚ ਆਪਾਂ ਨੇਪਾਲ ਦੀ ਘਟਨਾ ਦੀ ਗੱਲ ਕੀਤੀ ਸੀ, ਉਹਦੇ ਤੇ ਆ ਜਾਂਦੇ ਹਾਂ ਹੁਣ ਆਪਾਂ, ਕਿਉਂਕਿ ਸਾਨੂੰ ਕੋਈ ਜਵਾਬ ਨਹੀਂ ਮਿਲਿਆ। ਤੇ ਉਹ ਨੇਪਾਲ ਦੀ ਇਹ ਜਿਹੜੀ ਘਟਨਾ ਹੈ ਜੀ, ਇਹ 2012 ਦੀ ਹੈ। ਕਹਿੰਦੇ ਜਿਹੜਾ ਉੱਥੋਂ ਦਾ ਰਾਜਕੁਮਾਰ ਸੀ, ਬਾਬੇ ਨਾਨਕ ਦੇ ਸਮੇਂ ਦੀ ਗੱਲ ਹੈ ਜਿੱਥੋਂ ਤੱਕ ਮੇਰੀ ਰਿਸਰਚ ਹੈ, ਤੇ ਹੋ ਸਕਦਾ 19-21 ਦੀ ਇਹਦੇ 'ਚ ਚੇਂਜ ਹੋਵੇ, ਪਰ ਇਹੀ ਗੱਲ ਹੈ। ਤੇ ਉਹ ਜਿਹੜਾ ਰਾਜਕੁਮਾਰ ਸੀ ਨੇਪਾਲ ਦਾ ਉਸ ਵੇਲੇ ਦਾ, ਬਾਬੇ ਨਾਨਕ ਦੀ ਫੇਰੀ ਦੌਰਾਨ ਤਾਂ ਉਹ ਕਾਫੀ ਬਿਮਾਰ ਹੋ ਜਾਂਦਾ, ਤੇ ਉਹਨੂੰ ਕੋਈ ਬੰਦਾ ਵਿੱਚੋਂ ਦੱਸਦਾ ਕਿ ਬਾਬਾ ਜੀ ਇੱਕ ਬਹੁਤ ਵੱਡੇ ਪਹੁੰਚੇ ਹੋਏ ਮਹਾਂਪੁਰਸ਼ ਆਏ ਨੇ ਕਿ ਤੁਸੀਂ ਉਹਨਾਂ ਤੋਂ
ਕੁਛ ਇੱਕ ਅੱਖਰ ਜਿਹੜੇ ਆਪਣੇ ਨੇਪਾਲ ਦੇ ਨਾਲ ਆਪਣੀ ਭਾਸ਼ਾ ਦੇ ਜਾਂ ਹਿੰਦੀ ਦੇ ਕਾਫੀ ਮਿਲਦੇ ਆ, ਤੁਹਾਨੂੰ ਪਤਾ ਲੱਗ ਜਾਂਦਾ ਕਿ ਬੰਦਾ ਕੀ ਕਹਿ ਰਿਹਾ, ਉਹਨਾਂ ਦੀ ਰਾਈਟਿੰਗ 'ਚ ਵੀ ਝਲਕ ਪੈ ਜਾਂਦੀ ਹੈ। ਤਾਂ ਉਹਨਾਂ ਨੇ ਬਾਬੇ ਨਾਨਕ ਦਾ ਨਾਮ ਲੈ ਦਿੰਦਾ। ਮੈਨੂੰ ਨਹੀਂ ਪਤਾ ਕਿ ਬਾਬੇ ਨਾਨਕ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਹੈ, ਉਹਨਾਂ ਨਾਲ ਗੱਲਬਾਤ ਕੀਤੀ ਕਿ ਨਹੀਂ ਕੀਤੀ, ਜਿਹੜੇ ਪੁਰਾਣੇ ਉੱਥੋਂ ਦੇ ਰਾਜਕੁਮਾਰ ਸੀਗੇ ਨੇਪਾਲ ਦੇ, ਪਰ ਉਹ ਬਿਮਾਰ ਸੀਗੇ ਬਹੁਤ। ਹਕੀਮਾਂ ਨੇ ਬਹੁਤ ਜ਼ੋਰ ਲਾਇਆ ਸੀ ਉਹਨਾਂ ਨੂੰ ਬਚਾਉਣ ਵਾਸਤੇ, ਪਰ ਉਹ ਜ਼ਿਆਦਾ ਨਹੀਂ ਉਹ ਠੀਕ ਨਹੀਂ ਹੋਏ ਸੀ। ਸੋ ਇਸ ਕਰਕੇ ਜਦੋਂ ਕਿਸੇ ਬੰਦੇ ਨੇ ਦੱਸਿਆ ਕਿ ਭਾਈ ਸਾਹਿਬ ਇੱਦਾਂ ਕਰਕੇ ਕੋਈ ਰਿਸ਼ੀ ਮੁਨੀ ਆਇਆ, ਕੋਈ ਬਹੁਤ ਪਹੁੰਚਿਆ ਹੋਇਆ ਬੰਦਾ ਆਇਆ, ਵੀ ਤੁਸੀਂ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਦੇਖ ਲਓ ਆਪਣੀ ਫੇਰੀ ਦੌਰਾਨ, ਤਾਂ ਬਾਬੇ ਨਾਨਕ ਤੋਂ ਉਹ ਬੰਦਾ ਇੰਨਾ ਪ੍ਰਭਾਵਿਤ ਹੋਇਆ, ਉਹਨਾਂ ਨੇ ਕਿਹਾ ਕਿ ਇਹਨਾਂ ਵਾਸਤੇ ਨਾ ਮੈਂ ਇੰਨੀ ਜ਼ਮੀਨ ਦਾਨ ਕਰਦਾ ਕਿ ਉਹ ਤੰਦਰੁਸਤ ਹੋ ਗਏ ਸੀ। ਉਹ ਜ਼ਮੀਨ ਜਿਹੜੀ ਦਾਨ ਕਰਦੇ ਸੀ, ਉਸ ਵੇਲੇ ਉੱਥੇ ਕੋਈ ਬੰਦਾ ਨਹੀਂ ਸੀ ਹੋਰ ਉਹਦੀ ਦੇਖਭਾਲ ਕਰਨ ਨੂੰ ਰਹਿੰਦਾ, ਪਰ ਉਹ ਜ਼ਮੀਨ ਉਹਨਾਂ ਨੇ ਬਾਬੇ ਨਾਨਕ ਦੇ ਨਾਂ ਲਵਾਤੀ ਸੀ। ਉਸ ਜ਼ਮੀਨ ਦੇ ਕਈ ਟੁਕੜੇ ਸੀ। ਹੁਣ ਨੇਪਾਲ ਦੇ ਉਸ ਖਿੱਤੇ ਦੇ ਵਿੱਚ 3 ਗੁਰਦੁਆਰੇ ਨੇ, ਇੱਕ ਤਾਂ ਪ੍ਰਾਈਵੇਟ ਗੁਰਦੁਆਰਾ, ਇੱਕ ਗੁਰਦੁਆਰਾ ਨਾਨਕ ਮੱਠ ਹੈ, ਜਿਸ ਦੀ ਆਪਾਂ ਗੱਲ ਕੀਤੀ ਸੀ ਪਿਛਲੀ 'ਚ, ਨਾਨਕ ਮੱਠ ਹੈ। ਤੇ ਉਹ ਜਦੋਂ ਇਹ ਰੌਲਾ ਪਿਆ, ਹਾਈਲਾਈਟ ਗੱਲ ਹੋਈ ਕਿ ਬਾਬੇ ਨਾਨਕ ਦੀ ਉੱਥੇ ਜ਼ਮੀਨ ਹੈ, ਤਾਂ ਉਬਰਾਏ ਸਾਹਿਬ ਉੱਥੇ ਜਾਂਦੇ ਆ, ਪਹਿਲੀ ਵਾਰੀ ਜਾਂਦੇ ਆ ਉਬਰਾਏ ਸਾਹਿਬ 2012 ਦੇ ਵਿੱਚ। ਤੇ ਉੱਥੇ ਜਾ ਕੇ ਇਹ ਇੱਕ ਬਹੁਤ ਨਾਮੀ ਬੰਦਾ, ਲੀਡਰ ਹੈ, ਉਹਨਾਂ ਦਾ ਨਾਂ ਹੈਗਾ ਜੀ, ਮੇਰਾ ਖਿਆਲ ਹੈ ਕਿ ਜੇ ਮੈਂ ਗਲਤ ਨਹੀਂ ਹੋਊਂਗਾ ਤੁਸੀਂ ਸਾਰੇ ਉਹਨਾਂ ਨਾਲ, ਉਹ ਸੰਦੇਸੀ ਪਾਰਟੀ ਦੇ ਲੀਡਰ ਵੀ ਨੇ। ਨੇਪਾਲ ਦੇ ਵਿੱਚ ਇੱਕੋ ਇੱਕ ਸਿੱਖ ਹੈ ਜਿਹੜਾ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਹੈ, ਜਿਹਨੂੰ ਨੇਪਾਲ ਦਾ ਪ੍ਰਧਾਨ ਮੰਤਰੀ, ਜਿਹਨੂੰ ਨੇਪਾਲ ਦਾ ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਬੰਦਾ ਜਿਹੜਾ ਨੇਪਾਲ 'ਚ ਜਾਂਦਾ ਹੈ ਪੋਲੀਟੀਕਲੀ ਕੋਈ ਲਿੰਕ ਕਰਨਾ ਹੋਵੇ, ਤਾਂ ਉਹਨਾਂ ਦਾ ਨਾਮ ਸਰਦਾਰ ਪ੍ਰੀਤਮ ਸਿੰਘ। ਸੰਦੇਸੀ ਪਾਰਟੀ ਦੇ ਉਹ ਲੀਡਰ ਵੀ ਨੇ ਤੇ ਉਹ ਸਕੂਲ ਵੀ ਚਲਾਉਂਦੇ ਨੇ, ਤੇ ਉਹਨਾਂ ਦਾ ਉੱਥੇ ਇੱਕ ਗੁਰੂ ਘਰ ਵੀ ਹੈ ਨੇਪਾਲ ਦੇ ਵਿੱਚ। ਪਰ ਇਹ ਜਿਹੜੇ ਦੀ ਗੱਲ ਕਰ ਰਹੇ ਹਾਂ ਆਪਾਂ ਨਾਨਕ ਮੱਠ ਦੀ, ਇਹ ਗੁਰੂ ਘਰ ਦੇ ਵਿੱਚ ਇਹ ਚਲੇ ਜਾਂਦੇ ਆ। ਪਰ ਪਿੱਛੇ ਇੱਕ ਫੀਲੇ ਨੇ ਵੀਡੀਓ ਪਾ ਕੇ ਕਿਹਾ ਸੀ ਜੀ ਉਬਰਾਏ ਸਾਹਿਬ ਤਾਂ ਕਿਸੇ ਦੇ ਘਰੇ ਰਹੇ ਸੀ ਕਿ ਹੋਟਲ 'ਚ ਨਹੀਂ ਰਹੇ। ਬਾਈ ਜੀ ਮੈਂ ਹੋਟਲ ਦੀਆਂ ਐਂਟਰੀਆਂ ਵੀ ਤੁਹਾਨੂੰ ਦੇ ਸਕਦਾ, ਇੱਕ ਦਿਨ ਵੀ ਕਿਸੇ ਦੇ ਘਰੇ ਨਹੀਂ ਗਏ, ਘਰੇ ਗਏ, ਖਾਣਾ ਪੀਣਾ ਖਾਦਾ ਤੇ ਵਾਪਸ ਆਪਣੇ ਹੋਟਲ ਦੇ ਕਮਰੇ ਵਿੱਚ ਹੀ ਆ ਕੇ ਸੌਂਦੇ ਰਹੇ। ਉੱਥੇ ਹੋਟਲ ਸਪੈਸ਼ਲ ਬੁੱਕ ਕਰਾਇਆ ਹੋਇਆ ਸੀ। ਇਹ ਤੇਜ ਨੇ ਥੋੜੇ ਜਿਹੇ, ਪ੍ਰੀਤਮ ਸਿੰਘ ਨੂੰ ਜਾ ਕੇ ਮਿਲੇ, ਪ੍ਰੀਤਮ ਸਿੰਘ ਦੇ ਨਾਲ ਇਹਨਾਂ ਨੇ ਮੀਟਿੰਗਾਂ ਕੀਤੀਆਂ ਤੇ ਪ੍ਰੀਤਮ ਸਿੰਘ ਨੇ ਕਿਹਾ ਕਿ ਹਾਂਜੀ ਇੱਥੇ ਆ ਵੀ ਹੈਗਾ, ਇੱਥੇ ਆ ਵੀ ਹੈਗਾ, ਇੱਥੇ ਆ ਵੀ ਹੈਗਾ। ਤਾਂ ਇਹ ਇੱਕ ਉੱਥੇ ਗੁਰਦੁਆਰੇ ਦੇ ਵਿੱਚ ਜਾਂਦੇ ਆ, ਉੱਥੇ ਇੱਕ ਪੁਜਾਰੀ ਸੂਟਾ ਲਾ ਰਿਹਾ ਬੈਠਿਆ, ਹਿੰਦੂ ਪੁਜਾਰੀ ਹੈ ਜਿਹੜਾ ਉਹਦੀ ਲੁੱਕ ਆਫਟਰ ਕਰਦਾ, ਤੇ ਹਿੰਦੂ ਪੁਜਾਰੀ ਵਿੱਚ ਹੀ ਸਿਗਰਟਾਂ ਪੀ ਜਾਂਦਾ, ਵਿੱਚ ਹੀ ਦਰਦ, ਮਤਲਬ ਕਿ ਉਹ ਜਿਹੜੀ ਦੇਖਭਾਲ ਸੀ ਉਸ ਗੁਰਦੁਆਰੇ ਦੀ ਉਹ ਉਹੀ ਕਰਦਾ ਸੀ, ਹੋਰ ਕੋਈ ਉੱਥੇ ਬੰਦਾ ਨਹੀਂ ਸੀ। ਇਹਨਾਂ ਨੇ ਦੇਖਿਆ ਕਿ ਇਹ ਈਜ਼ੀਲੀ ਮੈਨੀਪੂਲੇਟ ਕੀਤਾ ਜਾ ਸਕਦਾ। ਉਹਦੇ ਹੱਥ ਦੇ ਵਿੱਚ ਇਹਨਾਂ ਨੇ ਰੁੱਗ ਭਰ ਕੇ ਪੈਸਿਆਂ ਦਾ ਫੜਾਇਆ, ਤੇ ਉਹ ਬੰਦਾ ਜੋ ਵੀ ਇਹਨਾਂ ਨੂੰ ਚਾਹੀਦਾ ਸੀ ਕਾਗਜ਼ ਪੱਤਰ, ਉਹਨੇ ਚੱਕ ਕੇ ਹੌਲੀ 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 ਇਹਨਾਂ ਦੇ ਕਬਜ਼ੇ ਦੇ ਵਿੱਚ ਦੇ ਦਿੱਤੇ। ਸਰਦਾਰ ਪ੍ਰੀਤਮ ਸਿੰਘ ਜਿਹੜੇ ਲੀਡਰ ਨੇ, ਜਿਹੜੇ ਅਜੇ ਵੀ ਨੇਪਾਲ ਦੇ ਵਿੱਚ ਨੇ, ਤੇ ਉਹਨਾਂ ਦੇ ਨਾਲ ਫਿਰ ਇਹਨਾਂ ਨੇ ਕਈ ਮੀਟਿੰਗਾਂ ਵੱਡੇ ਵੱਡੇ ਬੰਦਿਆਂ ਨਾਲ, ਪੋਲੀਟੀਕਲ ਬੰਦਿਆਂ ਨਾਲ ਕੀਤੀਆਂ। ਉਹ ਪੋਲੀਟੀਕਲ ਬੰਦਿਆਂ ਨਾਲ ਜਦੋਂ ਮੀਟਿੰਗਾਂ ਕੀਤੀਆਂ, ਉੱਥੋਂ ਲਿੰਕ ਲੈ ਲਏ ਤੇ ਮੁੜ ਕੇ ਪ੍ਰੀਤਮ ਸਿੰਘ ਨੂੰ ਵਿੱਚੋਂ ਕੱਢ ਦਿੱਤਾ। ਪ੍ਰੀਤਮ ਸਿੰਘ ਨੂੰ ਜਦੋਂ ਕੱਢਿਆ ਤਾਂ ਇਹਨਾਂ ਨੇ ਉਹ ਮੀਟਿੰਗਾਂ, ਉਸ ਵੇਲੇ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਮਹਿਲਾਂ ਦੀ, ਕੈਪਟਨ ਅਮਰਿੰਦਰ ਸਿੰਘ ਦੀ ਘਰਵਾਲੀ ਸਟੇਟ ਫੋਰਨ ਮਿਨਿਸਟਰ ਸੀ, ਉਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਗਾਟੀ ਪਾ ਕੇ ਇਹਨਾਂ ਨੇ ਨੇਪਾਲ ਦੇ ਵਿੱਚ, ਕਿਉਂਕਿ ਸਾਰਾ ਲੁੱਕ ਆਫਟਰ ਉਹ ਕਰਦੇ ਸੀ ਬਾਹਰਲੇ ਦੇਸ਼ਾਂ ਦੇ ਵਿੱਚ, ਜਿਵੇਂ ਅਸੀਂ ਇਟਲੀ ਤੋਂ ਵੀ ਮੈਡਮ ਨੂੰ ਫੋਨ ਕਰਵਾਇਆ ਸੀ, ਉੱਥੇ ਇੱਕ ਪ੍ਰੋਬਲਮ ਸੀਗੀ ਤਾਂ ਉਹ ਵੀ ਉਹਨਾਂ ਨੇ ਸੌਟ ਆਊਟ ਕੀਤੀ ਸੀ, ਕਿਉਂਕਿ ਉਹ ਆਥੋਰਾਈਜ਼ ਸੀਗੇ ਕਰਨ ਵਾਸਤੇ। ਉਹਨਾਂ ਦੇ ਤੋਂ ਫੋਨ ਕਰਾ ਕੇ ਪ੍ਰੀਤਮ ਸਿੰਘ ਨੂੰ ਵਿੱਚੋਂ ਕੱਢ ਕੇ ਸਿੱਧੇ ਹੀ ਮਿਲਣਾ ਸ਼ੁਰੂ ਕਰ ਦਿੱਤਾ, ਪ੍ਰੈਜ਼ੀਡੈਂਟ ਨੂੰ ਵੀ, ਪ੍ਰਾਈਮ ਮਿਨਿਸਟਰ ਨੂੰ ਵੀ, ਨੇਪਾਲ ਦੇ ਨੂੰ। ਬਹੁਤ ਕੁਛ ਜੋ ਚਾਹੀਦਾ ਸੀ ਨੇੜਲੇ ਲਾਗੇ, ਤੇ ਉੱਥੇ ਅਨਾਉਂਸਮੈਂਟ ਕਰ ਦਿੱਤੀ। ਉਹ ਪੇਪਰਾਂ ਦੇ ਵਿੱਚ ਵੀ ਨਸ਼ਰ ਹੋਇਆ, ਤੁਸੀਂ 2012 ਦੇ ਪੇਪਰ ਕੱਢ ਕੇ ਦੇਖ ਲਓ ਕਿ ਮੈਂ ਇੱਥੇ ਬਹੁਤ ਵਧੀਆ ਜਿਹੜਾ ਟਰਸਟ ਹੈ ਉਹ ਚਲਾਉਂਗਾ, ਤੇ ਜਿੱਥੇ ਗੂੰਗੇ ਬੋਲੇ ਬੱਚਿਆਂ ਦੇ ਵਾਸਤੇ ਮੈਂ ਬਹੁਤ ਵੱਡੇ ਕਾਰਜ ਕਰੂੰਗਾ, ਤੇ 1 ਕਰੋੜ ਰੁਪਈਆ ਮੈਂ ਦੇਣਾ ਕਿ ਤੁਸੀਂ ਟਰਸਟ ਦੇ ਨਾਮ ਜਿਹੜੀ ਹੈ ਉਹ ਜਗ੍ਹਾ ਕਰਾ ਦਿਓ। ਇਹ ਕੱਪੜੇ ਇੱਕ ਜਗ੍ਹਾ ਨਹੀਂ, ਇਹੀ ਜਿਹੜਾ ਹਥਿਆਰ ਹੈ, ਫਾਰਮੂਲਾ, ਇਹ ਉਬਰਾਏ ਸਾਹਿਬ ਨੇ ਕਈ ਥਾਵਾਂ ਤੇ ਵਰਤਿਆ। ਜਿਵੇਂ ਦੁਬਈ ਦੇ ਵਿੱਚ ਇਹ ਟਰਸਟ ਸੀਗਾ ਜਿਹੜਾ ਸਰਬੱਤ ਦਾ ਭਲਾ ਰਜਿਸਟਰਡ ਹੋਇਆ ਸੀ, ਤੇ ਇਹਨਾਂ ਦੇ ਨਾਲ 40-50 ਨੌਜਵਾਨ ਮੁੰਡੇ ਜਿਹੜੇ ਹਜੇ ਵੀ ਦੁਬਈ ਨੇ, ਉਹਨਾਂ ਨੇ ਦਿਨ ਰਾਤ ਇੱਕ ਕਰਕੇ ਜਿੱਥੇ ਵੀ ਖੂਨਦਾਨ ਕੈਂਪ ਲਾਉਣਾ ਤਾਂ ਮੂਹਰੇ ਹੁੰਦੇ ਸੀ, ਬਰਛਿਆਂ ਵਰਗੇ ਮੁੰਡੇ, ਤੇ ਉਹਨਾਂ ਨੇ ਟਰਸਟ ਦੇ ਵਿੱਚ ਆਪਣਾ ਬਹੁਤ ਖੂਨ ਪਸੀਨੇ ਦੀ ਕਮਾਈ
ਭੇਟਾ ਖੂਨਦਾਨ ਜੋ ਵੀ ਮਤਲਬ ਭਲਾਈ ਦੇ ਕਾਰਜ ਸੀ ਸਾਰੇ ਕੀਤੇ, ਪਰ ਇਹ ਜੰਪ ਕਰਕੇ ਜਦੋਂ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਹੋ ਗਏ IPS ਪੋਲੀਟੀਕਲ ਬੰਦਿਆਂ ਨਾਲ, ਕਾਂਗਰਸ ਨਾਲ, ਅਕਾਲੀਆਂ ਦੇ ਨਾਲ, ਤਾਂ ਫਿਰ ਇਹ ਟਰਸਟ ਨੂੰ ਬਦਲ ਕੇ ਇਹਨਾਂ ਨੇ ਬਿਨਾਂ ਦੁਬਈ ਵਾਲੇ ਬੰਦਿਆਂ ਨੂੰ ਦੱਸਿਆ ਤੇ ਇਹ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਰਜਿਸਟਰਡ ਕਰਾ ਲਿਆ, ਜਿਹਦੇ ਵਿੱਚ ਜਿਹੜੇ ਦੁਬਈ ਵਾਲੇ ਵੀਰ ਨੇ ਜਿਹੜੇ ਨਾਲ ਲੱਗੇ ਸੀ, ਜਿਹੜੇ ਟਰਸਟ ਦੇ ਮੈਂਬਰ ਸੀ, ਉਹ ਸਾਰੇ ਹੀ ਹੁਣ ਦੱਸ ਸਕਦੇ ਆ, ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ। ਦੁਬਈ 'ਚ ਰਹਿੰਦੇ ਆ ਤੇ ਕਿਤੇ ਹੋਰ ਨਹੀਂ ਗਏ, ਤੇ ਬਹੁਤ ਸਾਰੇ ਇਹ ਚੀਜ਼ ਨੂੰ ਦੇਖਦੇ ਵੀ ਹੋਣਗੇ, ਠੀਕ ਹੈ ਜੀ। ਤੇ ਉੱਥੇ ਇਹ ਟਰਸਟ ਦੇ ਥਰੂ ਜਦੋਂ ਇਹਨਾਂ ਨੇ ਇਹ ਚੀਜ਼ ਅਨਾਉਂਸ ਕੀਤੀ ਤਾਂ ਉਹਦਾ ਰੌਲਾ ਪੈ ਗਿਆ। ਰੌਲਾ ਪੈ ਕੇ ਇਹ 2 ਵਾਰੀ ਉੱਥੇ ਗਏ ਨੇ। ਦੂਜੀ ਵਾਰੀ ਫਿਰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੁੰਦਾ, ਇਹ ਨਵੰਬਰ ਮਹੀਨੇ ਦੇ ਵਿੱਚ 2013 ਦੇ ਵਿੱਚ। ਇਹ ਜਿਹੜੀਆਂ ਚੀਜ਼ਾਂ ਮੈਂ ਬੋਲ ਰਿਹਾ ਬੜੀ ਜ਼ਿੰਮੇਵਾਰੀ ਨਾਲ ਬੋਲ ਰਿਹਾ। 2013 ਨਵੰਬਰ ਦੇ ਮਹੀਨੇ ਦੇ ਵਿੱਚ ਇਹ ਪਟਿਆਲੇ ਤੋਂ ਚੜ੍ਹਦੀ ਕਲਾ ਵਾਲੇ ਦਰਦੀ ਸਾਹਿਬ ਨੂੰ ਲੈ ਕੇ ਜਾਂਦੇ। ਚੜ੍ਹਦੀ ਕਲਾ ਅਖਬਾਰ ਵੀ ਚਲਾਉਂਦੇ ਆ, ਉਹ ਟਾਈਮ TV ਵੀ ਚਲਾਉਂਦੇ ਨੇ। ਦਰਦੀ ਸਾਹਿਬ ਜਿਹੜੇ ਉਹਦੇ ਮਾਲਕ ਨੇ, ਉਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ। ਤੁਸੀਂ ਦਰਦੀ ਸਾਹਿਬ ਨੂੰ ਵੀ ਇਹ ਗੱਲ ਪੁੱਛੋ ਕਿ ਉੱਥੇ ਕੀ ਹੋਈ ਸੀ ਨੇਪਾਲ 'ਚ ਗੱਲ। ਜਦੋਂ ਉੱਥੇ ਚਲੇ ਜਾਂਦੇ ਆ, ਉੱਥੇ ਪਹੁੰਚਦੇ ਆ ਤੇ ਉੱਥੇ UK ਦਾ ਨਿਸਕਾਮ ਸੇਵਾ ਜਥਾ ਵੀ ਪਹੁੰਚ ਜਾਂਦਾ। ਅਨਫੋਰਚੂਨੇਟਲੀ, ਕਿਸਮਤ ਨਾਲ ਜਾਂ ਬਦਕਿਸਮਤੀ ਨਾਲ, ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਬਾਬੇ ਨਾਨਕ ਦੀ ਇੱਥੇ ਜਗ੍ਹਾ ਤੇ ਇੱਥੇ ਗੁਰੂ ਘਰ ਹੈ, ਉਹਨਾਂ ਨੇ ਜਾ ਕੇ ਜੀ ਉੱਥੇ ਡੇਰਾ ਲਾਤਾ ਤੇ ਉੱਥੇ ਜਾ ਕੇ ਉਹਨਾਂ ਨੇ ਲੰਗਰ ਲਾ ਦਿੱਤਾ। ਜਦੋਂ ਇਹਨੇ ਦੁਬਾਰਾ ਵਿਜ਼ਿਟ ਕੀਤਾ SB ਉਬਰਾਏ ਸਾਹਿਬ ਨੇ, ਉਹਨੇ ਦੇਖਿਆ ਕਿ ਇਹ ਕਿੱਥੋਂ ਆ ਗਏ ਤੇ ਉਹਨਾਂ ਨਾਲ ਤੂੰ ਮੈਂ ਹੋਈ। ਇਹ ਗੱਲ ਵੱਡੇ ਲੈਵਲ ਤੇ ਚਲੀ ਗਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦੀ ਭਿਣਕ ਪੈ ਜਾਂਦੀ ਹੈ ਜਦੋਂ ਐਡੇ ਵੱਡੇ ਲੈਵਲ ਤੇ ਰੌਲਾ ਪਿਆ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਟੀਮ ਬਣਾਉਂਦੀ ਹੈ। ਟੀਮ ਬਣਾ ਕੇ ਉਹਨੂੰ ਨੇਪਾਲ ਭੇਜ ਦਿੰਦੀ ਹੈ ਆਫੀਸ਼ੀਅਲੀ, ਆਪਣੇ ਅੰਬੈਸੀ ਦੇ ਥਰੂ ਗੱਲਬਾਤ ਕਰਕੇ, ਗੌਰਮੈਂਟ ਦੇ ਥਰੂ ਗੱਲ ਕਰਕੇ। ਤਾਂ ਤੀਜੀ ਧਿਰ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਵੀ ਫਿਰ ਇੰਟਰਫੇਅਰ ਕਰ ਜਾਂਦੀ ਹੈ। ਫਿਰ ਇਹ ਗੱਲ ਕਾਫੀ ਉਲਝਦੀ ਲੱਗੀ SP ਉਬਰਾਏ ਸਾਹਿਬ ਨੂੰ। ਫਿਰ ਉੱਥੋਂ ਇਹ ਮੈਦਾਨ ਛੱਡ ਕੇ ਭੱਜ ਕੇ ਆ ਗਏ। ਮੁੜ ਕੇ ਇਹਨਾਂ ਨੇ ਕਦੇ ਉਸ ਗੁਰੂ ਨਾਨਕ ਮੱਠ ਗੁਰਦੁਆਰਾ ਦੀ ਹਜੇ ਤੱਕ ਗੱਲ ਵੀ ਨਹੀਂ ਕੀਤੀ, ਠੀਕ ਹੈ ਜੀ। ਤੇ ਇੱਥੋਂ ਤੱਕ ਤੁਹਾਨੂੰ ਪਤਾ ਲੱਗ ਗਿਆ। ਤੇ ਜਿਹੜਾ ਉੱਥੇ ਕੇਸ ਲੜਿਆ, ਕਿਉਂਕਿ ਉੱਥੇ ਜਿਹੜੀ ਨੇਪਾਲ ਦੀ ਗੌਰਮੈਂਟ ਸੀ ਉਹਨੂੰ ਸਰਕਾਰੀ ਤੌਰ ਤੇ ਗੁਰੂ ਨਾਨਕ ਮੱਠ ਦੀ, ਬਾਬੇ ਨਾਨਕ ਦੇ ਜਿਹੜਾ ਮੱਠ ਗੁਰਦੁਆਰਾ ਹੈ, ਉਹਦੀ ਜ਼ਮੀਨ ਨੂੰ ਆਪਣੇ 'ਚ ਗੌਰਮੈਂਟ ਰਲਾਉਣਾ ਚਾਹੁੰਦੀ ਸੀ। ਪਰ ਜਿਹੜਾ ਪ੍ਰੀਤਮ ਸਿੰਘ ਸੀ, ਜਿਹੜਾ ਮੈਂ ਲੀਡਰ ਦੀ ਗੱਲ ਕਰ ਰਿਹਾ, ਜਿਹਨੂੰ ਇਨੀਸ਼ੀਅਲੀ SP ਉਬਰਾਏ ਸਾਹਿਬ ਮਿਲੇ ਸੀ, ਹਨਾ, ਤਾਂ ਇਹ ਸਾਰੇ ਹੀ ਬੰਦੇ ਤੇ ਉਹਨਾਂ ਦਾ ਇੱਕ ਕਲਰਕ ਹੈ ਪ੍ਰੀਤਮ ਸਿੰਘ ਦਾ, ਹੇਮ ਸ਼੍ਰੇਸ਼ਟ ਸ਼ਾਇਦ ਉਹਦਾ ਨਾਮ ਹੈ, ਪੂਰਾ ਨਾਮ ਮੈਨੂੰ ਪਤਾ ਨਹੀਂ, ਪਰ ਹੇਮ ਸ਼੍ਰੇਸ਼ਟ ਕਰਕੇ ਪੜ੍ਹਿਆ ਲਿਖਿਆ ਕਲਰਕ ਹੈ। ਉਹਨੇ ਸਾਰੇ ਡਾਕੂਮੈਂਟ ਚੱਕੇ ਤੇ ਕੋਰਟ ਦੇ ਵਿੱਚ ਉਹਨੇ ਕੇਸ ਕਰ ਦਿੱਤਾ। ਜਦੋਂ ਗੌਰਮੈਂਟ ਬਾਬੇ ਨਾਨਕ ਦੇ ਗੁਰਦੁਆਰੇ ਨਾਨਕ ਮੱਠ ਦੀ ਜ਼ਮੀਨ ਨੂੰ ਹਥਿਆਉਣ ਲੱਗੀ ਤੇ ਉਹਨਾਂ ਨੇ ਕੋਰਟ ਦੇ ਵਿੱਚ ਇਹ ਕੇਸ ਜਿੱਤ ਲਿਆ ਤੇ ਦੁਬਾਰਾ ਬਾਬੇ ਨਾਨਕ ਦੇ ਮੱਠ ਗੁਰਦੁਆਰੇ ਦੇ ਨਾਮ ਇਹ ਜ਼ਮੀਨ ਕਰਵਾ ਦਿੱਤੀ। ਤੇ ਇਹ ਕੇਸ ਤੇ ਸਾਰਾ ਪੈਸਾ, ਸਾਰੀ ਚੀਜ਼ ਜਿਹੜੇ ਨੇਪਾਲ ਦੇ ਵਿੱਚ ਸਰਦਾਰ ਪ੍ਰੀਤਮ ਸਿੰਘ ਜੀ ਲੀਡਰ ਨੇ, ਜਿਹੜੇ ਉੱਥੇ ਕਾਫੀ ਸੋਸ਼ਲ ਵਰਕ ਵੀ ਕਰਦੇ ਆ, ਤੇ ਉਹਨਾਂ ਨੇ ਇਹ ਸਾਰਾ ਜਿਹੜਾ ਕੰਮ ਸੀ ਉਹ ਕੀਤਾ। ਤੇ ਸੇਰਾ SP ਉਬਰਾਏ ਸਾਹਿਬ ਲੈਣ ਨੂੰ ਫਿਰਦੇ ਸੀ। ਜਦੋਂ ਕਿਸੇ ਬੰਦੇ ਨੂੰ ਇੰਨੀ ਦੌਲਤ, ਇੰਨੀ ਪ੍ਰਮਾਤਮਾ ਨੇ ਕਿਰਪਾ ਕੀਤੀ ਹੋਵੇ ਤੇ ਉਹਨੂੰ ਇਹੋ ਜਿਹੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਮੇਰੇ ਵਰਗੇ ਬੰਦਿਆਂ ਨੂੰ ਕਿਉਂ ਬੋਲਣਾ ਪਵੇ। ਹੁਣ ਦੇਖੋ ਉਬਰਾਏ ਸਾਹਿਬ, ਮੈਂ ਪਿਛਲਾ ਐਪੀਸੋਡ ਕੀਤਾ, ਮੈਂ ਹੁਣ ਦਾ ਵੀ ਕਰ ਰਿਹਾ ਤੇ ਅੱਗੇ ਮੈਨੂੰ ਪਤਾ ਨਹੀਂ ਕਿੰਨੇ ਕੁ ਕਰਨੇ ਪੈਣੇ ਆ। ਤੁਸੀਂ ਮੇਰਾ ਵੀ ਸਮਾਂ ਰਿਸਰਚ ਦੇ ਵਿੱਚ ਖਰਾਬ ਨਾ ਹੋਵੇ, ਤੁਹਾਡਾ ਵੀ ਸਮਾਂ ਖਰਾਬ ਨਾ ਹੋਵੇ, ਨਾ ਤੁਹਾਨੂੰ ਪਰੇਸ਼ਾਨੀ ਹੋਵੇ, ਨਾ ਤੁਹਾਡੇ ਚੇਲੇ ਬਾਲਕਿਆਂ ਨੂੰ, ਚਮਚਿਆਂ ਨੂੰ, ਕਰਿੰਦਿਆਂ ਨੂੰ ਪਰੇਸ਼ਾਨੀ ਹੋਵੇ, ਤੁਹਾਡਾ ਵੀ ਬਿਜ਼ਨਸ ਇਸੇ ਤਰ੍ਹਾਂ ਚਲੇ ਜਾਏ। ਤੁਸੀਂ ਆ ਕੇ ਜਨਤਾ ਦੇ ਲਈ, ਲੋਕ ਭਲਾਈ ਦੇ ਕੰਮ ਕਰਦੇ ਹੋ, ਤੁਸੀਂ ਜਨਤਾ ਨੂੰ ਬਸ ਸਿੱਧਾ ਜਿਹਾ ਡਿਕਲੇਅਰ ਕਰ ਦਿਓ ਕਿ ਆਹ ਭਾਈ ਇਸ ਕਰਕੇ ਆ ਚੀਜ਼ਾਂ ਹੋ ਰਹੀਆਂ ਨੇ। ਸੋ ਸਾਨੂੰ ਕਰਿੰਦਿਆਂ ਤੋਂ ਜਵਾਬ ਦਿਵਾਉਣੇ ਜਾਂ ਆਪਣੇ ਚਮਚਿਆਂ ਤੋਂ ਜਵਾਬ ਦਿਵਾਉਣੇ ਤੇ ਇਹਦੇ 'ਚ ਵਾਜਬ ਨਹੀਂ ਮੈਨੂੰ ਲੱਗਦਾ। ਤੁਸੀਂ ਆ ਕੇ ਆਪਣੇ ਡਾਕੂਮੈਂਟ ਸਬਮਿਟ ਕਰਾਓ। ਜੇ ਤੁਸੀਂ ਨਹੀਂ ਹੈਗੇ ਤੇ ਅਸੀਂ ਐਕਸੈਪਟ ਕਰ ਲਾਂਗੇ। ਅਸੀਂ ਇਸ ਚੀਜ਼ ਦੀ ਅਪੋਲੋਜੀਜ਼ ਕਰਾਂਗੇ ਕਿ ਅਸੀਂ ਜੋ ਕਿਹਾ ਸੀ, ਜੋ ਸਾਡੇ ਕੋਲ ਡਾਕੂਮੈਂਟ ਨੇ, ਅਸੀਂ ਉਹ ਪੇਸ਼ ਕਰਾਂਗੇ। ਜੋ ਤੁਹਾਡੇ ਕੋਲ ਡਾਕੂਮੈਂਟ ਨੇ ਉਹ ਤੁਸੀਂ ਪੇਸ਼ ਕਰਿਓ, ਠੀਕ ਹੈ ਜੀ। ਤੇ ਫਿਰ ਇੱਕ ਹੋਰ ਗੱਲ ਤੇ ਆ ਜਾਓ। ਮੇਰੇ ਕੋਲੇ ਗੱਲਾਂ ਬਹੁਤ ਨੇ, ਹੋ ਸਕਦਾ ਆਪਣੇ 7 ਜਾਂ ਐਪੀਸੋਡ 8 ਚੱਲਣ ਇਹਦੇ, ਕਿਉਂਕਿ ਹਜੇ ਤਾਂ ਦੂਜਾ ਹੀ ਹੋਇਆ। ਭੰਗੂ ਸਾਹਿਬ ਪਰਲ ਵਾਲੇ,
ਉਹਨਾਂ ਦੀ ਗੱਲ ਦੁਬਾਰਾ ਫਿਰ ਵਿੱਚ ਆ ਜਾਂਦੀ ਹੈ। ਪੰਗੂ ਸਾਹਿਬ ਨੇ ਇੱਕ ਕੁਰਾਲੀ ਦੇ ਵਿੱਚ, ਚੰਡੀਗੜ੍ਹ ਦੇ ਨੇੜੇ, ਤੁਹਾਨੂੰ ਪਤਾ ਹੀ ਹੈ ਕੁਰਾਲੀ ਸਾਰੇ ਜਾਣਦੇ ਹੋਣੇ, ਪੰਜਾਬ ਵਾਲੇ ਬੰਦੇ ਤਾਂ, ਮਾਲਵੇ ਵਾਲੇ ਖਾਸ ਕਰਕੇ, ਕੁਰਾਲੀ ਦੇ ਵਿੱਚ ਉਹਦੇ ਤੇ ਰੇਲਵੇ ਓਵਰ ਬ੍ਰਿਜ ਬਣਿਆ, ROB ਕਹਿੰਦੇ ਆਪਾਂ, ROB ਜਿਹੜਾ ਬਣਿਆ, ਤਾਂ ਉਹ ਪੰਗੂ ਸਾਹਿਬ ਨੇ, ਪਰਲ ਵਾਲਿਆਂ ਨੇ ਉਹਦਾ ਠੇਕਾ ਲੈ ਲਿਆ। ਇਹਨੇ ਕਿਹਾ ਕਿ ਯਾਰ ਇਹ ਤਾਂ ਮੇਰਾ ਕੰਮ ਹੈ, ਤੇ ਪੰਗੂ ਸਾਹਿਬ ਨੇ ਆਪਣੀ ਪੋਲੀਟੀਕਲ ਅਪਰੋਚ ਦੇ ਨਾਲ ਕੁਰਾਲੀ ਵਾਲਾ ROB ਜਿਹੜਾ ਰੇਲਵੇ ਓਵਰ ਬ੍ਰਿਜ ਬਣਿਆ ਹੋਇਆ, ਜਿਹਦੇ ਉੱਤੇ ਕਾਫੀ ਟ੍ਰੈਫਿਕ ਜਾਂਦੀ ਹੈ, ਉਹ ਠੇਕਾ ਲੈ ਲਿਆ ਤੇ ਇਹਦੇ ਕਹਿਣ ਤੇ ਇਹਨੂੰ ਸਬਲੈਟ ਕਰ ਦਿੱਤਾ। ਠੇਕਾ ਲਿਆ ROB ਰੇਲਵੇ ਓਵਰ ਬ੍ਰਿਜ ਦਾ, ਕੁਰਾਲੀ ਵਾਲਾ, ਜਿਹਦੇ ਦੇ ਉੱਤੇ ਤੁਸੀਂ ਬਹੁਤ ਵਾਰੀ ਲੰਘ ਕੇ ਜਾਂਦੇ ਹੋਣੇ ਆ। ਤੇ ਉਸ ਠੇਕੇ ਦੇ ਵਿੱਚੋਂ ਇਹਨਾਂ ਨੇ ਜੋ ਵੀ ਇਹਨਾਂ ਦੀ ਡੀਲ ਹੋਈ, ਉਹ ਹੋਈ ਪੰਗੂ ਸਾਹਿਬ ਨਾਲ, ਪਰ ਉੱਥੇ ਇੱਕ ਟੋਲ ਲੱਗਿਆ। ਜਿਹੜੇ ਬੰਦਿਆਂ ਨੇ ਟੋਲ ਦਿੱਤਾ ਉਹ ਹੁੰਗਾਰਾ ਭਰਨਗੇ ਇਸ ਗੱਲ ਦੀ। ਤੇ ਉੱਥੇ ਟੋਲ ਲੱਗਿਆ, ਟੋਲ ਦੇ ਉੱਤੇ ਕਰੋੜਾਂ ਰੁਪਇਆ ਇਕੱਠਾ ਕੀਤਾ ਗਿਆ, ਤੇ ਉਹ ਟੋਲ ਤਕਰੀਬਨ ਜੇ ਮੈਂ ਗਲਤ ਨਾ ਹੋਵਾਂ 10 ਸਾਲ ਉੱਥੇ ਲੱਗਿਆ ਰਿਹਾ। ਜਿੰਨਾ ਬ੍ਰਿਜ ਤੇ ਪੈਸਾ ਲੱਗਿਆ ਸੀ ਉਸ ਤੋਂ 9-10 ਗੁਣਾ ਉੱਥੋਂ ਕਮਾਇਆ ਗਿਆ, ਪਰ ਟੋਲ ਐਕਸਟੈਂਡ ਹੀ ਕੀਤਾ ਗਿਆ, ਖਤਮ ਨਹੀਂ ਕੀਤਾ ਗਿਆ ਜਦੋਂ ਤੱਕ ਪੈਸਾ ਪੂਰਾ ਹੋਇਆ। ਤੇ ਉਹ ਟੋਲ ਦੇ ਵਿੱਚੋਂ ਜਿਹੜੀ ਸਾਰੀ ਕਮਾਈ ਹੈ ਡਾਇਰੈਕਟਲੀ SP ਓਬਰਾਏ ਸਾਹਿਬ ਨੂੰ ਗਈ। ਪਰ ਉਹ ਕੋਈ ਐਸਾ ਕੰਮ ਨਹੀਂ, ਪਰ ਮੈਂ ਇਹ ਕਹਿਣਾ ਕਿ ਮੈਨੂੰ ਹੋਰ ਵੀ ਬਹੁਤ ਕੁਝ ਪਤਾ। ਮੈਂ ਜੇ ਤੁਸੀਂ ਥੋੜੀ ਦੇਰ ਅਜੇ ਹੋਰ ਨਾ ਬੋਲੇ ਤਾਂ ਮੈਂ ਹੋਰ ਵੀ ਬਹੁਤ ਸਾਰੀਆਂ ਪਰਤਾਂ ਜਿਹੜੀਆਂ ਆਲਰੇਡੀ ਪੇਪਰਾਂ ਦੇ ਵਿੱਚ ਐਸਟੈਬਲਿਸ਼ ਹੋ ਚੁੱਕੀਆਂ ਜਾਂ ਗੂਗਲ ਦੇ ਉੱਤੇ ਪਈਆਂ ਨੇ, ਉਹ ਮੈਂ ਦੁਬਾਰਾ ਦੱਸਣ ਦੀ ਕੋਸ਼ਿਸ਼ ਕਰੂੰਗਾ। ਪਰ ਤੁਹਾਨੂੰ ਹੁਣ ਇਸ ਵੇਲੇ ਬੋਲਣਾ ਚਾਹੀਦਾ, ਤੇ ਤੁਹਾਨੂੰ ਇਹ ਜਨਤਾ ਦੀਆਂ ਗੱਲਾਂ ਜਿਹੜੀਆਂ ਉਹ ਜਨਤਕ ਕਰਨੀਆਂ ਚਾਹੀਦੀਆਂ। ਉਸ ਪੁਲ ਦੇ ਉੱਤੇ ਓਬਰਾਏ ਸਾਹਿਬ ਨੇ ਬਣਿਆ, ਇਹਨਾਂ ਦੇ ਕੋਲੇ ਸਬਲੈਟ ਹੋਇਆ, ਤੇ ਉਹਦੇ ਵਿੱਚ ਇਹਨਾਂ ਨੇ ਆਪਣੇ ਭਰਾ ਗੁਰਜੀਤ ਸਿੰਘ ਨੂੰ ਵੀ ਨਾਲ ਰਲਾ ਲਿਆ, ਜਿਹੜੇ ਅੱਜ ਕੱਲ੍ਹ ਮੋਹਾਲੀ ਰਹਿੰਦੇ ਆ। ਤੇ ਗੁਰਜੀਤ ਸਿੰਘ ਦੇ ਜਿਹੜੇ ਕਾਰਨਾਮੇ ਆ ਉਹ ਅਗਲੇ ਐਪੀਸੋਡ ਦੇ ਵਿੱਚ ਆਪਾਂ ਹੋਰ ਕਾਫੀ ਕੁਝ ਦੱਸਾਂਗੇ ਕਿ ਕਿਸ ਤਰ੍ਹਾਂ ਕਰਕੇ ਉਹਨਾਂ ਨੇ ਸਿਕਿਉਰਿਟੀ ਲਈ ਹੈ। ਤੇ ਫਿਰ ਹੋਰ ਪੰਗੂ ਸਾਹਿਬ ਨਾਲ ਰਿਲੇਟਡ ਗੱਲ ਇੱਕ ਹੋਰ ਹੈ ਕਿ ਸੈਕਟਰ 4 ਜਿਹੜਾ ਕਿ ਬਹੁਤ ਅਮੀਰਾਂ ਦਾ ਤੇ ਬਹੁਤ ਜ਼ਿਆਦਾ ਮਹਿੰਗੀ ਹੈ, ਤੇ ਇਹ ਸੈਕਟਰ 4 ਤੇ ਕੋਠੀ ਨੰਬਰ 5, ਹੁਣ ਪੰਗੂ ਸਾਹਿਬ ਤਾਂ ਜੇਲ੍ਹ ਦੇ ਵਿੱਚ ਨੇ, ਜੇਲ੍ਹ 'ਚ ਨੇ, ਕਦੇ ਹਸਪਤਾਲ ਚਲੇ ਜਾਂਦੇ ਆ, ਉਹਨਾਂ ਦੇ ਉੱਤੇ CBI ਦਾ ਕੇਸ ਹੋਇਆ ਪਿਆ, ਪਤਾ ਨਹੀਂ ਉਹਨਾਂ ਨੇ ਆਉਣਾ ਵੀ ਆ ਬਾਹਰ ਜਾਂ ਉਹਨਾਂ ਨੇ ਉੱਥੇ ਹੀ ਰਹਿਣਾ ਆ। ਤੇ ਉਹਨਾਂ ਦੀ ਜਿਹੜੀ ਕੋਠੀ ਸੀ ਚੰਡੀਗੜ੍ਹ ਸੈਕਟਰ 4, ਮੇਰੇ ਖਿਆਲ ਮੈਂ ਗਲਤ ਨਾ ਹੋਵਾਂ, ਮੈਂ ਜਾ ਕੇ ਵੀ ਆਇਆ, ਕੋਠੀ ਨੰਬਰ 5, ਤੇ ਉੱਥੇ ਓਬਰਾਏ ਸਾਹਿਬ ਅੱਜ ਕੱਲ੍ਹ ਤੁਹਾਡਾ ਕਬਜ਼ਾ, ਪੂਰੀ ਕੋਠੀ ਤੇ ਕਬਜ਼ਾ ਨਹੀਂ, ਅੱਧੀ ਕੋਠੀ ਤੇ, ਉਹਦੇ ਅੱਧੇ ਪੋਰਸ਼ਨ ਤੇ। ਪਿਛਲੀ ਵਾਰੀ ਪ੍ਰੋਬਲਮ ਜਦੋਂ ਤੁਸੀਂ ਵੇਚਣ ਲੱਗੇ, ਕਿਉਂਕਿ ਬਹੁਤ ਮਹਿੰਗੀ ਜਗ੍ਹਾ, ਉੱਥੇ ਆਮ ਬੰਦਾ ਤਾਂ ਐਂਟਰੀ ਨਹੀਂ ਮਾਰ ਸਕਦਾ, ਤੇ ਉਹ ਕੋਠੀ ਜਿਹੜੀ ਪੰਗੂ ਸਾਹਿਬ ਦੀ ਪਰਲ ਵਾਲਿਆਂ ਦੀ ਸੀ, ਉਹਦੀ ਅੱਧੀ ਕੋਠੀ ਤੇ ਤੁਹਾਡਾ ਕਬਜ਼ਾ। ਤੇ ਉਹਦੀ ਵੇਚਣ 'ਚ ਕੀ ਪ੍ਰੋਬਲਮ ਆਉਂਦੀ ਹੈ ਕਿ ਜੇ ਪੂਰੀ ਵੇਚੀ ਜਾਵੇ ਤਾਂ ਉਹ ਉੱਥੋਂ ਦੇ ਰੂਲ ਐਂਡ ਰੈਗੂਲੇਸ਼ਨ ਕਹਿੰਦੇ ਕਿ ਕੋਠੀ ਪੂਰੀ ਵੇਚੀ ਜਾ ਸਕਦੀ ਹੈ। ਤੁਹਾਡੀ ਦੋਹਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ, ਜਿਨ੍ਹਾਂ ਨੇ ਅੱਧੀ ਕੋਠੀ ਤੇ ਕਬਜ਼ਾ ਕੀਤਾ ਉਹ ਕੋਠੀ ਦੀ ਵਿਕਣ ਦੀ ਅੱਜ ਕੱਲ੍ਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ। ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ, ਕਿਉਂਕਿ ਤੁਹਾਡੀ ਅਪਰੋਚ ਬਹੁਤ ਹੈ ਇੰਡੀਆ ਗਵਰਨਮੈਂਟ ਤੱਕ, ਪੋਲੀਟੀਕਲ ਬੰਦਿਆਂ ਤੱਕ, ਮਹਿਲਾਂ ਤੱਕ, ਪੁਰਾਣੇ ਸਿਆਸਤਦਾਨਾਂ ਤੱਕ, ਵੱਡਿਆਂ ਤੱਕ, ਮਿਨਿਸਟਰਾਂ ਤੱਕ, ਪਰ ਉਹ ਚੀਜ਼ ਮਸਲਾ ਤੁਹਾਡੇ ਤੋਂ ਹੱਲ ਨਹੀਂ ਹੋ ਰਿਹਾ। ਹਜੇ ਤਾਂ 2 ਹੀ ਪੇਜ ਹੋਏ ਆ। ਇੱਕ ਸਭ ਤੋਂ ਜਾਂਦੇ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਡੇ ਨਾਲ ਕਰਨੀ ਹੈ ਕਿ ਤੁਸੀਂ SP ਓਬਰਾਏ ਸਾਹਿਬ, ਤੁਹਾਨੂੰ ਇੱਕ ਸਿੱਖ ਹਿਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਕਾਰਨਾਮਾ ਹੋਇਆ ਸੀ, ਨਿਰੰਕਾਰੀਆਂ ਦੇ ਨਾਲ ਝਗੜਾ ਹੋਇਆ ਸੀ ਸਿੱਖਾਂ ਦਾ, ਤੇ ਜਿਹਦੇ ਵਿੱਚ ਗੋਲੀਆਂ ਚੱਲੀਆਂ ਸੀ ਤੇ 14 ਸਿੰਘ ਉੱਥੇ ਸ਼ਹੀਦ ਹੋ ਗਏ ਸੀ, ਜਿਨ੍ਹਾਂ ਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਬਾਰ-ਬਾਰ ਜ਼ਿਕਰ ਕੀਤਾ। ਆਪਣੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੈੱਟ ਤੇ ਪਈਆਂ ਨੇ, ਵੀਡੀਓ 'ਚ ਵੀ ਤੁਸੀਂ ਦੇਖ ਸਕਦੇ ਹੋ ਉਹਨੂੰ, ਤੇ ਉਹਨਾਂ ਦੀਆਂ ਗੱਲਾਂ ਸੁਣ ਵੀ ਸਕਦੇ ਹੋ, ਪੜ੍ਹ ਵੀ ਸਕਦੇ ਹੋ। ਤੇ ਨਿਰੰਕਾਰੀਆਂ ਨਾਲ ਝਗੜਾ ਹੋਇਆ ਸੀ ਕਿਸੇ ਜਲੂਸ ਨੂੰ ਲੈ ਕੇ। ਗਵਰਨਮੈਂਟ ਨੇ ਮੌਕੇ ਦੀ ਨੇ ਉਹਦੀ ਸਪੋਰਟ ਕੀਤੀ ਸੀ, ਤੇ ਸਿੰਘਾਂ ਨੇ ਉਹਦਾ ਡਟ ਕੇ ਮੁਕਾਬਲਾ ਕੀਤਾ ਸੀ। ਉੱਥੇ ਝਗੜਾ ਹੋਇਆ ਸੀ ਤੇ ਉੱਥੇ ਗੋਲੀ ਚੱਲੀ ਸੀ, ਉੱਥੇ 14 ਸਿੰਘ ਸ਼ਹੀਦ ਹੋਏ ਸੀ, ਤੇ ਉੱਥੇ SP ਓਬਰਾਏ ਸਾਹਿਬ ਵੀ ਮੌਜੂਦ ਸੀ। ਜਦੋਂ ਗੋਲੀ ਚੱਲੀ ਤਾਂ SP ਓਬਰਾਏ ਸਾਹਿਬ ਉੱਥੋਂ ਭੱਜ ਗਏ।
ਗੱਲ ਭੱਜਣ ਦੀ ਨਹੀਂ, ਗੋਲੀ ਦੇ ਮੂਹਰੇ ਸਾਰੇ ਹੀ ਭੱਜਦੇ ਆ ਤੇ ਜਦੋਂ ਲੜਾਈ ਹੁੰਦੀ ਹੈ ਹਰੇਕ ਬੰਦਾ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤਾ। ਐਸਪੀ ਓਬਰਾਏ ਸਾਹਿਬ ਆਪਣੀ ਆਤਮਾ ਤੇ ਆਪਣੇ ਦਿਲ ਤੇ ਆਪਣੇ ਜ਼ਿਹਨ ਤੇ ਹੱਥ ਰੱਖ ਕੇ ਤੁਸੀਂ ਇਹ ਚੀਜ਼ ਜਨਤਕ ਕਰਨੀ ਕਿ ਤੁਸੀਂ ਉਸ ਝਗੜੇ ਦੇ ਵਿੱਚੋਂ ਪ੍ਰਮਾਤਮਾ ਨੇ ਤੁਹਾਡੇ ਤੋਂ ਕੋਈ ਕਾਰਜ ਕਰਾਉਣੇ ਹੋਣੇ ਤੁਹਾਨੂੰ ਬਚਾਇਆ ਤੇ ਉੱਥੋਂ ਤੁਸੀਂ ਉਸ ਲੜਾਈ ਦੇ ਵਿੱਚੋਂ ਭੱਜ ਕੇ ਤੁਸੀਂ ਕਿੱਥੇ ਆਏ ਸੀ ਤੇ ਫਿਰ ਕਿੱਥੇ ਰਹੇ ਸੀ। ਜਿੱਥੇ ਰਹੇ ਸੀ ਉੱਥੇ ਤੁਹਾਡਾ ਕਿਹੜੇ ਬੰਦਿਆਂ ਨਾਲ ਲਿੰਕ ਹੋਇਆ ਤੇ ਉਸ ਲਿੰਕ ਤੋਂ ਤੁਸੀਂ ਕੀ ਕੁਝ ਖੱਟਿਆ। ਇੰਨਾ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਨੂੰ ਪਤਾ ਜਿਹੜੇ ਬੰਦਿਆਂ ਕੋਲ ਤੁਸੀਂ ਆਏ, ਮੈਨੂੰ ਇਹ ਵੀ ਪਤਾ ਹੈ ਕਿ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਆਏ, ਪਰ ਤੁਸੀਂ ਲਿੰਕ ਬਣਾ ਕੇ ਉਹਨੂੰ ਬਿਜ਼ਨਸ ਦੇ ਵਿੱਚ ਫਿਰ ਕਿਵੇਂ ਯੂਜ਼ ਕੀਤਾ, ਤੁਸੀਂ ਇੱਕ ਆਮ ਬੰਦੇ ਤੋਂ ਖਾਸ ਕਿਵੇਂ ਬਣੇ। ਕੁੰਡੀ ਜਿਹੜੀ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ। ਗੱਲਾਂ ਹੋਰ ਵੀ ਬਹੁਤ ਕਰਨ ਵਾਲੀਆਂ ਓਬਰਾਏ ਸਾਹਿਬ, ਪਰ ਇਹ ਜਿਹੜੀਆਂ ਗੱਲਾਂ ਨੇ ਉਹ ਬਹੁਤ ਸੀਰੀਅਸ ਨੇ, ਇਹ ਕੌਮ ਵਾਸਤੇ ਬਹੁਤ ਘਾਤਕ ਨੇ। ਤੁਹਾਡੇ ਲਿੰਕ ਜਿਹੜੇ ਐਸਟੈਬਲਿਸ਼ ਹੋਏ ਉਸ ਵੇਲੇ ਦੀ ਖੜਕੂ ਲਹਿਰ ਨਾਲ, ਉਹ ਕਿੱਥੋਂ ਹੋਏ ਸੀ ਤੇ ਕਿਹੜੇ ਬੰਦੇ ਤੁਹਾਨੂੰ ਮਿਲੇ ਸੀ, ਉਹਨਾਂ ਨੇ ਬਿਜ਼ਨਸ ਦੇ ਵਿੱਚ ਤੁਹਾਡੀ ਕਿਵੇਂ ਹੈਲਪ ਕੀਤੀ ਤੇ ਜਿਹੜੇ ਰੁੱਗਾਂ ਦੇ ਰੁੱਗ ਪੈਸੇ ਦੇ ਕਿਵੇਂ ਆਏ ਤੇ ਅੱਜ ਜਿਹੜੇ ਰੁੱਗਾਂ ਦੇ ਰੁੱਗ ਪੈਸੇ ਦੇ ਉਹ ਕਿਵੇਂ ਆ ਰਹੇ ਨੇ। ਕਿ ਦੁਬਈ ਦੇ ਵਿੱਚ ਜਿਹੜਾ ਤੁਹਾਡਾ ਹੋਟਲ ਸੀ ਉਹ ਵੀ ਤੁਸੀਂ 3-4 ਸਾਲ ਹੋ ਗਏ ਛੱਡ ਦਿੱਤਾ, ਉਹਦੇ ਤੋਂ ਕੋਈ ਇਨਕਮ ਨਹੀਂ। ਫਿਰ ਤੁਹਾਡੀ ਡੀ ਵਾਟਰਿੰਗ ਦੀ ਕੰਪਨੀ ਸੀ ਤਾਂ ਦੁਬਈ ਦੇ ਵਿੱਚ ਹੋਰ ਬਹੁਤ ਵੱਡੀਆਂ ਕੰਪਨੀਆਂ ਆ ਗਈਆਂ। ਡੀ ਵਾਟਰਿੰਗ ਜਿਹੜੀ ਚੀਜ਼ ਹੁੰਦੀ ਹੈ, ਮਸ਼ੀਨਾਂ ਹੁੰਦੀਆਂ ਜਿਹੜੇ ਟਾਵਰ ਬਣਦੇ ਆ, ਬਿਲਡਿੰਗਾਂ ਬਣਦੀਆਂ, ਉਹਨਾਂ ਦੇ ਥੱਲੇ ਜਿਹੜੀ ਅੰਡਰਗਰਾਊਂਡ ਬਿਲਡਿੰਗਾਂ ਬਣਦੀਆਂ, ਉਹਦੇ ਵਿੱਚ ਪਾਣੀ ਦੀ ਪ੍ਰੋਬਲਮ ਦੁਬਈ ਦੇ ਵਿੱਚ ਆ ਜਾਂਦੀ ਹੈ ਤੇ ਉਹਨੂੰ ਸਾਫ਼ ਕਰਨ ਵਾਸਤੇ ਉਹਨੂੰ ਡੀ ਵਾਟਰਿੰਗ ਕਹਿੰਦੇ ਆ। ਇਹਨਾਂ ਦਾ ਬਿਜ਼ਨਸ ਮੇਨ ਡੀ ਵਾਟਰਿੰਗ ਸੀ ਤੇ ਉਹ ਡੀ ਵਾਟਰਿੰਗ ਬਿਜ਼ਨਸ ਇਹਨਾਂ ਦਾ ਬਹੁਤ ਡਾਊਨ ਹੋ ਗਿਆ। ਜਿੱਥੇ ਇਹਨਾਂ ਕੋਲੇ 700 ਤੋਂ ਲੈ ਕੇ 800 ਬੰਦਾ ਕੰਮ ਕਰਦਾ ਸੀ, ਉੱਥੇ ਹੁਣ 70 ਦੇ ਕਰੀਬ ਹੀ ਰਹਿ ਗਏ ਆ। ਸੋਰਸ ਆਫ ਇਨਕਮ ਉੱਥੋਂ ਤਕਰੀਬਨ ਫਿਨਿਸ਼ ਹੈ ਤੇ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਉਹ ਕਾਫੀ ਡਾਮਾਡੋਲ ਹੈ। ਤੇ ਤੁਸੀਂ ਪਲੀਜ਼ ਕਿਰਪਾ ਕਰਕੇ ਇਹਦੇ ਬਾਰੇ 'ਚ ਤੁਸੀਂ ਬੋਲੋ ਕਿ ਜੋ ਵੀ ਅਨਾਉਂਸਮੈਂਟਾਂ ਹੋ ਰਹੀਆਂ, ਜੋ ਵੀ ਪੈਸਾ ਆ ਰਿਹਾ ਤੇ ਜਾ ਰਿਹਾ, ਉਹ ਕਿੱਧਰੋਂ ਆ ਰਿਹਾ ਤੇ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈਗਾ ਕਿ ਜੋ ਚੀਜ਼ਾਂ ਤੁਸੀਂ ਕਰ ਰਹੇ ਹੋ ਇਹਦੇ ਅੰਡਰਗਰਾਉਂਡ ਬਹੁਤ ਸਾਰੇ ਬੰਦਿਆਂ ਨੇ, ਜਿੱਦਾਂ ਹੁਣ ਉਹ ਬਲੱਡ ਮਨੀ ਸੀ, ਫਾਂਸੀ ਤੇ ਬੰਦੇ ਲੱਗਣੇ ਸੀ, ਉਹਨਾਂ ਵਾਸਤੇ ਜਿਹੜੀ ਕਲੈਕਸ਼ਨ ਹੋਈ ਉਹਦਾ ਸਿਹਰਾ ਤੁਸੀਂ ਇਕੱਲੇ ਲੈ ਗਏ। ਸਿਰ ਬਹੁਤ ਵੱਡੇ ਵਪਾਰੀਆਂ ਨੇ 1 ਲੱਖ ਜਾਂ 2 ਲੱਖ ਨਹੀਂ ਤੁਹਾਨੂੰ ਦਿੱਤਾ, ਉਹਦੇ ਵਿੱਚ ਲੋਕਾਂ ਨੇ ਭਾਵੁਕ ਹੋ ਕੇ ਤੁਹਾਨੂੰ 50 60 ਲੱਖ ਰੁਪਏ ਵੀ ਦਿੱਤੇ। ਉਹ ਵੀ ਪੰਜਾਬ ਦੇ ਵਪਾਰੀਆਂ ਨੇ, ਪੰਜਾਬ ਦੇ ਬੰਦਿਆਂ ਨੇ। ਇੱਕ ਤਾਂ ਬਹੁਤ ਵੱਡੇ ਵਪਾਰੀ ਸ਼ਾਇਦ ਅੱਜ ਦੇਖਦੇ ਵੀ ਹੋਣ, ਫਤਿਹਗੜ੍ਹ ਸਾਹਿਬ ਤੋਂ ਨੇ ਤੇ ਉਹਨਾਂ ਨੇ ਤੁਹਾਨੂੰ 50 ਤੋਂ 60 ਲੱਖ ਰੁਪਇਆ ਦਿੱਤਾ। ਤੁਸੀਂ ਕਦੇ ਉਹਨਾਂ ਵਿਚਾਰਿਆਂ ਦਾ, ਪੱਧਰ ਪੁਰਸ਼ ਦਾ ਨਾਮ ਵੀ ਮੈਂਸ਼ਨ ਨਹੀਂ ਕੀਤਾ ਕਿ ਭਾਈ ਫਲਾਣੇ ਬੰਦੇ ਨੇ ਵੀ ਇਹਦੇ ਹੈਲਪ ਕੀਤੀ ਹੈ। ਤੁਸੀਂ ਸਿਰਫ ਤੇ ਸਿਰਫ ਆਪਣਾ ਹੀ ਚਿਹਰਾ ਚਮਕਾਉਣ ਲੱਗੇ ਹੋ। ਕੋਈ ਵੀ ਕੰਮ ਹੋਵੇ ਆਪਣੇ ਆਪ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ, ਪਰ ਜਿਹੜੇ ਤੁਹਾਡੇ ਨਾਲ ਜੁੜੇ ਸੀ ਜਾਂ ਜੁੜੇ ਹੋਏ ਨੇ, ਜਿਹੜੇ ਗੁਪਤਦਾਨ ਕਰਦੇ ਨੇ, ਦਾਨ ਕਿੱਥੋਂ ਆਉਂਦਾ। ਪੱਧਰ ਪੁਰਸ਼ ਇੱਕ ਦੇਸ਼ 'ਚ ਨਹੀਂ ਬੈਠੇ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਵੇਲੇ ਵੀ ਬੈਠੇ ਨੇ ਜਿਹੜੇ ਸਰਬੱਤ ਦੇ ਭਲੇ 'ਚ ਦਾਨ ਕਰਦੇ ਨੇ। ਤੁਹਾਨੂੰ ਉਹਨਾਂ ਦੇ ਨਾਮ ਜ਼ਰੂਰ ਲੈਣੇ ਚਾਹੀਦੇ ਸੀ। ਉਹ ਬੰਦੇ ਹੁਣ ਵਿਚਾਰੇ ਡਰਦੇ ਇਹ ਵੀ ਨਹੀਂ ਕਹਿੰਦੇ ਕਿ ਯਾਰ ਅਸੀਂ ਪੈਸਾ ਦਿੱਤਾ ਸੀ, ਉਹ ਕਹਿੰਦੇ ਕਿ ਜਿਹੜਾ ਦਾਨ ਹੈ ਨਾ, ਉਹ ਜੇ ਦੇ ਕੇ ਆਪਾਂ ਡਿਸਕਲੋਜ਼ ਕਰੀਏ, ਲੋਕਾਂ ਨੂੰ ਦੱਸੀਏ, ਤਾਂ ਉਹ ਜਿਹੜਾ ਦਾਨ ਹੈ ਉਹ ਦਾਨ ਨਹੀਂ ਰਹਿ ਜਾਂਦਾ। ਤੇ ਪਰ ਮੇਰੇ ਨਾਲ ਪਰਸਨਲੀ ਉਹਨਾਂ ਲੋਕਾਂ ਦੀਆਂ ਕਦੇ ਭਾਵਕ ਤੌਰ ਤੇ ਗੱਲਾਂ ਵੀ ਹੋ ਜਾਂਦੀਆਂ ਤੇ ਕਿਰਪਾ ਕਰਕੇ ਤੁਸੀਂ ਇਹ ਚੀਜ਼ਾਂ ਡਿਸਕਲੋਜ਼ ਕਰਨ ਦੀ ਕੋਸ਼ਿਸ਼ ਕਰਨਾ। ਅਗਲੇ ਹਫਤੇ ਜੇ ਕੋਈ ਨਹੀਂ ਜਵਾਬ ਹੁੰਦਾ, ਨਵੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਕੋਲ ਹੁਣ ਨੇ ਪਰ ਇਹ ਕਈ ਘੰਟੇ ਲੱਗ ਜਾਣੇ ਆ ਤੇ ਫਿਰ ਬੰਦਾ ਵੀਡੀਓ ਤੋਂ ਬੋਰ ਹੋ ਜਾਂਦਾ। ਤੇ ਇਹ ਮੈਂ ਚਾਹੁੰਦਾ ਕਿ ਅਗਲੇ ਹਫਤੇ ਫਿਰ ਇੱਕ ਹੋਰ ਐਪੀਸੋਡ ਜਿਹਦੇ 'ਚ ਜਿਹੜੀਆਂ ਛੋਟੀਆਂ NGO ਬਣਾ ਕੇ ਤੁਸੀਂ ਡਾਂਸਰਾਂ ਦੇ ਤੌਰ ਤੇ ਮਿਸ ਪੰਜਾਬਣ ਦਾ ਫੰਕਸ਼ਨ ਕਰਾਉਣ ਵਾਸਤੇ ਦੁਬਈ ਆਪਣੇ ਹੋਟਲ ਦੇ ਵਿੱਚ ਪਿਛਲੇ ਸਮੇਂ ਦੌਰਾਨ ਲੈ ਕੇ ਗਏ ਤੇ ਕਿਹੜੀਆਂ ਕੁੜੀਆਂ ਸੀ ਤੇ ਕੀ ਪਾਪੜ ਉਹਨਾਂ ਨੇ ਵੇਲੇ ਤੇ ਕਿੱਥੇ ਕੰਟਰੀ ਦੇ ਵਿੱਚ ਕੀ ਕਾਰਨਾਮੇ ਕੀਤੇ। ਉਹਨਾਂ NGOs ਦੇ ਵਿੱਚੋਂ ਕੁਝ ਇੱਕ ਕੁੜੀਆਂ ਅਗਲੇ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀਆਂ ਰਿਲੇਟਡ ਨੇ, ਕਾਫੀ ਕੁਝ ਖੁਲਾਸੇ ਨੇ ਤੇ ਉਹ ਅਗਲੇ ਐਪੀਸੋਡ ਲਈ ਮੈਂ ਛੱਡਦਾ। ਅਗਲੇ ਐਪੀਸੋਡ ਦੇ ਵਿੱਚ ਕੁਝ ਇੱਕ ਐਸੀਆਂ ਕੁੜੀਆਂ ਤੇ ਔਰਤਾਂ ਮੈਂ ਰੱਖਣ ਦੀ ਕੋਸ਼ਿਸ਼ ਕਰੂੰਗਾ ਜਿਹੜੀਆਂ SP ਓਬਰਾਏ ਸਾਹਿਬ ਨਾਲ ਰਿਲੇਟਡ ਨੇ,
ਜਿਹੜੀਆਂ ਅਨਰਜਿਸਟਰਡ NGOs ਚਲਾਉਂਦੀਆਂ ਨੇ ਤੇ ਉਹਨਾਂ ਨੂੰ ਓਬਰਾਏ ਸਾਹਿਬ ਦੁਬਈ ਵੀ ਲੈ ਕੇ ਜਾਂਦੇ ਆ ਤੇ ਉਹਨਾਂ ਦਾ ਜਿਹੜਾ ਢਾਂਚਾ ਹੁੰਦਾ ਆ, ਉਹਨਾਂ ਦਾ ਜਿਹੜਾ ਫੇਸ ਹੁੰਦਾ, ਜਿਹੜੇ ਫੇਸ ਤੇ ਲੈ ਕੇ ਜਾਂਦੇ ਆ ਤੇ ਉਹਦੇ ਵਿੱਚ ਕੁਝ ਹੋਰ ਹੁੰਦਾ ਤੇ ਲੈ ਕੇ ਕਿਸੇ ਹੋਰ ਤਰੀਕੇ ਨਾਲ ਜਾਂਦੇ ਆ ਤੇ ਫੰਕਸ਼ਨ ਕਰਾਉਣ ਦੇ ਬਹਾਨੇ ਜਦੋਂ ਕੁੜੀਆਂ ਜਾਂਦੀਆਂ ਤੇ ਫਿਰ ਉਹਨਾਂ ਤੋਂ ਕੀ ਬਿਜ਼ਨਸ ਕਰਾਇਆ ਜਾਂਦਾ ਤੇ ਉਹ ਕੁੜੀਆਂ ਮੇਰਾ ਖਿਆਲ ਹੈ ਜੇ ਲੋੜ ਪਈ ਉਹ ਖੁਦ ਵੀ ਆ ਕੇ ਬੋਲਣਗੀਆਂ ਜਾਂ ਫਿਰ ਉਹ ਆਪਣੇ ਅਕਾਊਂਟ ਬੰਦ ਕਰ ਜਾਣਗੀਆਂ। ਉਹਨਾਂ ਦਾ ਕੋਈ ਵੀ NGO ਰਜਿਸਟਰਡ ਨਹੀਂ। ਉਹ ਪੰਜਾਬ 'ਚ ਇਸ ਵੇਲੇ ਆਪਣਾ ਫਰੰਟ ਫੇਸ ਬਣ ਕੇ NGO ਦੇ ਨਾਮ ਤੇ ਬਹੁਤ ਵੱਡਾ ਤੌਰ ਤੇ ਪੈਸਾ ਇਕੱਠਾ ਕਰ ਰਹੀਆਂ ਤੇ ਜਦੋਂ ਮੈਂ ਇੱਕ ਕੁੜੀ ਦੇ ਤੁਹਾਨੂੰ ਪਰਦੇ ਫੋਲੇ ਤੁਸੀਂ ਕਹੋਗੇ ਕਿ ਬਾਕੀ ਦੀਆਂ ਕੁੜੀਆਂ ਵੀ ਦੱਸੋ ਤਾਂ ਕਿ ਜਨਤਾ ਨੂੰ ਇਹ ਪਤਾ ਲੱਗੇ ਕਿ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ, ਇਹ ਕਰਦੀਆਂ ਕੀ ਨੇ, ਇਹਨਾਂ ਨੇ ਕਿੱਥੋਂ ਪੈਸੇ ਖਾਦੇ ਹੈ ਤੇ ਇਹ ਇਹਨਾਂ ਦਾ ਜਿਹੜਾ ਸੋਰਸ ਆਫ ਇਨਕਮ ਕੀ ਹੈ। ਤੁਹਾਨੂੰ ਸੋਰਸ ਆਫ ਇਨਕਮ ਲੱਭਣਾ ਨਹੀਂ ਪਰ ਉਹਨਾਂ ਦਾ ਲਾਈਫ ਸਟਾਈਲ ਤੁਸੀਂ ਕੁਈਨ ਐਲਿਜ਼ਾਬੈਥ ਇੰਗਲੈਂਡ ਵਾਲੀ ਤੋਂ ਛੋਟਾ ਨਹੀਂ ਪਾਓਗੇ। ਕਿਸੇ ਦੇ ਵੀ ਥੱਲੇ ਛੋਟੀ ਗੱਡੀ ਨਹੀਂ ਹੋਊਗੀ, ਕਿਸੇ ਦੇ ਵੀ ਜਿਹੜੀ ਬੈਕਗ੍ਰਾਉਂਡ ਦੇ ਵਿੱਚ ਕੋਈ ਸੋਰਸ ਆਫ ਇਨਕਮ ਨਹੀਂ, ਪਰ ਉਹਨਾਂ ਦਾ ਜਿਹੜਾ ਇਹ ਕਾਲਾ ਧੰਦਾ ਜਾਂ ਇਹ ਸਰਕਲ ਚੱਲ ਰਿਹਾ ਉਹ ਕਿਹੜੇ ਬੇਸ ਤੇ ਚੱਲ ਰਿਹਾ ਤੇ ਉਹਨਾਂ ਦੇ ਕਿਵੇਂ SP ਓਬਰਾਏ ਸਾਹਿਬ ਦੇ ਨਾਲ ਲਿੰਕ ਨੇ, ਕਿਵੇਂ ਇਹਨਾਂ ਦੀ ਸਪੋਰਟ ਹੈ ਤੇ ਇਹਨਾਂ ਨੂੰ ਉਹਨਾਂ ਤੋਂ ਕੀ ਬੈਨੀਫਿਟ ਹੈ, ਇਹ ਸਾਰੀਆਂ ਗੱਲਾਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ। ਪਰ ਮੈਂ ਇੰਨਾ ਜ਼ਰੂਰ ਕਹਿ ਦਿੰਦਾ ਇਸ ਕਰਕੇ ਕਿ SP ਓਬਰਾਏ ਸਾਹਿਬ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਜਵਾਬ ਦਿਓ। ਪਹਿਲੀਆਂ ਦਾ ਵੀ ਨਹੀਂ ਦਿਆ, ਇਕੱਠਾ ਦੇ ਦਿਓ ਤੇ ਮੈਨੂੰ ਅਗਲੇ ਐਪੀਸੋਡ ਨਾ ਕਰਨੇ ਪੈਣ, ਨਹੀਂ ਤਾਂ ਫਿਰ ਅਗਲੇ ਹਫਤੇ ਮੈਂ ਹੋਰ ਡਾਕੂਮੈਂਟ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਊਂਗਾ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਜਿਹਨੇ ਗਾਲਾਂ ਕੱਢਣੀਆਂ ਤਾਂ ਦੱਬ ਕੇ ਕੱਢ ਸਕਦਾ, ਜਿਹਨੇ ਇਸ ਨੂੰ ਵੀਡੀਓ ਨੂੰ ਇਸ ਲਿੰਕ ਨੂੰ ਸ਼ੇਅਰ ਕਰਨਾ ਉਹ ਸ਼ੇਅਰ ਕਰ ਸਕਦਾ, ਜਿਹਨੇ ਕੋਈ ਹੋਰ ਕੰਮ ਕਰਨਾ, ਜਿਹੜਾ ਕੋਈ ਬੰਬ ਮੇਰੇ ਤੇ ਚਲਾਉਣਾ ਚਾਹੁੰਦਾ ਤਾਂ ਮੈਂ ਚੂੜੀਆਂ ਨਹੀਂ ਪਾਈਆਂ ਹੋਈਆਂ, ਜਦੋਂ ਮਰਜ਼ੀ ਤੁਸੀਂ ਚਲਾ ਸਕਦੇ ਹੋ ਤੇ ਮੈਂ ਉਹਦਾ ਸਾਹਮਣਾ ਕਰਨ ਵਾਸਤੇ ਤਿਆਰ ਹਾਂ। ਜ਼ਿੰਦਗੀ ਜੋ ਕੁਝ ਕਰਨਾ ਹੁੰਦਾ ਉਹ ਕੀਤਾ, ਪਰ ਐਟਲੀਸਟ ਕਿਸੇ ਨੂੰ ਤਾਂ ਬੋਲਣਾ ਪੈਣਾ। ਜੇ ਮੈਂ ਨਹੀਂ ਬੋਲੂੰਗਾ ਕੋਈ ਹੋਰ ਬੋਲੂਗਾ, ਕਿਉਂਕਿ ਐਡੇ ਵੱਡੇ ਘਪਲੇ ਉਹ ਵੀ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਰਿੜਕ ਰਿਹਾ ਮਰਨ ਦੀ ਤਾਦਾਦ ਤੇ ਪਿਆ ਤੇ ਉਹਦੇ ਵਿੱਚ ਏਡੀਆਂ ਵੱਡੀਆਂ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਹੋਣ, ਉਹਦੇ ਵਾਸਤੇ ਬੋਲਣ ਵਾਸਤੇ ਕੋਈ ਨਾ ਕੋਈ ਬੰਦਾ ਹਰ ਵੇਲੇ ਹਾਜ਼ਰ ਰਹਿਣਾ ਚਾਹੀਦਾ। ਪਹਿਲਾਂ ਕਿਸੇ ਹੋਰ ਨੇ ਬੋਲਿਆ, ਅੱਜ ਮੇਜਰ ਬੋਲੂਗਾ, ਕੱਲ ਨੂੰ ਮੇਜਰ ਤੋਂ ਬਾਅਦ ਇਹਦੇ ਜਾਣ ਤੋਂ ਬਾਅਦ ਕੋਈ ਹੋਰ ਬੰਦਾ ਬੋਲੂਗਾ। ਇਹ ਰੀਤ ਜਿਹੜੀ ਹੈ ਸਾਡੀ ਇਹ ਚੱਲਣੀ ਚਾਹੀਦੀ ਹੈ, ਇਹ ਰੁਕਣੀ ਨਹੀਂ ਚਾਹੀਦੀ। ਸਾਡਾ ਰਹਿਣਾ ਨਾ ਰਹਿਣਾ ਇਹ ਇੰਪੋਰਟੈਂਟ ਨਹੀਂ, ਪਰ ਇਹ ਗੱਲ ਜਿਹੜੀ ਹੈ ਇਸ ਕ੍ਰਾਈਮ ਦੇ ਖਿਲਾਫ, ਇਸ ਰਿਸ਼ਵਤਖੋਰੀ ਦੇ ਖਿਲਾਫ, ਇਸ ਠੱਗੀ ਦੇ ਖਿਲਾਫ ਇਹ ਕਿਸੇ ਨਾ ਕਿਸੇ ਨੂੰ ਚੱਕਣੀ ਪੈਣੀ ਹੈ। ਸਾਰਾ ਮੀਡੀਆ ਵਿਕਾਊ ਨਹੀਂ ਹੋ ਸਕਦਾ, ਪਰ ਮੋਸਟ ਆਫ ਦਾ ਹਾਊਸਿਸ ਜਿਹੜੇ ਮੀਡੀਆ ਦੇ ਵੱਡੇ ਪੇਜ ਨੇ ਜਾਂ ਟੈਲੀਵਿਜ਼ਨ ਨੇ, ਇਹਨਾਂ ਦਾ ਇਹ ਨਾ ਸੋਚੋ ਕਿ ਇਹ ਲੋਕ ਭਲਾਈ ਕਰਦੇ ਆ। ਇਹਨਾਂ ਦਾ ਇਹ ਬਿਜ਼ਨਸ ਹੈ, ਇਹਨਾਂ ਦੇ ਖਰਚੇ ਨੇ, ਇਹਨਾਂ ਦੇ AC ਨੇ, ਇਹਨਾਂ ਦੇ ਬੰਦੇ ਅੱਗੇ ਰੱਖੇ ਹੋਏ ਨੇ, ਉਹਨਾਂ ਨੂੰ ਇਹਨਾਂ ਨੇ ਤਨਖਾਹਾਂ ਦੇਣੀਆਂ। ਕਈ ਵਾਰੀ ਮਜਬੂਰੀ ਹੁੰਦੀ ਹੈ ਕਿਉਂਕਿ ਜਿਹੜੇ ਵੱਡੇ ਬੰਦੇ ਨੇ ਇਹ ਬਹੁਤ ਹੀ ਤਕੜਾ ਪੈਸਾ ਦੇ ਕੇ ਆਪਣੇ ਆਪ ਨੂੰ ਹਾਈਲਾਈਟ ਕਰਕੇ ਰੱਖਦੇ ਆ। ਆਮ ਬੰਦੇ ਜਿਹੜੇ ਸਾਡੇ ਵਰਗੇ ਖਬਰਾਂ ਸੁਣਨ ਵਾਲੇ ਨੇ ਜਾਂ TV ਦੇਖਣ ਵਾਲੇ ਜਾਂ Facebook ਦੇ ਪੇਜ ਦੇਖਣ ਵਾਲੇ ਨੇ, ਉਹਨਾਂ ਤੱਕ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਉਹ ਬੜੀ ਵਧਾ ਚੜਾ ਕੇ ਕੀਤੀ ਜਾਂਦੀ ਹੈ। ਸੋ ਮੈਂ ਉਮੀਦ ਕਰਦਾ ਕਿ ਜੇ ਕਿਸੇ ਵੀ ਮੀਡੀਆ ਦੇ ਵਿੱਚ ਇਹ ਗਟਸ ਹੈਗੇ ਆ ਤੇ ਉਹ ਜ਼ਰੂਰ ਇਹਨਾਂ ਗੱਲਾਂ ਦੇ ਵਿੱਚ ਕੋਖ ਕਰੇ। ਜੇ ਤੁਹਾਨੂੰ ਮੇਰੀਆਂ ਗੱਲਾਂ ਠੀਕ ਵੀ ਨਹੀਂ ਲੱਗਦੀਆਂ ਤਾਂ ਇਹ ਜ਼ਰੂਰ ਪਾਉਣਾ ਚਾਹੀਦਾ, ਅਗਲੇ ਨੂੰ ਕਹਿਣਾ ਚਾਹੀਦਾ ਕਿ ਮੇਜਰ ਸਿੰਘ ਸੰਧੂ ਨੇ ਜੋ ਕੁਝ ਵੀ ਇਹ ਤੱਥ ਦੱਸੇ ਨੇ ਇਹ ਸਾਰੇ ਗਲਤ ਨੇ, ਤਾਂ ਮੈਂ ਤੁਹਾਨੂੰ ਫਿਰ ਕਾਗਜ਼ ਜਿਹੜੇ ਹੈ ਉਹ ਤੁਹਾਡੀ ਨਜ਼ਰ ਕਰ ਦਿਆਂਗਾ ਤੇ ਤੁਸੀਂ ਅੱਜ ਦਾ ਐਪੀਸੋਡ ਜਿਹੜਾ ਲੰਬਾ ਨਾ ਹੋਵੇ ਤੇ ਮੈਂ ਇੱਥੇ ਹੀ ਤੁਸੀਂ ਦੇਖ ਲੈਣਾ ਆਪ ਤੇ ਇਹਨੂੰ ਸ਼ੇਅਰ ਕਰ ਲੈਣਾ ਤੇ SP ਓਬਰਾਏ ਸਾਹਿਬ ਤੱਕ ਪਹੁੰਚਾ ਦੇਣਾ। ਤੇ ਦੂਜੀ ਗੱਲ ਮੈਂ ਇੱਥੇ ਇਹ ਕਨਫਰਮ ਕਰਨੀ ਚਾਹੁੰਦਾ ਕਿ ਮੈਂ SP ਓਬਰਾਏ ਸਾਹਿਬ ਨਾਲ ਮੇਰਾ ਕੋਈ ਬਿਜ਼ਨਸ ਨਹੀਂ, ਕੋਈ ਮੇਰੀ ਉਹਨਾਂ ਨਾਲ ਜੈਲਸੀ ਨਹੀਂ, ਕੋਈ ਮੇਰਾ ਉਹਨਾਂ ਨਾਲ ਬੈਰ ਵਿਰੋਧ ਨਹੀਂ। ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ, ਮੈਂ ਕਿਸੇ ਵੀ ਉਹਨਾਂ ਦੇ ਬਿਜ਼ਨਸ ਦੇ ਵਿੱਚ ਇਨਵੋਲਵ ਨਹੀਂ ਹੋਇਆ ਤੇ ਪਰ ਇਹ ਮੇਰੀ ਜੌਬ ਹੈ ਤੇ ਮੈਂ ਕਰ ਰਿਹਾ ਤੇ ਕਰਦਾ ਰਹੂੰਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਲੇ ਹਫਤੇ ਇੱਕ ਹੋਰ ਐਪੀਸੋਡ ਲੈ ਕੇ ਨਵੀਂ ਚੀਜ਼ ਤੁਹਾਡੇ ਸਾਹਮਣੇ ਨਸ਼ਰ ਕਰਾਂਗੇ। ਉਦੋਂ ਤੱਕ ਤੁਸੀਂ ਆਪਣਾ ਰੱਖਿਓ ਖਿਆਲ ਤੇ ਕੋਸ਼ਿਸ਼ ਕਰਿਓ ਕਿ ਇਹਨੂੰ ਵੱਧ ਤੋਂ ਵੱਧ ਅੱਗੇ ਤੱਕ ਪਹੁੰਚਾ ਦਿਓ ਤਾਂ ਕਿ ਓਬਰਾਏ ਸਾਹਿਬ ਆ ਕੇ ਇਹਨਾਂ ਗੱਲਾਂ ਦੇ ਜਵਾਬ ਦੇ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।